इस शो दे विच तुहानूं सारिਆਂ ਨੂੰ बहुत-बहुत जी आयां नूं कहनी स्वागत करदी हां मैं। अज इस प्रोग्राम दे विच जिहड़ी गल चलनी है ਉਹ विचारणयोग गल है, विचारणयोग मुद्दा है। पक्ष का मुद्दा भी कह सकती हाँ, चिंता का विषय भी कह सकती हाँ। तो एक बेनती जरूर करनी है मैं प्रोग्राम के बिल्कुल शुरू दे विच कि जिस वेले तुसीं इस गलबात नूं सुन रहे होगे जरा गौर दे नाल सुनियो। तुहानूं मौका दिता जाऊगा गलबात करन दा, तुसीं अपनी गल भी कह सकोगे, तुहाडे मन च कोई सवाल होणगे तुसीं वो भी पुछ सकोगे। पर जिस वेले गल तुसीं सुन रहे होगे उस वेले ये भी ख्याल दे विच रखियो कि तुसीं इस विचार नूं खुले तरीके दे नाल लेना। बहुत बार असीं सिलैक्टिव जी कई बार हेयरिंग करते हैं, बहुत सिलैक्टिव हेयरिंग करके सानूं सारी गलबात का परसपैक्टिव जिहड़ा वो पता नहीं लगता हुंदा। सो अज मैं ये बेनती करन लगी हाँ, जदों तुसीं अज दे प्रोग्राम की गलबात सुननी है उहनूं सुणियो ते इनू किते एक पासड़ जां तुसीं बहुत ज़्यादा चूजी जे हो के ना सुनियो। कई बार ये हुंदा कि जो असीं सुनना चाहुंदे हुंदे सिर्फ असीं उही सुनते हैं, जां सानूं जो चंगा लगदा हुंदा असीं उही सुनते हुंदे हां। दूसरे पासे ये है कि जिहड़ी चीज़ सानूं चंगी नहीं लग रही हुंदी जां सानूं डाइजैसट करनी औखी लगदी है, उस वेले साडी समस्या ये भी हो जाती है कि असीं रिस्पोंड नहीं करते, असीं फिर रिएक्ट ही करते हैं। पिछले साल की गल है, एक खबर आई सी ग्रेटर टोरंटो एरिया तो जिन्हें एक तरथली जी मचा दी सी साडी कम्यूनिटी दे विच कि ये इंटरनेशनल गर्ल स्टूडेंट्स बारे किहो जी खबर आ गई है। इंडियन इंटरनेशनल स्टूडेंट्स खास करके। उस खबर तो बाद बहुत लोगों ने खुल के बोलना शुरू कर दिता सी। बहुत लोग वो सन जिहड़े डिनायल दे विच सन, बहुत वड्डी गिणती उन्हां लोगों की भी सी जिहड़े कहंदे सी कि भी यह चिंता का विषय है, तो बहुत सारे वो लोग भी सन जिन्हां ने सारे सिस्टम के उत्ते उंगलियां उठाउणियां शुरू कर दित्तियां सी। पर हुण साल तो वध समा हो गया इस रिपोर्ट आई नूं भी, जिहड़ी टोरंटो तो यह रिपोर्ट आई सी ग्रेटर टोरंटो एरिया तो। उस रिपोर्ट के मुताबिक बहुत सारियां इंटरनेशनल स्टूडेंट्स ਵੱਖ-ਵੱਖ कम्यूनिटीज़ दियां ते खास करके ਆਪਾਂ इंडियन ओरीजन ਦੀਆਂ ਕੁੜੀਆਂ ਦੀ ਗੱਲ ਕਰ ਲਈਏ, ਉਹਨਾਂ ਨੂੰ ਪ੍ਰੋਸਟੀਟਿਊਸ਼ਨ ਦੇ ਵਿੱਚ ਫਸਾਇਆ ਜਾ ਰਿਹਾ ਹੈ। ਇਹ ਖਬਰ ਸੀ, ਪ੍ਰੋਸਟੀਟਿਊਸ਼ਨ ਦੇ ਵਿੱਚ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ, ਖਾਸ ਕਰਕੇ ਭਾਰਤੀ ਵਿਦਿਆਰਥਣਾਂ ਨੂੰ। ਇਹ ਵੀ ਸਪਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਐਜੂਕੇਸ਼ਨਲ ਕੰਪਲੈਕਸਿਸ, ਬੱਸ ਸਟਾਪਸ, ਕੰਮਾਂ ਵਾਲੀਆਂ ਥਾਵਾਂ, ਬਹੁਤ ਸਾਰੀਆਂ ਈਵਨ ਰਿਲੀਜੀਅਸ ਪਲੇਸਿਸ ਵੀ, ਉਹਨਾਂ ਥਾਵਾਂ ਤੋਂ ਇਹਨਾਂ ਕੁੜੀਆਂ ਨੂੰ ਪਿਕ ਕੀਤਾ ਜਾਂਦਾ ਜਾਂ ਉਹਨਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੋ ਇਹ ਕੁਝ ਥਾਵਾਂ ਦਾ ਵੀ ਜ਼ਿਕਰ ਆਇਆ ਸੀ। ਇਹ ਰਿਪੋਰਟ ਸਾਡੇ ਸਾਹਮਣੇ ਆਈ ਸੀ ਇੱਕ ਸਪੈਸੀਫਿਕ ਹਵਾਲੇ ਦੇ ਨਾਲ। ਐਲਸਪੈਥ ਹੇਵਰਥ ਸੈਂਟਰ ਫਾਰ ਵਿਮਨ ਗ੍ਰੇਟਰ ਟੋਰੰਟੋ ਏਰੀਆ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਹੈ, ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਉਹ ਕੰਮ ਕਰਦੀ ਹੈ ਅਤੇ ਉਸ ਦੇ ਐਗਜ਼ੈਕਟਿਵ ਡਾਇਰੈਕਟਰ ਨੇ ਸੁੰਦਰ ਸਿੰਘ। ਬਹੁਤ ਸਾਰੇ ਮੀਡੀਆ ਵਾਲਿਆਂ ਨੇ ਉਹਨਾਂ ਦਾ ਇੰਟਰਵਿਊ ਵੀ ਲਿਆ ਸੀ। ਮੈਂ ਵੀ ਟਰਾਈ ਕਰ ਰਹੀ ਸੀ ਕਿ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ, ਪਰ ਜਿਨ੍ਹਾਂ ਦਿਨਾਂ 'ਚ ਮੈਂ ਉਹਨਾਂ ਨਾਲ ਸੰਪਰਕ ਕੀਤਾ ਉਹ ਇੰਡੀਆ ਜਾ ਚੁੱਕੇ ਸੀ ਅਤੇ ਮੁੜ ਕੇ ਆਏ ਅਤੇ ਮੁੜ ਕੇ ਗੱਲਬਾਤ ਕਰਨ ਦਾ ਸਬੱਬ ਨਹੀਂ ਬਣਿਆ। ਪਰ ਪਿਛਲੇ ਦਿਨੀ ਇੱਕ ਵਾਰੀ ਫਿਰ ਇਹ ਭਾਰਤੀ ਅਖਬਾਰਾਂ ਦੇ ਵਿੱਚ ਦੁਬਾਰਾ ਵੀ ਖਬਰ ਛਪੀ ਹੈ ਅਤੇ ਮੈਨੂੰ ਲੱਗਾ ਕਿ ਸੁੰਦਰ ਸਿੰਘ ਹੁਣਾਂ ਦੇ ਨਾਲ ਜ਼ਰੂਰ ਅਸੀਂ ਗੱਲਬਾਤ ਛੇੜੀਏ। ਸੁੰਦਰ ਸਿੰਘ ਹੁਣਾਂ ਬਾਰੇ ਥੋੜ੍ਹਾ ਜਿਹਾ ਮੈਂ ਬਰੀਫ ਦੇ ਵਿੱਚ ਦੱਸਣਾ ਚਾਹੁੰਦੀ ਹਾਂ, ਡੀਟੇਲ ਦੇ ਵਿੱਚ ਆਪਾਂ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ, ਕਿਉਂਕਿ ਤੁਹਾਡੇ ਮਨ ਦੇ ਵਿੱਚ ਹਮੇਸ਼ਾ ਇਹ ਹੁੰਦਾ ਕਿ ਜਦੋਂ ਕਿਸੇ ਸਪੈਸੀਫਿਕ ਆਰਗੇਨਾਈਜੇਸ਼ਨ ਜਾਂ ਵਿਅਕਤੀ ਤੋਂ ਕਿਸੇ ਤਰ੍ਹਾਂ ਦੀ ਜਾਣਕਾਰੀ ਆ ਰਹੀ ਹੈ, ਤੁਹਾਨੂੰ ਉਹਦਾ ਬੈਕਗਰਾਊਂਡਰ ਵੀ ਜ਼ਰੂਰ ਪਤਾ ਹੋਵੇ। ਸੁੰਦਰ ਸਿੰਘ ਔਰਤਾਂ ਅਤੇ ਸੀਨੀਅਰਸ ਦੇ ਹੱਕਾਂ ਨੂੰ ਹਮੇਸ਼ਾ ਐਡਵੋਕੇਟ ਕਰਦੇ ਰਹੇ ਆ ਅਤੇ ਜਿਹੜੀ ਇਹਨਾਂ ਦੀ ਇਹ ਸੰਸਥਾ ਬਣੀ ਹੋਈ ਹੈ ਐਲਸਪੈਥ ਹੇਵਰਥ ਸੈਂਟਰ ਫਾਰ ਵੂਮੈਨ, ਇਹ 1992 ਤੋਂ ਕੰਮ ਕਰ ਰਿਹਾ ਹੈ। ਸੁੰਦਰ ਸਿੰਘ ਗ੍ਰੇਟਰ ਟੋਰੰਟੋ ਏਰੀਆ ਦੇ ਵਿੱਚ ਵਾਨ ਸਿਟੀ ਦੇ ਕੌਂਸਲ ਮੈਂਬਰ ਵੀ ਰਹੇ ਨੇ, ਰੀਜਨਲ ਕੌਂਸਲ ਰਹੇ ਨੇ ਅਤੇ ਹੋਰ ਬਹੁਤ ਕੁਝ ਇਹਨਾਂ ਬਾਰੇ ਜਿਹੜਾ ਹੈ ਉਹ ਡਿਸਕਸ ਕੀਤਾ ਜਾ ਸਕਦਾ ਹੈ। ਪਰ ਮੈਂ ਜ਼ਿਆਦਾ ਦੇਰੀ ਨਾ ਕਰਦੀ ਹੋਈ ਅੱਜ ਸੁੰਦਰ ਸਿੰਘ ਹੁਣਾਂ ਨੂੰ ਤੁਹਾਡੇ ਰੂਬਰੂ ਕਰ ਰਹੀ ਹਾਂ। ਸੁੰਦਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ। ਥੈਂਕ ਯੂ ਨਵਜੋਤ, ਸਤਿ ਸ਼੍ਰੀ ਅਕਾਲ। ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਮੇਰੀ। ਜੀ ਸੁੰਦਰ ਸਿੰਘ ਜੀ, ਮੈਨੂੰ ਇੰਨਾ ਕੁ ਪਤਾ ਹੈ ਤੁਹਾਡੇ ਬਾਰੇ ਕਿ ਤੁਹਾਡਾ ਜਨਮ ਜਿਹੜਾ ਪਟਨਾ ਸਾਹਿਬ ਵਿਖੇ ਹੋਇਆ ਅਤੇ
ਬਹੁਤ ਸਾਲ ਪਹਿਲਾਂ ਤੁਸੀਂ ਇੱਥੇ ਆ ਗਏ ਸੀ, ਸ਼ਾਇਦ 50 ਸਾਲ ਤੋਂ ਵੱਧ ਸਮਾਂ ਹੋ ਗਿਆ ਤੁਹਾਨੂੰ ਕੈਨੇਡਾ ਦੇ ਵਿੱਚ ਵਸਿਆ ਨੂੰ। ਥੋੜ੍ਹਾ ਜਿਹਾ ਆਪਣੇ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਬਰੀਫ ਦੇ ਵਿੱਚ ਕੀ ਦੱਸਣਾ ਚਾਹੋਗੇ ਤੁਸੀਂ? ਵੈਲ, ਜਿਸ ਵੇਲੇ ਅਸੀਂ ਆਏ ਸੀ ਉਸ ਵਕਤ ਇੱਥੇ ਇੱਕ ਗੁਰਦੁਆਰਾ ਹੁੰਦਾ ਸੀ, ਪੇਪ ਗੁਰਦੁਆਰਾ, ਤੇ ਉਹ ਟਾਈਮ ਸੀ ਜਦੋਂ ਇੱਥੇ ਕੀਰਤਨ ਕਰਨ ਵਾਲੇ ਕੋਈ ਨਹੀਂ ਸਨ। ਲੱਕੀਲੀ ਅਸੀਂ ਪਟਨਾ ਸਾਹਿਬ ਜਿਸ ਤਰ੍ਹਾਂ ਉੱਥੇ ਦੇ ਤਖਤ ਸਾਹਿਬ ਦੇ ਰਾਗੀ ਜੋ ਸਨ ਉਹ ਸਾਨੂੰ ਕੀਰਤਨ ਸਿਖਾਉਂਦੇ ਸੀ, ਆਸਾ ਦੇ ਵਾਰ, ਹੋਰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ, ਆਰਤੀ ਵਗੈਰਾ ਉਹਨਾਂ ਨੇ ਸਿਖਾਈ। ਇੱਥੇ ਜਦੋਂ ਆਉਣਾ ਤੇ ਫਿਰ ਇੱਥੇ ਦੀ ਸੰਗਤ ਨੂੰ ਕਾਫੀ ਅੱਛਾ ਲੱਗਿਆ। ਮੇਰੀ ਸਿਸਟਰ ਹੋਰ ਮੈਂ ਅਸੀਂ ਕੀਰਤਨ ਕਰਦੇ ਸੀ। ਤੇ ਉਹ ਟਾਈਮ ਤੋਂ ਲੈ ਕੇ ਅੱਜ ਤੱਕ ਦੁਨੀਆ ਕਾਫੀ ਬਦਲ ਗਈ ਹੈ। ਹੁਣ ਕਾਫੀ ਸੰਗਤਾਂ ਆ ਗਈਆਂ ਨੇ ਇੱਥੇ, ਪੰਜਾਬ ਤੋਂ ਕਾਫੀ ਲੋਕ ਆਏ ਹਨ ਤੇ ਉਹਨਾਂ ਦੇ ਆਉਣ ਕਰਕੇ ਬਰੈਂਪਟਨ ਵਸ ਗਿਆ, ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਕਾਫੀ ਸੰਗਤਾਂ ਸੈਟਲ ਹੋ ਗਈਆਂ। ਸੋ ਅੱਛਾ। ਜਿਹੜਾ ਤੁਸੀਂ ਔਰਤਾਂ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ, ਇਹ ਖਿਆਲ ਕਿੱਥੋਂ ਆਇਆ? ਤੇ ਇਹ ਜਿਹੜੀ ਸੰਸਥਾ ਤੁਹਾਡੀ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਐਲਸਪੈਥ ਹੇਵਰਥ ਸੈਂਟਰ ਫਾਰ ਵੂਮੈਨ, ਇਹ ਕਿਵੇਂ ਸ਼ੁਰੂਆਤ ਕੀਤੀ ਤੇ ਕੀ ਪਰਪਸ ਸੀ ਤੁਹਾਡਾ? ਐਲਸਪੈਥ ਹੇਵਰਥ ਸੈਂਟਰ ਜਦੋਂ ਸ਼ੁਰੂ ਹੋਇਆ 1992 ਵਿੱਚ, ਉਸ ਪਹਿਲਾਂ ਐਲਸਪੈਥ ਹੇਵਰਥ ਇੱਥੇ ਯਾਰਕ ਯੂਨੀਵਰਸਿਟੀ ਦੀ ਪ੍ਰੋਫੈਸਰ ਸੀ। ਇਹ ਔਰਤ ਇੰਡੀਆ ਵਿੱਚ ਪੈਦਾ ਹੋਈ ਸੀ, ਇਸ ਦੇ ਫਾਦਰ ਮਿਨਿਸਟਰ ਸਨ ਇੰਡੀਆ ਵਿੱਚ, ਤੇ ਇਸ ਦੀ ਐਜੂਕੇਸ਼ਨ ਲੰਡਨ ਇੰਗਲੈਂਡ ਵਿੱਚ ਹੋਈ ਹੈ। ਉਸ ਤੋਂ ਬਾਅਦ ਕੈਨੇਡਾ ਆ ਗਈ ਸੀ। ਇੱਥੇ ਇਸਨੇ ਨॉन प्रॉफिट ਆਰਗੇਨਾਈਜੇਸ਼ਨ ਚਲਾਇਆ, ਹੋਰ ਪ੍ਰੋਫੈਸਰ ਰਹੀ ਯਾਰਕ ਯੂਨੀਵਰਸਿਟੀ ਤੇ। ਉਸਨੇ ਰੀਅਲਾਈਜ਼ ਕੀਤਾ ਕਿ ਜੋ ਇੰਡੀਆ ਤੋਂ ਔਰਤਾਂ ਆ ਰਹੀਆਂ ਨੇ ਤੇ ਸੈਟਲ ਨਹੀਂ ਕਰ ਪਾ ਰਹੀਆਂ। ਅੱਛਾ। ਤੇ ਫਿਰ ਉਸਨੇ ਵੋਲੰਟੀਅਰਸ ਇਕੱਠੇ ਕੀਤੇ ਤੇ ਇੱਥੇ ਔਰਤਾਂ ਨੂੰ ਹੈਲਪ ਕਰਨਾ ਚਾਲੂ ਕੀਤਾ। ਇੱਥੇ ਆਰਗੇਨਾਈਜੇਸ਼ਨ ਕੋਈ ਵੀ ਨਹੀਂ ਉਸ ਟਾਈਮ ਵਿੱਚ ਸੀ ਜੋ ਔਰਤਾਂ ਨੂੰ ਹੈਲਪ ਕਰ ਸਕਦੀ ਸੀ। ਜਦੋਂ ਉਸਨੇ ਹੈਲਪ ਕਰਨਾ ਚਾਲੂ ਕੀਤਾ ਵੋਲੰਟੀਅਰਸ ਲਗਾ ਕੇ, ਤੇ ਰੀਅਲਾਈਜ਼ ਕੀਤਾ ਕਿ ਸਿਰਫ ਔਰਤਾਂ ਨੂੰ ਹੈਲਪ ਨਹੀਂ ਚਾਹੀਦੀ, ਸੀਨੀਅਰਸ ਨੂੰ ਵੀ ਹੈਲਪ ਚਾਹੀਦੀ ਸੀ, ਜ਼ਬਰਦਸਤ ਹੈਲਪ ਚਾਹੀਦੀ ਸੀ ਉਸ ਵੇਲੇ। ਤੇ ਇਹ ਵੇਕੇਸ਼ਨ ਵਾਸਤੇ ਗਈ ਸੀ ਇੰਡੀਆ ਵਾਪਸ, ਤੇ ਉੱਥੇ ਉਸਦੀ ਅਚਾਨਕ ਡੈਥ ਹੋ ਗਈ ਗੋਆ ਵਿੱਚ। ਅੱਛਾ। ਤੇ ਉਸ ਤੋਂ ਬਾਅਦ ਇਹ ਆਰਗੇਨਾਈਜੇਸ਼ਨ ਦਾ ਨਾਂ ਉਸਦੇ ਨਾਂ ਤੇ ਰੱਖਿਆ ਗਿਆ, ਐਲਸਪੈਥ ਹੇਵਰਥ ਸੈਂਟਰ ਫॉर ਵੂਮੈਨ। ਤੇ ਹੁਣ ਇਹ ਆਰਗੇਨਾਈਜੇਸ਼ਨ ਕਾਫੀ ਇਵੋਲਵ ਹੋ ਗਈ ਹੈ ਤੇ ਹੁਣ ਬੱਚਿਆਂ ਦੇ ਵੀ ਪ੍ਰੋਗਰਾਮਸ ਹੁੰਦੇ ਹਨ, ਸਿਰਫ ਔਰਤਾਂ ਦੇ ਔਰ ਸੀਨੀਅਰਸ ਦੇ ਨਹੀਂ। ਤੇ ਇਹ ਆਰਗੇਨਾਈਜੇਸ਼ਨ ਇਸ ਵਕਤ ਜ਼ੋਰ ਲਗਾ ਰਹੀ ਹੈ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ। ਸਾਰੇ ਕੈਨੇਡਾ ਵਿੱਚ ਇਹ ਜਾਣਨਾ ਸਾਰਿਆਂ ਨੂੰ ਜ਼ਰੂਰੀ ਹੈ ਕਿ ਇੱਕ ਨਵਾਂ ਪੈਂਡੈਮਿਕ ਆ ਚੁੱਕਿਆ ਇੱਥੇ। ਯੂਥ ਨੂੰ, ਯੰਗ ਬੱਚਿਆਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ। ਇਹ ਬੱਚੇ ਖਾਸ ਕਰਕੇ ਜੋ ਪੰਜਾਬ, ਇੰਡੀਆ ਤੋਂ ਆ ਰਹੇ ਹਨ ਬੱਚੇ, ਤੇ ਯੂਥ ਐਕਸਪਲੋਇਟੇਸ਼ਨ ਕਰਕੇ ਇੱਥੇ ਹਿਊਮਨ ਟ੍ਰੈਫਿਕਿੰਗ ਬਹੁਤ ਵੱਧ ਗਿਆ। ਤੇ ਜਿਹੜੇ ਬੱਚੇ ਮਿਹਨਤ ਕਰਨਾ ਚਾਹੁੰਦੇ ਹਨ, ਕੰਮ ਕਰਕੇ ਆਪਣੇ ਆਪ ਨੂੰ ਸੈਟਲ ਕਰਨਾ ਚਾਹੁੰਦੇ ਹਨ, ਪੜ੍ਹਾਈ ਵੀ ਕਰਨਾ ਚਾਹੁੰਦੇ ਹਨ, ਇਹ ਬੱਚਿਆਂ ਦਾ ਫਾਇਦਾ ਉਠਾਇਆ ਜਾ ਰਿਹਾ। ਜਦੋਂ ਕੰਮ ਕਰਦੇ ਹਨ ਤੇ ਜਿਹੜੇ ਬਿਜ਼ਨਸਮੈਨ ਹਨ ਬੱਚਿਆਂ ਨੂੰ ਪੈਸਾ ਨਹੀਂ ਦਿੰਦੇ। ਤੇ ਇੱਕ ਗਰੁੱਪ ਸੀ ਯੂਥ ਦਾ, ਉਹਨਾਂ ਨੇ ਫੋਨ ਕੀਤਾ, ਉਹ ਬੋਲਦੇ ਨੇ ਕਿ ਸਾਨੂੰ 1 ਮਹੀਨਾ ਹੋ ਗਿਆ ਤੇ ਸਾਨੂੰ ਪੈਸੇ ਨਹੀਂ ਮਿਲੇ। ਅਸੀਂ ਰੈਸਟੋਰੈਂਟ ਵਿੱਚ ਕੰਮ ਕਰਦੇ ਹਾਂ। ਫਿਰ ਇੱਕ ਬੰਦਾ ਉਹ ਬੋਲਦਾ ਕਿ ਮੈਨੂੰ ਸੁਪਰਵਾਈਜ਼ਰੀ ਪੋਜੀਸ਼ਨ ਦੇ ਦਿੱਤੀ ਤੇ 160 ਆਵਰਸ ਹਨ, ਹਾਲੇ ਤੱਕ ਪੇ ਨਹੀਂ ਕੀਤਾ। ਫਿਰ ਜਿਹੜੇ ਬੱਚੇ ਮਜਬੂਰ ਹੋ ਕੇ, ਪੈਸਿਆਂ ਦੀ ਕਮੀ ਹੁੰਦੀ ਹੈ ਇੱਥੇ ਕਿਉਂਕਿ ਰੈਂਟ ਵੀ ਪੇ ਕਰਨਾ ਹੁੰਦਾ ਹੈ, ਖਾਣਾ ਪੀਣਾ ਵੀ ਹੈ ਤੇ ਪੜ੍ਹਾਈ ਕਰਨੀ ਹੈ, ਤੇ ਬੱਚੇ ਦੇ ਫੋਰਸਡ ਇਨਟੂ ਸੈਕਸ ਟ੍ਰੇਡ। ਸੈਕਸ ਟ੍ਰੇਡ ਹੁੰਦਾ ਹੈ ਉਹ ਹਿਊਮਨ ਟ੍ਰੈਫਿਕਿੰਗ ਤੋਂ ਅਲੱਗ ਹੈ। ਸੈਕਸ ਟ੍ਰੇਡ ਕੀ ਹੁੰਦਾ ਹੈ ਕਿ ਕੁੜੀਆਂ ਆਪ ਵੋਲੰਟੀਅਰ ਕਰਦੀਆਂ ਕਿ ਅਸੀਂ ਆਪਣੀ ਬਾਡੀ ਦਿੰਦੇ ਹਾਂ, ਸੋ ਦੈਟ ਕਿ ਸਾਨੂੰ 1 ਮਹੀਨੇ ਦਾ ਰੈਂਟ ਨਾ ਪੇ ਕਰਨਾ ਪਏ। ਜਿਹੜੇ ਲੈਂਡਲੋਰਡਸ ਨੇ ਉਹ ਐਕਸਪਲੋਇਟ ਕਰਦੇ ਹਨ। ਉਹ ਫਿਰ ਬੱਚਿਆਂ ਨੂੰ ਬੋਲਦੇ ਨੇ ਕਿ ਭਾਈ ਤੂੰ ਰੈਂਟ ਨਾ ਦੇ ਮਗਰ ਤੂੰ ਮੇਰੇ ਨਾਲ ਟਾਈਮ ਬਿਤਾ। ਤੇ ਫਿਰ ਕੁੜੀਆਂ ਮਜਬੂਰ ਹੋ ਕੇ ਤੇ ਇਹ ਕੰਮ ਕਰਦੀਆਂ। they have older men who accompany them ਤੇ ਉਹਨਾਂ ਨੂੰ ਫਿਰ ਐਸਕੋਰਟ ਕਰਦੀਆਂ। ਤੇ ਇੱਥੇ ਜਿਹੜੇ ਬਰੈਂਪਟਨ ਦੇ ਲੋਕ ਹਨ ਉਹ ਜਿਹੜੇ ਰਹਿੰਦੇ ਨੇ ਉੱਥੇ, ਉਹ ਬੋਲਦੇ ਕਿ ਜੋ ਬਰੈਂਪਟਨ ਹੈ ਉਹ ਤੇ ਡਿਸਮਲ ਹੈਲ ਬਣ ਗਿਆ ਇੱਥੇ। ਦਿਸ ਇਜ਼ ਅ ਪਿਓਰ ਹੈਲ ਕਿਉਂਕਿ ਦੇਖਦੀਆਂ ਜਿਹੜੇ ਰੈਜ਼ੀਡੈਂਟਸ ਉਹ ਦੇਖਦੇ ਹਨ ਕਿ ਕੁੜੀਆਂ ਕਿਸ ਤਰ੍ਹਾਂ ਬਾਹਰ ਨਿਕਲ ਕੇ ਤੇ ਆਪਣੇ ਆਪ ਨੂੰ so freely they're giving themselves away. It's unfortunate. ਰਾਤ ਨੂੰ 12 ਵਜੇ
1 ਵਜੇ ਬੱਚੇ ਇਕੱਠੇ ਹੁੰਦੇ ਹਨ ਪਾਰਕਿੰਗ ਲਾਟ ਤੇ, ਜਿੱਥੇ ਉਹ ਸ਼ਰਾਬ ਪੀਂਦੇ ਹੁੰਦੇ ਹਨ ਤੇ ਸ਼ੋਰ ਮਚਾਉਂਦੇ ਹਨ। ਜਿਹੜੇ ਰੈਜ਼ੀਡੈਂਟਸ ਹਨ ਉਹਨਾਂ ਨੂੰ ਅੱਛਾ ਨਹੀਂ ਲੱਗਦਾ। ਤੇ ਅਸੀਂ ਪੁਲਿਸ ਨਾਲ, ਇੱਥੇ ਲੋਕਲ ਪੁਲਿਸ ਨਾਲ ਜਦੋਂ ਗੱਲ ਕੀਤੀ ਤੇ ਪਤਾ ਚੱਲਿਆ ਕਿ ਜਿਹੜੇ ਸਾਊਥ ਏਸ਼ੀਅਨ ਲੜਕੀਆਂ ਹਨ ਉਹ ਜਦੋਂ ਐਕਸਪਲੋਇਟ ਹੁੰਦੀਆਂ ਨੇ ਜ਼ਿਆਦਾ ਜਲਦੀ ਗੱਲ ਨਹੀਂ ਕਰਦੀਆਂ। ਡਰ ਇਹ ਹੁੰਦਾ ਹੈ ਜਦੋਂ ਇਹਨਾਂ ਨੂੰ ਵੀਜ਼ਾ ਮਿਲਦਾ ਹੈ ਕੈਨੇਡਾ ਵਿੱਚ ਆਉਣ ਦਾ, ਤੇ ਉੱਥੇ ਲਿਖਿਆ ਹੁੰਦਾ ਵੀਜ਼ਾ ਤੇ ਕਿ ਅਗਰ ਸੈਕਸ ਟ੍ਰੇਡ ਹੋਏਗਾ ਤੇ ਵੀ ਆਰ ਗੋਇੰਗ ਟੂ ਡਿਪੋਰਟ ਯੂ ਬੈਕ। ਤੇ ਉਸ ਡਰ ਦੇ ਕਾਰਨ ਐਨੀਥਿੰਗ ਦੈਟ ਇਜ਼ ਰਿਲੇਟਡ ਟੂ ਸੈਕਸ ਔਰ ਹਿਊਮਨ ਟ੍ਰੈਫਿਕਿੰਗ, ਇਹ ਕੋਈ ਕੁੜੀਆਂ ਡਰ ਦੇ ਮਾਰੀ ਗੱਲ ਨਹੀਂ ਕਰਦੀਆਂ। ਅਸੀਂ ਇਹਨਾਂ ਨੂੰ ਇਨਕਰੇਜ ਕਰਦੇ ਹਾਂ ਬੱਚਿਆਂ ਨੂੰ। ਕੋਈ ਤਕਲੀਫ ਹੈ, ਫਾਈਨੈਂਸ਼ੀਅਲ ਤਕਲੀਫ ਹੈ, ਜੌਬ ਨਹੀਂ ਮਿਲ ਰਹੀ ਹੈ, ਡਿਪਰੈਸ਼ਨ ਹੈ, ਐਂਜ਼ਾਈਟੀ ਹੈ, ਕੋਈ ਹੈ ਨਹੀਂ ਤੁਹਾਡਾ, ਜਿੱਥੇ ਸਾਡੇ ਨਾਲ ਗੱਲ ਕਰੋ। we will make sure that you're not deported। ਤੁਹਾਨੂੰ ਡਿਪੋਰਟ ਨਹੀਂ ਕੀਤਾ ਜਾਏਗਾ, ਪਰ ਰਿਪੋਰਟ ਦੇਣਾ ਸਾਨੂੰ ਜ਼ਰੂਰੀ ਹੈ ਕਿ ਤੁਹਾਨੂੰ ਕੌਣ ਐਕਸਪਲੋਇਟ ਕਰ ਰਿਹਾ ਹੈ। ਓਕੇ ਸੁੰਦਰ ਸਿੰਘ ਜੀ, ਇੱਕ ਕਮਰਸ਼ੀਅਲ ਬ੍ਰੇਕ ਲਈ ਤੇ ਖਬਰਾਂ ਲਈ ਮੈਨੂੰ ਰੁਕਣਾ ਪੈਣਾ, ਤੇ ਮੈਂ ਤੁਹਾਡੇ ਕੋਲੋਂ ਥੋੜ੍ਹੀ ਹੋਰ ਡੂੰਘਾਈ ਦੇ ਵਿੱਚ ਜਾਣਕਾਰੀ ਲੈਣਾ ਜ਼ਰੂਰ ਚਾਹੂੰਗੀ। ਇਹਨਾਂ ਕੁੜੀਆਂ ਨੂੰ ਧੱਕਿਆ ਜਾ ਰਿਹਾ ਇਸ ਕੰਮ ਦੇ ਵਿੱਚ, ਸੈਕਸ ਟ੍ਰੇਡ ਦੇ ਵਿੱਚ, ਜਾਂ ਇਹ ਵਿਲਿੰਗਲੀ ਕਰ ਰਹੀਆਂ? ਬਹੁਤ ਵਾਰੀ ਇਹ ਜਿਹੜੀ ਚੀਜ਼ ਆ ਇਹ 'ਚ ਸਾਨੂੰ ਡਿਫਰੈਂਸ਼ੀਏਟ ਕਰਨਾ ਸਾਡੇ ਲਈ ਹਾਰਡ ਹੋ ਜਾਂਦਾ, ਪਰ ਜਿਹੜੇ ਲੋਕ ਇਸ ਵੇਲੇ ਸੁਣ ਰਹੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਕੁਝ ਸਵਾਲ ਹੋਣਗੇ। ਉਹ ਆਪਾਂ ਪ੍ਰੋਗਰਾਮ ਦੇ ਲੇਟਰ ਪਾਰਟ ਦੇ ਵਿੱਚ ਕਰਾਂਗੇ, ਪਰ ਕੁਝ ਸਵਾਲ ਜਿਹੜੇ ਮੇਰੇ ਨੇ, ਮੈਂ ਸੋਚਦੀ ਹਾਂ ਕਿ ਇਹ ਬਹੁਤ ਸਾਰੇ ਸੁਣਨ ਵਾਲਿਆਂ ਦੇ ਵੀ ਹੋਣਗੇ। ਉਹ ਮੈਂ ਤੁਹਾਡੇ ਨਾਲ ਖਬਰਾਂ ਦੀ ਇਸ ਬ੍ਰੇਕ ਤੋਂ ਬਾਅਦ ਜ਼ਰੂਰ ਡਿਸਕਸ ਕਰਨਾ ਚਾਹੁੰਦੀ ਹਾਂ। ਥੋੜ੍ਹੀ ਦੇਰ ਲਈ ਟੈਲੀਫੋਨ ਲਾਈਨ ਤੁਹਾਨੂੰ ਹੋਲਡ ਰੱਖਣੀ ਪੈਣੀ ਹੈ। ਸ਼ੋਰ, ਥੈਂਕ ਯੂ। ਸੁੰਦਰ ਸਿੰਘ ਹੁਣਾਂ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ, ਅਤੇ ਮੈਂ ਜਿਵੇਂ ਪ੍ਰੋਗਰਾਮ ਦੇ ਵਿੱਚ ਬਰੀਫਲੀ ਦੱਸਿਆ ਸੀ ਉਸੇ ਚੀਜ਼ ਨੂੰ ਇਹਨਾਂ ਨੇ ਹੁਣ ਥੋੜ੍ਹਾ ਜਿਹਾ ਡੀਟੇਲ ਦੇ ਵਿੱਚ ਮੈਨਸ਼ਨ ਕੀਤਾ, ਪਰ ਮੈਨੂੰ ਲੱਗਦਾ ਬਹੁਤ ਸਾਰੀਆਂ ਹੋਰ ਪਰਤਾਂ ਨੇ ਜਿਹੜੀਆਂ ਸਾਨੂੰ ਸਮਝਣੀਆਂ ਪੈਣੀਆਂ ਨੇ। GTA ਗ੍ਰੇਟਰ ਟੋਰਾਂਟੋ ਏਰੀਆ ਤੋਂ ਜਿਹੜੀ ਇਹ ਬਰੈਂਪਟਨ ਤੋਂ ਖਬਰ ਚੱਲੀ ਸੀ, ਬਹੁਤ ਸਾਰੀ ਮੈਗਜ਼ੀਨਸ ਦੇ ਵਿੱਚ, ਬਹੁਤ ਸਾਰੇ ਅਖਬਾਰਾਂ ਅਤੇ ਬਹੁਤ ਸਾਰੇ ਹੋਰ ਸੋਸ਼ਲ ਮੀਡੀਆ ਦੇ ਵਿੱਚ ਵੀ ਇਹ ਖਬਰ ਨਸ਼ਰ ਕੀਤੀ ਜਾ ਚੁੱਕੀ ਹੈ ਕਿ ਭਾਰਤੀ ਅੰਤਰਰਾਸ਼ਟਰੀ ਵਿਦਿਆਰਥਣਾਂ ਜਿਹੜੀਆਂ ਉਹਨਾਂ ਨੂੰ ਵੇਸਵਾਗਮਨੀ, ਪੰਜਾਬੀ ਦੇ ਵਿੱਚ ਸ਼ਬਦ ਵਰਤਦੇ ਹਾਂ ਪ੍ਰੋਸਟੀਟਿਊਸ਼ਨ ਦੇ ਲਈ, ਇਸ ਕੰਮ ਵੱਲ ਧੱਕਿਆ ਜਾ ਰਿਹਾ ਹੈ। ਦਲਾਲ ਨੇ ਉਹਨਾਂ ਦੇ ਬਣੇ ਹੋਏ, ਜਿਹੜੇ ਉਹਨਾਂ ਦੇ ਸਿਰ 'ਤੇ ਕਮਾਈਆਂ ਕਰ ਰਹੇ ਨੇ। 2-2, 3-3 ਲੱਖ ਕਹਿੰਦੇ ਡਾਲਰ ਸਾਲ ਦਾ ਉਹ ਕਮਾ ਰਹੇ ਨੇ ਇੱਕ ਕੁੜੀ ਦੇ ਸਿਰ 'ਤੇ। ਅਤੇ ਉਹਨਾਂ ਕੁੜੀਆਂ ਦੀ ਮਾਨਸਿਕ ਹਾਲਤ ਕੀ ਹੋਊਗੀ, ਉਹਨਾਂ ਦੀ ਫਿਜ਼ੀਕਲ ਇਮੋਸ਼ਨਲ ਹਾਲਤ ਕੀ ਹੋਊਗੀ, ਆਪਾਂ ਇਹਦੇ ਬਾਰੇ ਅੰਦਾਜ਼ਾ ਵੀ ਸ਼ਾਇਦ ਨਹੀਂ ਲਾ ਸਕਦੇ। ਸੁੰਦਰ ਸਿੰਘ ਹੁਣਾਂ ਨੇ ਦੱਸਿਆ, ਕਹਿੰਦੇ ਕਿ ਵੀ ਇਹ ਚੀਜ਼ਾਂ ਜ਼ਿਆਦਾ ਵੱਧ ਰਹੀਆਂ ਨੇ, ਬੱਚਿਆਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਕਿਸੇ ਨਾ ਕਿਸੇ ਵੇ ਦੇ ਨਾਲ, ਚਾਹੇ ਉਹਨਾਂ ਦੀਆਂ ਤਨਖਾਹਾਂ ਮਾਰੀਆਂ ਜਾ ਰਹੀਆਂ ਨੇ, ਮਜਬੂਰੀ ਦੇ ਵਿੱਚ ਸੰਭਾਵਿਤ ਤੌਰ 'ਤੇ ਉਹਨਾਂ ਨੂੰ ਇਸ ਪਾਸੇ ਵੀ ਵਧਣਾ ਪੈ ਰਿਹਾ ਹੈ। ਪਰ ਕੁੱਲ ਮਿਲਾ ਕੇ ਇਹ ਜਿਹੜਾ ਸਾਰੇ ਦਾ ਸਾਰਾ ਟਰੈਂਡ ਹੈ, ਇਹ ਸਾਨੂੰ ਕਿੱਧਰ ਨੂੰ ਲੈ ਕੇ ਜਾਊਗਾ, ਕਿਹੋ ਜਿਹੀ ਸੁਸਾਇਟੀ ਅਸੀਂ ਸਿਰਜ ਰਹੇ ਹਾਂ, ਇਸ ਸੰਬੰਧੀ ਵੀ ਸਵਾਲ ਪੈਦਾ ਹੁੰਦੇ ਨੇ। ਆਪਾਂ ਰੁਕਦੇ ਹਾਂ ਕੁਝ ਮਿੰਟਾਂ ਦੇ ਲਈ ਇੱਕ ਕਮਰਸ਼ੀਅਲ ਬ੍ਰੇਕ, ਤੇ ਖਬਰਾਂ ਤੋਂ ਬਾਅਦ ਸੁੰਦਰ ਸਿੰਘ ਹੁਣਾਂ ਦੇ ਨਾਲ ਆਪਾਂ ਇਹ ਗੱਲ ਅੱਗੇ ਵਧਾਵਾਂਗੇ। The Navjot Tillu Show, only on AM 600, ਸ਼ੇਰੇ ਪੰਜਾਬ। ਸ਼ੇਰੇ ਪੰਜਾਬ AM 600, ਤੁਸੀਂ ਇਸ ਵੇਲੇ ਸ਼ਾਮਿਲ ਹੋ ਦਾ ਨਵਜੋਤ ਢਿੱਲੋਂ ਸ਼ੋਅ ਦੇ ਵਿੱਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਵਾ ਰਹੀ ਹਾਂ ਸੁੰਦਰ ਸਿੰਘ ਹੁਣਾਂ ਦੇ ਨਾਲ, ਗ੍ਰੇਟਰ ਟੋਰਾਂਟੋ ਏਰੀਆ ਤੋਂ ਇਸ ਵੇਲੇ ਆਪਣੇ ਨਾਲ ਟੈਲੀਫੋਨ ਲਾਈਨ 'ਤੇ ਉਹਨਾਂ ਨੂੰ ਸ਼ਾਮਿਲ ਕੀਤਾ ਹੋਇਆ। ਐਲਸਪੈਥ ਹੇਵਰਥ ਸੈਂਟਰ ਫਾਰ ਵੂਮੈਨ ਇਹਦੇ ਐਗਜ਼ੈਕਟਿਵ ਡਾਇਰੈਕਟਰ ਨੇ। ਇਹਨਾਂ ਨੇ ਬਰੀਫ ਦੇ ਵਿੱਚ ਇਸ ਸੰਬੰਧੀ ਦੱਸਿਆ ਕਿ ਵੀ ਇਹ ਔਰਤਾਂ ਲਈ ਕੰਮ ਕਰਦੇ ਨੇ, ਸੀਨੀਅਰਸ ਲਈ ਕੰਮ ਕਰਦੇ ਨੇ, ਅਤੇ ਹੁਣ ਰੀਸੈਂਟਲੀ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਨੇ ਕਿ ਬੱਚੇ ਜਿਹੜੇ ਖਾਸ ਕਰਕੇ ਇੰਡੀਆ ਤੋਂ ਬੱਚੇ ਆ ਰਹੇ ਆ, ਸਟੂਡੈਂਟਸ ਆ ਰਹੇ, ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਆ, ਸਪੈਸੀਫਿਕਲੀ ਕੁੜੀਆਂ, ਕਹਿੰਦੇ ਕਿ ਉਹਨਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ, ਸੈਕਸ ਟ੍ਰੇਡ ਦੇ ਵਿੱਚ ਧੱਕਿਆ ਜਾ ਰਿਹਾ। ਇਹ ਰਿਪੋਰਟ ਭਾਵੇਂ ਵੱਡੇ ਪੱਧਰ 'ਤੇ ਸਾਹਮਣੇ ਆਈ ਹੈ, ਉਸ ਰਿਪੋਰਟ ਦੇ ਆਉਣ ਤੋਂ ਪਹਿਲਾਂ ਵੀ ਬਹੁਤ ਲੋਕ ਦੱਬੀਆਂ ਜ਼ੁਬਾਨਾਂ ਦੇ ਵਿੱਚ ਇਹ ਗੱਲ ਕਰਦੇ ਸਨ, ਆਪਸ ਦੇ ਵਿੱਚ ਲੋਕ ਗੱਲਬਾਤ ਕਰਦੇ ਸਨ, ਕੁਝ ਓਬਜ਼ਰਵੇਸ਼ਨ ਦੇ ਆਧਾਰ ਦੇ ਉੱਤੇ। ਕਈਆਂ ਨੇ ਕੁਝ ਚੀਜ਼ਾਂ ਐਕਸਪੀਰੀਅੰਸ ਕੀਤੀਆਂ, ਕਈਆਂ ਨੇ ਬੱਚਿਆਂ ਨੂੰ ਅਜਿਹੀਆਂ ਸਥਿਤੀਆਂ ਦੇ ਵਿੱਚ ਦੇਖਿਆ ਹੋਊਗਾ। ਮੈਂ ਸੁੰਦਰ ਸਿੰਘ ਹੁਣਾਂ ਨੂੰ ਹੀ ਪੁੱਛਣਾ ਚਾਹੁੰਦੀ ਹਾਂ। ਸੁੰਦਰ ਸਿੰਘ ਜੀ, ਜਦੋਂ ਇਹ ਤੁਹਾਡੀ ਗੱਲ ਬਾਹਰ ਆਈ, ਇੱਕ ਤਰ੍ਹਾਂ ਵਿਸਲ ਬਲੋਅਰ ਵਾਲਾ ਹਿਸਾਬ ਹੀ ਹੋ ਗਿਆ ਕਿ ਤੁਸੀਂ ਬਾਹਰ ਆ ਕੇ ਇਹ ਗੱਲ ਕੀਤੀ, ਇਹ ਚੀਜ਼ ਹੋ ਰਹੀ ਹੈ, ਕਿਉਂਕਿ ਆਪਣੀ ਜ਼ੁਬਾਨ 'ਤੇ ਓਪਨਲੀ ਇਸ ਚੀਜ਼ ਨੂੰ ਲੈ ਕੇ ਆਉਣਾ ਇਹ ਵੀ ਆਸਾਨ ਨਹੀਂ ਰਿਹਾ ਹੋਊਗਾ। ਤੁਸੀਂ ਉਸ ਤੋਂ ਪਹਿਲਾਂ ਜਿਹੜੇ ਤੁਹਾਡੇ ਤਜਰਬੇ ਹੋਏ ਆ ਜਾਂ ਤੁਹਾਡੀਆਂ ਓਬਜ਼ਰਵੇਸ਼ਨ ਐਕਸਪੀਰੀਐਂਸਿਸ ਕੀ ਰਹੇ ਕਿ ਤੁਹਾਨੂੰ ਇਹ ਗੱਲ ਬਾਹਰ ਆ ਕੇ ਕਰਨੀ ਪਈ?
ਹਾਂਜੀ ਇਨੀਸ਼ੀਅਲੀ ਕੋਈ 7 ਸਾਲ ਪਹਿਲਾਂ ਦੀ ਗੱਲ ਹੋਏਗੀ, ਪੁਲਿਸ ਨੇ ਰਿਪੋਰਟ ਦਿੱਤੀ ਸੀ ਕਿ ਇੱਥੇ ਕਾਫੀ ਬੱਚੇ ਆ ਰਹੇ ਨੇ ਬਾਹਰੋਂ ਇਨ ਵੈਰੀ ਲਾਰਜ ਨੰਬਰਸ, ਤੇ ਲਾਰਜ ਨੰਬਰ ਮੀਨਸ 5 ਲੱਖ ਬੱਚਾ ਇੱਕ ਸਾਲ ਵਿੱਚ ਇੱਥੇ ਆ ਰਿਹਾ। ਸੋ ਪੁਲਿਸ ਨਾਲ ਮੇਰੀ ਗੱਲ ਹੋਈ ਸੀ ਕਿ ਅਗਰ ਬੱਚੇ ਆ ਰਹੇ ਨੇ ਇੱਥੇ, ਪੇਰੈਂਟਸ ਨਹੀਂ ਹਨ ਉਹਨਾਂ ਦੇ, ਰਿਸ਼ਤੇਦਾਰ ਨਹੀਂ ਹਨ, ਇਕੱਲੇ ਆ ਰਹੇ ਨੇ, ਛੋਟੀ ਉਮਰ ਦੇ ਬੱਚੇ ਹਨ, ਤੇ ਇਸ ਤੇ ਬਹੁਤ ਖਤਰਾ ਹੈ ਕਿਉਂਕਿ ਗਵਰਨਮੈਂਟ ਨੂੰ ਕੁਝ ਕਰਨਾ ਪਵੇਗਾ ਕਿਉਂਕਿ ਦੈਟਸ ਅ ਰਿਸਕ ਫॉर ਇਨਕਰੀਜ਼ਡ ਹਿਊਮਨ ਟ੍ਰੈਫਿਕਿੰਗ ਜੀ। ਸੋ ਪੁਲਿਸ ਨੇ ਇਸ ਗੱਲ ਨੂੰ ਐਗਰੀ ਕੀਤਾ ਸੀ ਤੇ ਉਹਨਾਂ ਨੇ ਫਿਰ ਮੈਨੂੰ ਇਨਵਾਈਟ ਕੀਤਾ ਸੀ ਇੱਕ ਕਾਨਫਰੰਸ ਤੇ ਜਾਣ ਵਾਸਤੇ, ਜਿੱਥੇ ਹਿਊਮਨ ਟ੍ਰੈਫਿਕਿੰਗ ਦੇ ਬਾਰੇ ਗੱਲ ਸਾਰਾ ਦਿਨ ਹੋ ਰਹੀ ਸੀ, ਰਿਸਰਚਸ ਹੋ ਰਹੀਆਂ ਸਨ, ਕਿਸ ਤਰ੍ਹਾਂ ਬੱਚਿਆਂ ਨੂੰ ਇੱਥੇ ਕੈਨੇਡਾ ਵਿੱਚ ਲਿਓਰ ਕੀਤਾ ਜਾਂਦਾ, ਅਟਰੈਕਟ ਕੀਤਾ ਜਾਂਦਾ, ਉਹ ਫਸਾਇਆ ਜਾਂਦਾ। ਤੇ ਫਿਰ ਜਦੋਂ ਮੈਂ ਇੱਥੇ ਬਰੈਂਪਟਨ ਗਈ ਹਾਂ, ਕਮਿਊਨਿਟੀ ਦੇ ਮੈਂਬਰਸ ਜਿਹੜੇ ਰੈਜ਼ੀਡੈਂਟਸ ਇਹਨਾਂ ਨਾਲ ਬੈਠ ਕੇ ਗੱਲ ਕੀਤੀ, ਬੱਚਿਆਂ ਨਾਲ ਵੀ ਗੱਲ ਕੀਤੀ, ਤੇ ਬਹੁਤ ਸਾਰੀ ਇਨਫੋਰਮੇਸ਼ਨ ਬਾਹਰ ਨਿਕਲੀ ਕਿ ਕਿਸ ਤਰ੍ਹਾਂ ਐਕਸਪਲੋਇਟ ਕਰਦੇ ਹਨ। ਪੁਲਿਸ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਹੁੰਦਾ ਹੈ, ਪਰ ਇੱਕ ਚੀਜ਼ ਮੈਂ ਨੋਟਿਸ ਕੀਤੀ, ਬੱਚਿਆਂ ਨੇ ਦੱਸਿਆ ਜੀ ਕਿ ਫੋਰ ਐਗਜ਼ਾਮਪਲ ਯੋਰਕ ਯੂਨੀਵਰਸਿਟੀ 'ਚ ਇੱਕ ਬੇਟੀ ਆਈ ਸੀ ਤੇ ਉਸ ਪੁੱਛਿਆ ਮੈਂ ਕਲਾਸ ਵਿੱਚ ਕਿਤਨੇ ਹੈ ਕੁੜੀਆਂ ਜਿਹੜੀਆਂ ਇੰਟਰਨੈਸ਼ਨਲ ਸਟੂਡੈਂਟਸ ਹਨ, ਬੋਲਦੇ 90% ਇੰਟਰਨੈਸ਼ਨਲ ਸਟੂਡੈਂਟਸ ਹਨ। ਤੇ ਕਿ 90% ਵਿੱਚੋਂ ਕਿਤਨੀਆਂ ਕੁੜੀਆਂ ਹੋਣਗੀਆਂ, ਤਾਂ ਬੋਲਦੇ ਹਨ ਕਿ 90 ਵਿੱਚੋਂ 90% ਕੁੜੀਆਂ ਹਨ। ਤੇ ਮੈਂ ਹੈਰਾਨ ਹੋ ਗਈ, ਮੈਂ ਕਿ ਕਿਉਂ ਹੈ ਇਸ ਤਰ੍ਹਾਂ? ਤਾਂ ਬੋਲਦੇ ਕਿ ਜਿਹੜੀ ਕੁੜੀਆਂ ਇੱਥੇ ਆਉਂਦੀਆਂ ਇੰਗਲਿਸ਼ ਦਾ ਟੈਸਟ ਦਿੰਦੀਆਂ ਤੇ ਜ਼ਿਆਦਾਤਰ ਕੁੜੀਆਂ ਪਾਸ ਹੋ ਜਾਂਦੀਆਂ, ਮੁੰਡੇ ਪਾਸ ਨਹੀਂ ਹੁੰਦੇ, ਕਿਉਂਕਿ ਇੱਥੇ ਇੰਡੀਆ ਵਿੱਚ ਮੁੰਡੇ ਜਿਹੜੇ ਹਨ ਉਹ ਜ਼ਿਆਦਾ ਪੜ੍ਹਾਈ ਵਿੱਚ ਪਰਵਾਹ ਨਹੀਂ ਕਰਦੇ ਤੇ ਕੁੜੀਆਂ ਸੀਰੀਅਸਲੀ ਪੜ੍ਹਦੀਆਂ ਤੇ ਇੱਥੇ ਆ ਜਾਂਦੀਆਂ। ਪ੍ਰੋਬਲਮ ਇਹ ਹੁੰਦੀ ਹੈ ਕਿ ਜਿਹੜੇ ਮਿਡਲ ਕਲਾਸ ਦੀ ਫੈਮਲੀਜ਼ ਹਨ, ਕੁੜੀਆਂ ਅਗਰ ਪਾਸ ਹੋ ਜਾਣ, ਉਹਨਾਂ ਨੂੰ ਇੱਥੇ ਵੀਜ਼ਾ ਮਿਲ ਜਾਂਦਾ ਹੈ, ਐਡਮਿਸ਼ਨ ਮਿਲ ਜਾਂਦੀ ਹੈ ਕਾਲਜਿਸ ਜਾਂ ਯੂਨੀਵਰਸਿਟੀ ਵਿੱਚ, ਤੇ ਉਹ ਪੈਸਾ ਨਹੀਂ ਹੋਣ ਕਾਰਨ ਇੱਕ ਤੇ ਪੇਰੈਂਟਸ ਕੀ ਕਰਦੇ ਹਨ ਕਿ ਜ਼ਮੀਨਾਂ ਵੇਚਦੇ ਹਨ, ਜੁਐਲਰੀ ਵੇਚਦੇ ਹਨ, ਤੇ ਕਈ ਉਹ ਨਹੀਂ ਵੀ ਕਰ ਪਾਉਂਦੇ, ਤੇ ਕੁੜੀਆਂ ਫਿਰ ਕੀ ਕਰਦੀਆਂ, ਮੁੰਡੇ ਲੱਭਦੀਆਂ ਜਿਹੜੇ ਫੈਮਲੀਜ਼ ਵਿੱਚ ਮੁੰਡੇ ਹਨ, ਤੇ ਬੋਲਦੇ ਇੱਥੇ ਤੁਹਾਡੇ ਬੇਟੇ ਨਾਲ ਮੈਂ ਸ਼ਾਦੀ ਕਰ ਲਵਾਂਗੇ, ਮਗਰ ਤੁਹਾਡੀ ਕੰਡੀਸ਼ਨ ਹੈ ਕਿ ਤੁਸੀਂ ਮੇਰਾ ਕੈਨੇਡਾ ਆਉਣ ਦਾ ਜਿਹੜਾ ਖਰਚਾ ਉਹ ਪੇ ਕਰੋ ਤੇ ਉੱਥੇ ਮੇਰੇ ਮੰਥਲੀ ਖਰਚੇ ਤੁਸੀਂ ਪੇ ਕਰੋ। ਜਿਹੜੇ ਲਾਲਚ ਵਿੱਚ ਆ ਕੇ ਜਿਹੜੇ ਮੁੰਡੇ ਦੇ ਫੈਮਲੀਜ਼ ਹਨ ਉਹ ਬੋਲਦੇ ਨੇ ਕਿ ਠੀਕ ਹੈ ਬਾਈ ਤੂੰ ਸ਼ਾਦੀ ਕਰ ਲੈ ਤੇ ਅਸੀਂ ਖਰਚਾ ਦੇਣ ਨੂੰ ਤਿਆਰ ਹਾਂ, ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਇਹ ਹੈ ਕਿ ਕੁੜੀ ਨੂੰ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਮਿਲੇਗਾ ਤੇ ਇਸ ਨੂੰ ਬੁਲਾ ਲਏਗੀ ਉੱਥੇ। ਇੱਥੇ ਕੁੜੀਆਂ ਆਉਂਦੀਆਂ ਦੇ ਆਰ ਹੀਅਰ ਇਨ ਲਾਰਜ ਨੰਬਰਸ ਜੀ, ਕਿ ਉਹਨਾਂ ਦਾ ਨੰਬਰ ਹੈ ਇਹ ਮੈਨੂੰ ਪਤਾ ਨਹੀਂ ਹੈ, ਮਗਰ ਜਿਹੜੀ ਕੁੜੀਆਂ ਯੂਨੀਵਰਸਿਟੀ ਜਾਂਦੀਆਂ ਨੇ ਉਹਨਾਂ ਨੇ ਖਬਰ ਦਿੱਤੀ, ਉਹ ਹੱਸ ਕੇ ਦਿੰਦੀਆਂ ਨੇ, ਇਹ ਜਿਹੜਾ ਮੈਸੇਜ ਉਹ ਹੱਸ ਕੇ ਦਿੰਦੀਆਂ ਨੇ, ਬੋਲਦੀਆਂ ਕਿ ਜੇ ਕੁੜੀਆਂ ਇੱਥੇ ਆ ਜਾਂਦੀਆਂ ਸ਼ਾਦੀ ਕਰਕੇ, ਉਹ ਬੋਲਦੀਆਂ ਨੇ ਕਿ ਫੋਰਗੇਟ ਇਟ, ਅਸੀਂ ਨਾ ਮੁੰਡੇ ਨੂੰ ਬੁਲਾਉਣਾ ਹੈ ਤੇ ਨਾ ਮੁੰਡੇ ਦੇ ਫੈਮਲੀ ਨੂੰ, ਬਈ ਕਿਉਂ ਇਸ ਤਰ੍ਹਾਂ ਕਿਉਂ ਕਰਨਾ? ਉਹ ਬੋਲਦੇ ਨੇ ਕਿ ਬਾਈ ਇੱਥੇ ਸੱਸਾਂ ਆ ਜਾਣਗੀਆਂ, ਮੁੰਡੇ ਆ ਜਾਣਗੇ, ਸਾਨੂੰ ਤੰਗ ਕਰਨਗੇ, ਸਾਨੂੰ ਆਜ਼ਾਦੀ ਮਿਲੀ ਹੋਈ ਹੈ ਅਚਾਨਕ, ਅਸੀਂ ਜੋ ਮਰਜ਼ੀ ਕਰਨਾ ਚਾਹੀਏ ਅਸੀਂ ਇੱਥੇ ਕਰ ਸਕਦੇ ਹਾਂ। ਪ੍ਰੋਬਲਮ ਇਹ ਹੁੰਦੀ ਹੈ ਕਿ ਠੀਕ ਹੈ, ਉਹ ਬੋਲਦੇ ਕਿ ਸਾਡੇ ਮਾਸੀਆਂ ਨਾਲ ਭੈਣਾਂ ਨਾਲ ਵੀ ਇਸ ਤਰ੍ਹਾਂ ਹੋਇਆ ਸੀ, ਵੱਡੀ ਵੱਡੀਆਂ ਡਾਊਰੀਜ਼ ਦੇਣੀਆਂ ਪਈਆਂ ਸੀ ਤੇ ਇੱਥੇ ਮੁੰਡੇ ਆ ਜਾਂਦੇ ਸੀ ਕੁੜੀਆਂ ਕੋਲ ਡਾਊਰੀ ਲੈ ਕੇ, ਤੇ ਕੁੜੀਆਂ ਨੂੰ ਬੁਲਾਉਣਾ ਨਹੀਂ ਪੰਜਾਬ ਤੋਂ, ਤੇ ਅਸੀਂ ਵੀ ਉਹੀ ਕਰਾਂਗੇ, ਉਹਨਾਂ ਨੂੰ ਮਜ਼ਾ ਚਖਾਵਾਂਗੇ। ਮਗਰ ਪ੍ਰੋਬਲਮ ਕੀ ਆਉਂਦੀ ਹੈ ਕਿ ਇੱਥੇ ਇਹ ਸਾਰੇ ਬੱਚੇ ਸੋਸ਼ਲ ਮੀਡੀਆ ਵਿੱਚ ਆਪਸ ਵਿੱਚ ਇੱਕ ਦੂਸਰੇ ਨਾਲ ਗੱਲ ਕਰਦੇ ਹਨ, ਹੱਸਦੇ ਹਨ, ਮਜ਼ਾਕ ਕਰਦੇ ਹਨ, ਤੇ ਜਦੋਂ ਇਹਨਾਂ ਦੇ ਲਾਈਫ ਵਿੱਚ ਪ੍ਰੋਬਲਮ ਆਉਂਦੀ ਹੈ ਕੈਨੇਡਾ ਵਿੱਚ, ਫਾਈਨੈਂਸ਼ੀਅਲ ਪ੍ਰੋਬਲਮ ਹੈ, ਡਿਪਰੈਸ਼ਨ ਹੈ, ਲੋਨਲੀਨੈਸ, ਆਈਸੋਲੇਸ਼ਨ, ਫਿਰ ਇਹ ਪੀਅਰ ਸਪੋਰਟ ਦੇਖਦੇ ਹਨ, ਦੇ ਗੋ ਔਨ ਦ ਸੋਸ਼ਲ ਮੀਡੀਆ। ਇਹ ਨਹੀਂ ਪਤਾ ਬੱਚਿਆਂ ਨੂੰ ਕਿ ਸੋਸ਼ਲ ਮੀਡੀਆ ਤੇ ਕੌਣ ਦੇਖ ਰਿਹਾ ਇਹਨਾਂ ਨੂੰ, ਓਕੇ, ਐਂਡ ਜੋ ਪਰਪੀਟ੍ਰੇਟਰਸ ਹਨ ਉਹ ਭਰੇ ਹੋਏ, ਜਿਹੜੇ ਲੋਕ ਬੱਚਿਆਂ ਨੂੰ ਫਸਾਉਂਦੇ ਹਨ ਉਹ ਭਰੇ ਹਨ ਉੱਥੇ, ਓਕੇ। ਸੋ ਫਿਰ ਇਹ ਲਿਓਰ ਕਰਦੇ ਹਨ ਬੱਚਿਆਂ ਨੂੰ ਕਿ ਬਾਈ ਇਹਨਾਂ ਨੂੰ ਪਤਾ ਚੱਲ ਜਾਂਦਾ ਕਿ ਬੱਚੇ ਕਿੱਥੇ ਪੜ੍ਹਦੇ ਪਏ, ਕਿੱਥੇ ਰਹਿ ਰਹੇ ਹਨ, ਕਿਉਂਕਿ ਸੋਸ਼ਲ ਮੀਡੀਆ ਸਾਰੇ ਗੱਲਬਾਤ ਕਰਦੇ ਹਨ, ਤੇ ਫਿਰ ਇਹ ਕੋਸ਼ਿਸ਼ ਕਰਦੇ ਹਨ ਕੁੜੀਆਂ ਨੂੰ ਮਿਲਣ ਵਾਸਤੇ। ਦੈਨ ਦੇ ਟੇਕ ਦੈਮ ਆਊਟ ਫॉर ਅ ਡੇਟ ਵਿੱਚ ਲੈ ਜਾ ਕੇ ਫਿਰ ਇਹਨਾਂ ਨੂੰ ਡਿਨਰ ਵਾਸਤੇ ਲੈ ਜਾਣਾ, ਗਿਫਟਸ ਲੈ ਕੇ ਦੇਣਾ। ਫਿਰ ਜਦੋਂ ਕੁੜੀਆਂ ਬਿਲੀਵ ਕਰਦੀਆਂ ਕਿ ਜੋ ਮੁੰਡਾ ਹੈ ਤੇ ਆਈ ਕੈਨ ਟਰਸਟ ਦਿਸ ਮੈਨ, ਫਿਰ ਉਹ ਆਪਣੇ ਜਿਹੜੇ ਪਾਸਵਰਡ ਐਂਡ ਬੈਂਕਿੰਗ ਇਨਫੋਰਮੇਸ਼ਨ ਸਾਰੀ ਸ਼ੇਅਰ ਕਰ ਲੈਂਦੀਆਂ, ਆਪਣੇ ਪੇਰੈਂਟਸ ਦਾ ਨਾਂ ਦੱਸ ਦਿੰਦੀਆਂ, ਬ੍ਰਦਰਸ ਕੀ ਕਰ ਰਹੇ ਹਨ, ਸਿਸਟਰਸ ਕੀ ਕਰ ਰਹੀਆਂ ਇੰਡੀਆ ਵਿੱਚ, ਤੇ ਸਾਰੀ ਖਬਰ ਜਦੋਂ ਇਸ ਮੁੰਡੇ ਨੂੰ ਮਿਲ ਜਾਂਦੀ ਹੈ
ਫਿਰ ਇਹ ਮੁੰਡਾ ਉਸ ਲੜਕੀ ਨੂੰ ਕੰਪਲੀਟਲੀ ਕੰਟਰੋਲ ਕਰ ਲੈਂਦਾ ਹੈ ਤੇ ਬੋਲਦਾ ਕਿ ਭਾਈ ਮੇਰਾ ਇੱਕ ਦੋਸਤ ਹੈ, ਯਾਰ ਹੈ, ਤੂੰ ਉਸਨੂੰ ਸਰਵ ਕਰਦੇ, ਉਸ ਮੁਸੀਬਤ ਵਿੱਚ ਹੈ, ਉਹਦੀ ਸ਼ਾਦੀ ਖਰਾਬ ਹੋ ਰਹੀ ਹੈ ਤੇ ਤੂੰ ਇਹ ਇੱਕ ਕੰਮ ਕਰਦੇ ਮੇਰੇ ਲਈ, ਫੇਵਰ ਮੰਗਦੇ ਆ। ਹਾਂ, ਫੇਵਰ ਬੋਲਦੇ। ਉਹ ਫਿਰ ਕੁੜੀ ਮਨਾ ਕਰਦੀ ਹੈ ਤੇ ਉਹ ਮੁੰਡਾ ਬੋਲਦਾ ਕਿ ਦੇਖ ਮੈਂ ਤੇਰੇ ਲਈ ਸਭ ਕੁਛ ਕੀਤਾ ਹੈ, ਤੇ ਉਹ ਕੀ ਹੁੰਦਾ ਕਿ ਜੋ ਕੁੜੀ ਹੈ ਸ਼ੀ ਬਿਕਮਸ ਇੰਡੈਟਡ, ਉਸਦੇ ਉੱਪਰ ਇੱਕ ਬੜਾ ਵੱਡਾ ਕਰਜ਼ ਬਣ ਜਾਂਦਾ ਹੈ, ਅਹਿਸਾਨ ਹੋ ਗਿਆ ਇਹ ਬਹੁਤ ਵੱਡਾ। ਤੇ ਉਹ ਫਿਰ ਉਹ ਬੋਲਦਾ ਕਿ ਤੁਹਾਨੂੰ ਕਰਨਾ ਹੀ ਪਏਗਾ। ਉਹ ਫਿਰ ਬੋਲਦੀ ਨਹੀਂ ਮੈਂ ਨਹੀਂ ਕਰਨਾ। ਉਹ ਬੋਲਦਾ ਕਿ ਠੀਕ ਹੈ ਤੂੰ ਨਾ ਕਰ, ਪਰ ਜੇ ਤੇਰੀ ਫੋਟੋਆਂ ਹੈ, ਤੇਰੀ ਜਿਹੜੀ ਵੀਡੀਓ ਬਣੀ ਹੈ ਬਗੈਰ ਕੱਪੜਿਆਂ ਦੀਆਂ, ਉਹ ਮੈਂ ਤੇਰੇ ਪੇਰੈਂਟਸ ਨੂੰ ਭੇਜ ਰਿਹਾ। ਤੇ ਉਹ ਫਿਰ ਕੁੜੀ ਇੱਕਦਮ ਘਬਰਾ ਜਾਂਦੀ ਹੈ। ਉਹ ਬੋਲਦੀ, ਉਹ ਆਦਮੀ ਬੋਲਦਾ ਹੈ ਕਿ ਮੈਂ ਤੈਨੂੰ ਸੋਸ਼ਲ ਮੀਡੀਆ ਤੇ ਪਾ ਦਾਂਗਾ, ਯੂ ਕੈਨ ਨੈਵਰ ਹੈਵ ਅ ਸਾਊਂਡ ਗੁੱਡ ਰਿਲੇਸ਼ਨਸ਼ਿਪ ਵਿਦ ਐਨੀਬਡੀ, ਨਾ ਤੇ ਤੇਰੀ ਸ਼ਾਦੀ ਹੋ ਸਕਦੀ ਹੈ। ਉਹ ਕੁੜੀ ਵਿੱਚ ਫਸ ਜਾਂਦੀ ਹੈ। ਉਸਨੂੰ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਕਿ ਪੁਲਿਸ ਨੂੰ ਜਾ ਕੇ ਇਨਫੋਰਮ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਕੋਈ ਕਮਿਊਨਿਟੀ ਸੈਂਟਰ ਹੈ ਜੋ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਹਨ ਕੁੜੀਆਂ ਲਈ, ਔਰਤਾਂ ਲਈ, ਉੱਥੇ ਜਾਣਾ ਚਾਹੀਦਾ ਕਿ ਬਈ ਮੈਂ ਫਸ ਗਈ ਹਾਂ ਇੱਥੇ, ਮੈਨੂੰ ਹੈਲਪ ਚਾਹੀਦੀ, ਤੇ ਇਮੀਡੀਏਟਲੀ ਹੈਲਪ ਮਿਲ ਜਾਂਦੀ। ਪਰ ਉਹ ਕੁੜੀ ਡਰ ਜਾਂਦੀ ਕਿ ਮੈਨੂੰ ਰਿਪੋਰਟ ਕਰ ਦੇਣਗੇ, ਮੈਂ ਰਿਪੋਰਟ ਕਰਾਂਗੀ ਤੇ ਮੇਰੇ ਨਾਲ ਕੀ ਹੋ ਰਿਹਾ। ਤੇ ਉਹ ਘਬਰਾ ਕੇ, ਕਨਫਿਊਜ਼ ਹੋ ਕੇ, ਉਸ ਮੁੰਡੇ ਦੇ ਗੱਲਾਂ ਵਿੱਚ ਫਸ ਕੇ, ਬਲੈਕਮੇਲਿੰਗ ਵਿੱਚ ਫਸ ਕੇ, ਉਹ ਫਿਰ ਬੋਲਦੀ ਠੀਕ ਹੈ ਮੈਂ ਫੇਵਰ ਕਰਦੀ ਹਾਂ। ਇੱਕ ਵਾਰ ਫੇਵਰ ਕਰਦੀ ਹੈ, ਉਸ ਤੋਂ ਬਾਅਦ ਉਹ ਫਸ ਜਾਂਦੀ ਹੈ, ਫਿਰ ਉਸ ਨਾਲ ਨਿਕਲਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਇਹੋ ਜਿਹੀਆਂ ਕਹਾਣੀਆਂ ਤੁਹਾਡੇ ਤੱਕ ਜਿਹੜੀਆਂ ਪਹੁੰਚੀਆਂ ਨੇ, ਇਹ ਕੋਈ ਆਈਡੀਆ ਕਿ ਕਿੰਨੀ ਕੁ ਗਿਣਤੀ ਹੈਗੀ ਆ ਜਿਹੜੀਆਂ ਇਸ ਤਰੀਕੇ ਦੇ ਨਾਲ ਕੁੜੀਆਂ ਫਸੀਆਂ ਨੇ ਤਾਂ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਨਿਕਲਣਾ ਔਖਾ ਹੋ ਰਿਹਾ? ਕੋਈ ਤੁਹਾਡੀ ਸਿੱਧੀ ਗੱਲਬਾਤ ਵੀ ਹੋਈ ਕਿਸੇ ਦੇ ਨਾਲ? ਪੁਲਿਸ ਦੇ ਨਾਲ ਸਿੱਧੀ ਗੱਲ ਹੋਈ ਸੀ, ਗਵਰਨਮੈਂਟ ਦੇ ਨਾਲ ਸਿੱਧੀ ਗੱਲ ਹੋਈ ਸੀ। ਅੱਛਾ। ਤੇ ਨਿਊਜ਼ ਵਿੱਚ ਅਸੀਂ ਪੜ੍ਹਦੇ ਰਹਿੰਦੇ ਆ, ਮਗਰ ਨਾ ਪੁਲਿਸ ਕੋਲ ਸਟੈਟਿਸਟਿਕਸ ਹੈ, ਨਾ ਗਵਰਨਮੈਂਟ ਕੋਲ ਸਟੈਟਿਸਟਿਕਸ ਹਨ। ਤੇ ਸਾਡੇ ਸਟਾਫ ਨੂੰ, ਮੈਨੂੰ ਇਸ ਗੱਲ ਦੀ ਟ੍ਰੇਨਿੰਗ ਮਿਲੀ ਹੋਈ ਹੈ ਪੂਰੀ। ਅਸੀਂ ਪੂਰੀ ਹਿਸਟਰੀ ਜਾਣਦੇ ਹਾਂ ਕਿ ਕਿਸ ਤਰ੍ਹਾਂ ਹਿਊਮਨ ਟ੍ਰੈਫਿਕਿੰਗ ਚਾਲੂ ਹੋਇਆ, ਜਦੋਂ ਕੋਲੋਨਾਈਜ਼ੇਸ਼ਨ ਹੁੰਦੀ ਸੀ ਉਸ ਟਾਈਮ ਦਾ ਚੱਲ ਰਿਹਾ। ਪਰ ਅਸੀਂ ਪੁੱਛਦੇ ਰਹਿੰਦੇ ਹਾਂ ਕਿ ਕੋਈ ਤਾਂ ਸਟੈਟਿਸਟਿਕਸ ਮਿਲੇ, 10 ਸਾਲ ਪਹਿਲਾਂ ਕੀ ਸੀ, ਹੁਣ ਕੀ ਹੈ, ਹਿਊਮਨ ਟ੍ਰੈਫਿਕਿੰਗ ਕਿਤਨੀ ਵਧੀ ਹੈ। ਕਿਸੇ ਕੋਲ ਇਹ ਇਨਫੋਰਮੇਸ਼ਨ ਹੈ ਨਹੀਂ ਹੈ। ਤੇ ਪੁੱਛਿਆ ਕਿਉਂ ਨਹੀਂ ਹੈ ਬਈ? ਉਹ ਬੋਲਦੇ ਨੇ ਕਿ ਜਿਹੜੇ ਆਪਣੇ ਕੁੜੀਆਂ ਨੂੰ ਉਹ ਗੱਲ ਹੀ ਨਹੀਂ ਕਰਦੀਆਂ ਇਸ ਦੇ ਬਾਰੇ। they don't even talk. ਪੁਲਿਸ ਫਰਸਟ੍ਰੇਟਡ ਹੈ, ਗਵਰਨਮੈਂਟ ਫਰਸਟ੍ਰੇਟਡ ਹੈ। ਸੋ ਸਾਡਾ ਜਿਹੜਾ ਜੌਬ ਹੈ is to create awareness. That's all we can do. ਜਿਹੜੀਆਂ ਕੁੜੀਆਂ ਅਗਰ ਬਚ ਸਕਦੀਆਂ, ਅਗਰ ਇੱਕ ਵੀ ਬਚ ਜਾਏ ਤਾਂ ਬਹੁਤ ਵੱਡੀ ਗੱਲ ਹੈ ਸਾਡੇ ਲਈ ਕਿ ਕਿਸੇ ਦੀ ਜ਼ਿੰਦਗੀ ਬਚ ਗਈ ਹੈ। ਕਿਉਂਕਿ ਇੱਕ ਵਾਰ ਤੁਸੀਂ ਹਿਊਮਨ ਟ੍ਰੈਫਿਕਿੰਗ ਜਾਂ ਸੈਕਸ ਟ੍ਰੇਡ ਫਸ ਜਾਂਦੇ ਹੋ, ਤੁਹਾਡੀ ਪੜ੍ਹਾਈ ਤੇ ਗਈ, ਤੇ 10 ਸਾਲਾਂ ਬਾਅਦ ਤੁਹਾਡੀ ਮਿਹਨਤ ਤੇ ਹੋਏਗੀ ਨਹੀਂ। ਉਸ ਤੋਂ ਬਾਅਦ ਯੂ ਸਡਨਲੀ ਰੀਅਲਾਈਜ਼ ਕਿ ਤੁਹਾਡੇ ਕੋਲ ਸਕਿੱਲਸ ਹੈ ਹੀ ਨਹੀਂ ਹੈ। ਤੁਸੀਂ ਜਿੱਥੇ ਵੀ ਜੌਬ ਕਰੋਗੇ ਮਿਨੀਮਮ ਵੇਜ ਦੀ ਜੌਬ ਮਿਲੇਗੀ। ਜੋ ਤੁਹਾਡੇ 5 ਸਾਲ ਮਿਹਨਤ ਵਿੱਚ ਲਗਾਉਣੇ ਸੀ, ਪੜ੍ਹਾਈ ਕਰਨੀ ਸੀ, ਕੰਮ ਕਰਨਾ ਸੀ, ਇੱਥੇ ਸੈਟਲ ਹੋਣਾ ਸੀ, ਤੇ 5 ਸਾਲਾਂ ਬਾਅਦ ਯੂ ਹੈਵ ਅ ਗੁੱਡ ਜੌਬ, ਯੂ ਕੈਨ ਡਰੀਮ ਅਬਾਊਟ ਕਿ ਸਾਡਾ ਘਰ ਹੋਏ, ਸਾਡੀ ਗੱਡੀ ਹੋਏ, ਉਹ ਸਾਰਾ ਖਤਮ ਹੋ ਜਾਂਦਾ ਹੈ। ਕਿਉਂਕਿ ਤੁਸੀਂ ਅਚਾਨਕ ਇਤਨਾ ਢੇਰ ਸਾਰਾ ਤੁਹਾਨੂੰ ਲੱਗਦਾ ਕਿ ਪੈਸਾ ਕਾਫੀ ਆ ਗਿਆ, ਇਸ ਕਰਕੇ ਇਹ ਅਸੀਂ ਧੰਦਾ ਕਰਨਾ ਹੈ। ਪਰ ਉਹ ਜਿਹੜਾ ਪੈਸਾ ਹੈ ਉਹ ਟੈਂਪਰਰੀ ਹੁੰਦਾ ਹੈ, ਉਹ ਲਾਸਟ ਨਹੀਂ ਕਰਦਾ। ਅਗਰ ਹਿਊਮਨ ਟ੍ਰੈਫਿਕਿੰਗ ਵਿੱਚ ਫਸ ਜਾਓ ਫਿਰ ਤੁਹਾਨੂੰ ਪੈਸਾ ਮਿਲਦਾ ਹੀ ਨਹੀਂ ਹੈ। ਥੋੜਾ ਜਿਹਾ ਮੈਂ ਇੱਥੇ ਤੁਹਾਨੂੰ ਰੋਕੂੰਗੀ, 1-2 ਸਵਾਲ ਮੇਰੇ ਹੋਰ ਨੇ, ਉਸ ਤੋਂ ਬਾਅਦ ਮੈਂ ਸਾਡੇ ਲਿਸਨਰਸ ਜਿਹੜੇ ਗੱਲ ਕਰਨਾ ਚਾਹੁੰਦੇ ਉਹ ਵੀ ਗੱਲ ਕਰ ਸਕਣਗੇ। 6042040600 604-204-0600। ਸੁੰਦਰ ਸਿੰਘ ਸਾਡੇ ਨਾਲ ਨੇ। ਮੈਂ ਆਪਣੇ ਸੁਣਨ ਵਾਲਿਆਂ ਨੂੰ ਕਹੂੰਗੀ ਕਿ ਤੁਹਾਡੇ ਮਨ ਦੇ ਵਿੱਚ ਕੋਈ ਗੱਲਬਾਤ ਹੈਗੀ ਹੈ, ਤੁਸੀਂ ਸਵਾਲ ਇਹਨਾਂ ਕੋਲੋਂ ਕਰਨਾ ਚਾਹੁੰਦੇ ਹੋ, ਜ਼ਰੂਰ ਤੁਸੀਂ ਕਰ ਸਕਦੇ ਹੋ। ਅੱਛਾ, ਹੁਣ ਇਹ ਖਬਰ ਕਾਫੀ ਵੱਡੇ ਪੱਧਰ ਦੇ ਉੱਤੇ ਸਰਕੂਲੇਟ ਹੋਈ ਹੈ ਜਦੋਂ ਤੁਸੀਂ ਇਸ ਬਾਰੇ ਇਹ ਗੱਲ ਓਪਨਲੀ ਕਰਨੀ ਸ਼ੁਰੂ ਕੀਤੀ ਹੈ। ਰਿਐਕਸ਼ਨਸ ਬਹੁਤ ਤਰ੍ਹਾਂ ਦੇ ਆਏ ਆ ਵੀ ਇਹ ਰਿਪੋਰਟ ਦੇ ਵਿੱਚ ਸੱਚ ਕੀ ਹੋਊਗਾ, ਝੂਠ ਕੀ ਹੋਊਗਾ, ਇਹ ਚੀਜ਼ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਡਿਨਾਇਲ ਦੇ ਵਿੱਚ ਨੇ ਕਈ ਲੋਕ। ਕਈਆਂ ਨੇ ਇਹ ਲੱਗਾ ਕਿ ਇਹ ਜਨਰਲਾਈਜ਼ੇਸ਼ਨਸ ਡਰਾ ਕੀਤੀਆਂ ਜਾ ਰਹੀਆਂ ਨੇ, ਇਹ ਤਾਂ ਇੰਟਰਨੈਸ਼ਨਲ ਕੁੜੀਆਂ ਦੇ ਉੱਤੇ ਸਿੱਧੀ ਉਂਗਲੀ ਉਠਾਈ ਜਾ ਰਹੀ ਹੈ। ਇਸ ਤਰ੍ਹਾਂ ਦੇ ਜਿਹੜੇ ਰਿਸਪੌਂਸਿਸ ਨੇ ਜਾਂ ਰਿਐਕਸ਼ਨਸ ਨੇ, ਹੁਣ ਉਹ ਕੁੜੀਆਂ ਜਿਹੜੀਆਂ ਠੀਕ ਠਾਕ ਆਪਣੀ ਲਾਈਫ ਦੇ ਵਿੱਚ ਕੰਮ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ, ਉਹਨਾਂ ਦਾ ਵੀ ਜ਼ਰੂਰ ਕੋਈ ਨਾ ਕੋਈ ਨਜ਼ਰੀਆ ਹੋਊਗਾ ਕਿ ਵੀ ਇਹ ਸਾਨੂੰ ਸ਼ਾਇਦ ਵਿੱਚ ਹੀ ਲਪੇਟਿਆ ਜਾ ਰਿਹਾ ਹੈ। ਇੱਥੇ ਵੀ ਕੁਝ ਇਹੋ ਜਿਹੀ ਤੁਹਾਡੇ ਵਾਲੀ ਰਿਪੋਰਟ ਦੇ ਵਿੱਚ ਵੀ ਸੀ ਕਿ ਕੁਝ ਅਬੋਰਸ਼ਨਸ ਦੀ ਜਿਹੜੀ ਗਿਣਤੀ ਆ ਉਹ ਵੀ ਵੱਧ ਰਹੀ ਹੈ। ਸਰੀ ਦੇ ਵਿੱਚ ਵੀ ਗੱਲ ਚੱਲੀ ਸੀ ਇਸ ਤਰ੍ਹਾਂ ਦੀ ਕੁਝ ਸਮਾਂ ਪਹਿਲਾਂ।
ਬੇਸ਼ੱਕ ਉਹ ਕੋਈ ਸਪੈਸੀਫਿਕ ਉਹ ਵੀ ਰਿਪੋਰਟ ਨਹੀਂ ਸੀ। ਤੁਸੀਂ ਵੀ ਇਹ ਗੱਲ ਕਹਿਤੀ, ਪੁਲਿਸ ਵੀ ਚੁੱਪ ਆ, ਗਵਰਨਮੈਂਟ ਵੀ ਚੁੱਪ ਆ, ਅਤੇ ਕੁੜੀਆਂ ਵੀ ਗੱਲ ਨਹੀਂ ਕਰਨਾ ਚਾਹੁੰਦੀਆਂ। ਹੁਣ ਇਸ ਸਾਰੇ ਵਰਤਾਰੇ ਨੂੰ ਕੀ ਸਮਝੀਏ ਅਸੀਂ ਕਿ ਵੀ ਅਸੀਂ ਕਰ ਕੀ ਰਹੇ ਹਾਂ ਅਤੇ ਅਸੀਂ ਕੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕੀ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ? ਜੇ ਡਿਨਾਇਲ ਹੈ ਨਾ ਨਵਜੋਤ, ਤੇ ਵੀ ਆਲ ਹੈਵ ਅ ਚੋਇਸ। ਇਹ ਸਾਡੀ ਆਪਣੀ ਚੋਇਸ ਹੈ। ਅਸੀਂ ਇਸ ਨੂੰ ਐਕਸੈਪਟ ਕਰੀਏ ਤੇ ਜਿਹੜੇ ਬੱਚੇ ਇੱਥੇ ਆ ਰਹੇ ਉਹਨਾਂ ਨੂੰ ਅਸੀਂ ਆਪਣੇ ਵਿੰਗਸ ਦੇ ਅੰਦਰ ਰੱਖ ਕੇ ਇਹਨਾਂ ਦਾ ਖਿਆਲ ਰੱਖੀਏ, ਇਹਨਾਂ ਨੂੰ ਅਸੀਂ ਪ੍ਰੋਟੈਕਟ ਕਰੀਏ। ਅਗਰ ਕੋਈ ਬਿਜ਼ਨਸਮੈਨ ਹੈ ਜਾਂ ਲੈਂਡਲੋਰਡ ਹੈ ਜਾਂ ਕੋਈ ਵੀ ਹੈ ਜੋ ਬੱਚਿਆਂ ਨੂੰ ਐਕਸਪਲੋਇਟ ਕਰ ਰਿਹਾ, ਉਹਨਾਂ ਨੂੰ ਅਸੀਂ ਐਕਸਪੋਜ਼ ਕਰੀਏ। ਓਕੇ, ਤੇ ਬੱਚਿਆਂ ਨੂੰ ਅਸੀਂ ਪ੍ਰੋਟੈਕਟ ਕਰੀਏ। ਮੁੰਡੇ ਹਨ ਜਾਂ ਕੁੜੀਆਂ ਹਨ, ਉਹਨਾਂ ਨੂੰ ਸਾਡਾ ਕੰਮ ਹੈ ਉਹਨਾਂ ਨੂੰ ਸਪੋਰਟ ਕਰਨਾ, ਉਹਨਾਂ ਨੂੰ ਦੱਸਣਾ ਕਿ ਇੱਥੇ ਸੈਂਟਰਸ ਹਨ, ਇੱਥੇ ਗੁਰਦੁਆਰੇ ਹਨ ਜਿੱਥੇ ਆਪਣੀ ਜਿਹੜੀ ਸੰਗਤਾਂ ਹਨ ਜਿੱਥੇ ਪੁਰਾਣੀਆਂ ਆਈਆਂ ਹੋਈਆਂ, ਉਹ ਪੇਰੈਂਟ ਫਿਗਰ ਬਣਨ ਤੇ ਉਹਨਾਂ ਨੂੰ ਹੈਲਪ ਕਰਨ, ਅੱਛੀ ਤਰ੍ਹਾਂ ਗਾਈਡੈਂਸ ਦੇਣ ਕਿ ਇੱਥੇ ਪੜ੍ਹਾਈ ਕਰਨੀ ਬੜੀ ਜ਼ਰੂਰੀ ਹੈ, ਇੱਥੇ ਕੰਮ ਕਰਨਾ ਜ਼ਰੂਰੀ ਹੈ। ਯੂ ਹੈਵ ਟੂ ਗੈਟ familiar with the Canadian environment ਤਾਕਿ ਜਦੋਂ ਤੁਸੀਂ permanent resident status ਵਾਸਤੇ ਅਪਲਾਈ ਕਰਦੇ ਹੋ ਤੁਹਾਨੂੰ ਇੱਥੇ ਸੈਟਲ ਹੋਣ ਵਾਸਤੇ ਤੁਹਾਨੂੰ ਕੋਈ ਮੁਸ਼ਕਿਲ ਨਹੀਂ ਹੋਏਗੀ। ਤੇ ਟ੍ਰੇਡ ਸਕਿੱਲਸ ਨਵਜੋਤ ਇੱਥੇ ਕੈਨੇਡਾ ਵਿੱਚ ਬੜਾ ਜ਼ਰੂਰੀ ਹੈ। ਇੱਥੇ ਇਤਨੀ ਡਿਮਾਂਡ ਹੈ ਟ੍ਰੇਡ ਸਕਿੱਲਸ ਦੀ ਕਿ ਇੱਥੇ ਟੋਰਾਂਟੋ ਵਿੱਚ 400 ਕਾਰਪੈਂਟਰਸ ਚਾਹੀਦੇ ਸੀ ਕੁਝ ਸਾਲ ਪਹਿਲਾਂ, 2 ਸਾਲ ਪਹਿਲਾਂ। ਓਕੇ, ਤੇ ਉਹਨਾਂ ਨੂੰ ਕਾਰਪੈਂਟਰਸ ਹੀ ਨਹੀਂ ਮਿਲ ਰਹੇ ਸੀ। they could only find 200 carpenters। ਅਗਰ ਕੋਈ ਕਾਰਪੈਂਟਰ ਬਣ ਜਾਏ, they are professionals, they are earning $40-50 an hour ਸਿਰਫ ਕੰਮ ਕਰਨ ਵਾਸਤੇ। ਅਗਰ ਤੁਸੀਂ ਮਾਸਟਰ ਕਾਰਪੈਂਟਰ ਬਣ ਜਾਓ, you can start your own business, you can become a contractor, you can be part of the building industry। ਤੇ ਜੋ ਟ੍ਰੇਡਸ ਅਸੀਂ ਫਿਰ ਬੱਚਿਆਂ ਨਾਲ ਜਦੋਂ ਗੱਲ ਕਰਦੇ ਹਾਂ, ਫਰਸਟ ਥਿੰਗ ਵੀ ਡੂ ਇਜ਼ ਵੀ ਐਕਸਪਲੇਨ ਟੂ ਦੈਮ ਕਿ ਤੁਹਾਨੂੰ ਪਤਾ ਵੀ ਹੈ ਕਿ ਕੈਨੇਡਾ ਵਿੱਚ ਟ੍ਰੇਡ ਸਕਿੱਲਸ ਦੀ ਕਿੰਨੀ ਡਿਮਾਂਡ ਹੈ। ਤੁਸੀਂ ਡਾਕਟਰ ਨਹੀਂ ਬਣ ਸਕਦੇ, ਤੁਸੀਂ ਲਾਇਰ ਨਹੀਂ ਬਣ ਸਕਦੇ, ਤੁਸੀਂ IT ਪ੍ਰੋਫੈਸ਼ਨਲ ਨਹੀਂ ਬਣ ਸਕਦੇ, ਤੁਸੀਂ ਅਕਾਊਂਟੈਂਟ ਨਹੀਂ ਬਣ ਸਕਦੇ, ਕਿਉਂਕਿ ਤੁਹਾਡੇ ਕਰਨ ਵਾਸਤੇ ਤੁਹਾਨੂੰ ਕਿਤਨੇ ਸਾਲ ਚਾਹੀਦੇ ਔਰ ਪੈਸੇ ਚਾਹੀਦੇ। ਇੱਕ ਕੋਰਸ ਲਾਉਣ ਵਾਸਤੇ ਤੁਹਾਨੂੰ ਤਾਂ ਹਜ਼ਾਰਾਂ ਖਰਚ ਕਰਨੇ ਪੈਣਗੇ। ਮਗਰ ਟ੍ਰੇਡ ਸਕਿੱਲ ਦੀ ਜੋ ਅਪ੍ਰੈਂਟਿਸਸ਼ਿਪ ਹੈ ਉਹ ਫ੍ਰੀ ਹੈ। ਤੁਸੀਂ ਕੰਮ ਕਰਦੇ ਹੋ, ਤੁਹਾਨੂੰ ਪੈਸਾ ਮਿਲਦਾ ਹੈ $21 ਤੋਂ ਲੈ ਕੇ $26 ਘੰਟੇ ਦਾ ਟੂ ਡੂ ਅਪ੍ਰੈਂਟਿਸਸ਼ਿਪ ਸਿੱਖਣ ਵਾਸਤੇ। ਫਿਰ 2 ਮਹੀਨੇ ਲੱਗਦੇ ਹਨ ਟ੍ਰੇਨਿੰਗ ਦੇ, ਜਿਸ ਵਕਤ ਤੁਹਾਨੂੰ ਪੈਸੇ ਨਹੀਂ ਦਿੰਦੇ ਹਨ, ਸੋ ਤੁਹਾਨੂੰ ਪੈਸੇ ਜੋੜਨੇ ਪੈਂਦੇ ਹਨ ਉਹ 2 ਮਹੀਨੇ। ਓਕੇ, 5 ਸਾਲ ਦੇ ਅੰਦਰ ਅੰਦਰ ਕਈ ਟ੍ਰੇਡ ਸਕਿੱਲਸ ਹਨ ਜੋ ਤੁਹਾਨੂੰ ਰੈੱਡ ਸੀਲ ਮਿਲ ਜਾਂਦੀ ਹੈ। ਇੱਕ ਵਾਰ ਤੁਹਾਨੂੰ ਰੈੱਡ ਸੀਲ ਮਿਲ ਜਾਏ, ਯੂ ਕੈਨ ਵਰਕ ਐਨੀਵੇਅਰ ਇਨ ਕੈਨੇਡਾ। ਰੈੱਡ ਸੀਲ ਮਿਲ ਜਾਏ, ਤੁਸੀਂ you can make $40-50 an hour, and that's only the 5th year। ਉਸ ਤੋਂ ਬਾਅਦ ਤੁਹਾਡੇ you can become professional, 100,000 ਤੁਸੀਂ ਆਸਾਨੀ ਨਾਲ ਬਣਾ ਲੈਂਦੇ ਹੋ। ਓਕੇ, ਅੱਜ ਹੀ ਮੇਰੀ ਗੱਲ ਹੋ ਰਹੀ ਸੀ ਐਗਜ਼ੀਕਿਊਟਿਵ ਡਾਇਰੈਕਟਰ ਐਟ ਟੋਰਾਂਟੋ ਕਮਿਊਨਿਟੀ ਬੈਨੀਫਿਟਸ ਨੈਟਵਰਕ ਨਾਲ, ਤੇ ਉਹ ਸਟੈਪ ਬਾਈ ਸਟੈਪ ਮੈਂ ਸਮਝਣ ਦੀ ਕੋਸ਼ਿਸ਼ ਕਰ ਰਹੀ ਸਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਟ੍ਰੇਡ ਸਕਿੱਲ ਵਿੱਚ ਲਗਾਈਏ। ਇਹ ਪਰਫੈਕਟ ਓਪਰਚੁਨਿਟੀ ਹੈ ਆਪਣੇ ਪੰਜਾਬੀ ਬੱਚਿਆਂ ਲਈ ਜਾਂ ਬੱਚੇ ਜਿਹੜੇ ਸਾਰੇ ਹਿੰਦੁਸਤਾਨ ਤੋਂ ਆਉਂਦੇ ਹਨ, ਕਿ ਇੱਥੇ ਦੀ ਜਿਹੜੀ ਕਮਜ਼ੋਰੀ ਹੈ ਕੈਨੇਡਾ ਦੀ, ਜਿੱਥੇ ਟ੍ਰੇਡ ਸਕਿੱਲ ਦੀ ਬਹੁਤ ਘਾਟਾ ਹੈ ਇੱਥੇ, ਉਹ ਅਗਰ ਅਸੀਂ ਮੋਨੋਪੋਲਾਈਜ਼ ਕਰ ਲਈਏ, ਆਪਣੀ ਟ੍ਰੇਨਿੰਗ ਕਰਕੇ ਪ੍ਰੋਫੈਸ਼ਨਲ ਬਣ ਜਾਈਏ, ਤੇ ਸਾਡੀ ਜਿਹੜੀ ਰੈਪੂਟੇਸ਼ਨ ਹੈ ਇੱਥੇ ਰਹਿਣ ਦੀ, ਜਿਹੜੀ ਅਸੀਂ ਕੰਟਰੀਬਿਊਸ਼ਨ ਕਰਦੇ ਹਾਂ ਸੁਸਾਇਟੀ ਨੂੰ, ਉਹ ਇਤਨੀ ਵੱਧ ਜਾਏ, we can earn respect। ਮਗਰ ਹਿਊਮਨ ਟ੍ਰੈਫਿਕਿੰਗ ਵਿੱਚ ਜਾਣ ਵਾਸਤੇ ਜਾਂ ਸੈਕਸ ਟ੍ਰੇਡ ਵਿੱਚ ਜਾਣ ਵਿੱਚ ਤੁਹਾਨੂੰ ਕੋਈ ਸਟੇਬਿਲਿਟੀ ਨਹੀਂ ਮਿਲਦੀ ਹੈ, ਸੋਸਾਇਟਲ एक्नॉलेजमेंट नहीं मिलता है। पर अगर तुसी 5 साल मेहनत करो, ठीक है, जितने लोग इत्थे आंदे, हर एक इंसान जो सेटल करदा है इत्थे, जो 50 साल पहला आया है, जो 20 साल पहला आया है, ਸਾਰਿਆਂ ਨੂੰ ਮਿਹਨਤ ਕਰਨੀ ਪੈਂਦੀ ਹੈ। ਪਰ ਪਤਾ ਕੀ ਗੱਲ ਹੈ, ਇੱਕ ਕਾਹਲ ਆ ਸਾਡੀ, ਇੱਕ ਜਿਹੜਾ ਇਸ ਜਨਰੇਸ਼ਨ ਦੇ ਵਿੱਚ ਆਪਾਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਜਿਹੜਾ ਸਪੀਡ ਬਹੁਤ ਵੱਡਾ ਫੈਕਟਰ ਹੋ ਗਿਆ। ਅਸੀਂ ਹਰ ਇੱਕ ਚੀਜ਼ ਕਾਹਲੀ ਦੇ ਵਿੱਚ ਕਰਨਾ ਚਾਹੁੰਦੇ ਹਾਂ। ਸੁੰਦਰ ਸਿੰਘ ਜੀ, ਤੁਹਾਡੀ ਇਸ ਰਿਪੋਰਟ ਆਉਣ ਤੋਂ ਬਾਅਦ ਕੋਈ ਕੁੜੀਆਂ ਨੇ ਤੁਹਾਨੂੰ ਕੰਟੈਕਟ ਵੀ ਕੀਤਾ? ਬਿਕੋਜ਼ ਤੁਸੀਂ ਅਵੇਅਰਨੈਸ ਦਾ ਕੰਮ ਕਰਦੇ ਹੋ, ਯਕੀਨਨ ਤੌਰ 'ਤੇ ਜੇ ਕੋਈ ਸਪੋਰਟ ਲਈ ਆਊਗਾ, ਜਿਹਨੂੰ ਇਹ ਲੱਗਾ ਹੋਊਗਾ ਕਿ ਵੀ ਹਾਂ ਹੌਸਲਾ ਕਰਨਾ ਚਾਹੀਦਾ, ਮੈਨੂੰ ਵਾਪਸੀ ਚਾਹੀਦੀ ਹੈ, ਇਹ ਆਸਾਨ ਕੰਮ ਨਹੀਂ ਹੈ।
ਕੀ ਉਸ ਤੋਂ ਬਾਅਦ ਕੋਈ ਕੁੜੀਆਂ ਤੁਹਾਡੇ ਸਾਹਮਣੇ ਆਈਆਂ ਵੀ ਹੈ ਜਿਨ੍ਹਾਂ ਨੇ ਵਾਪਸ ਆਉਣ ਦੇ ਲਈ ਕੰਟੈਕਟ ਕੀਤਾ ਹੋਵੇ ਕਿ ਅਸੀਂ ਇਸ ਚੀਜ਼ 'ਚੋਂ ਨਿਕਲਣਾ ਚਾਹੁੰਦੀਆਂ? ਮੇਰੇ ਕੋਲ ਕੇਸਿਸ ਕਾਫੀ ਸਾਰੇ ਆਏ ਸੀ, ਕਾਉਂਸਲ ਜਨਰਲ ਤੋਂ ਵੀ ਆਏ ਸੀ, ਕੁਝ ਰਿਫਰਲ ਪੁਲਿਸ ਨੇ ਵੀ ਕੀਤੇ ਸੀ। ਉਹ ਕੇਸਿਸ ਦੇ ਵਰ ਹੌਰੈਂਡਸ, ਦੇ ਵਰ ਬੈਡ ਕੇਸਿਸ। ਤੇ ਇੱਕ ਕੇਸ ਵਿੱਚ ਤੇ ਇੱਕ ਲੜਕੀ ਉਸਨੇ ਆਪਣਾ ਪਾਸਵਰਡ ਦੇ ਦਿੱਤਾ ਮੁੰਡੇ ਨੂੰ, ਬॉयफ्रेंड, ਤੇ ਉਹ ਉਸਨੂੰ ਸਾਰੇ ਪੈਸੇ ਨਿਕਾਲ ਦਿੱਤੇ। ਉਸਨੂੰ 2 ਵਾਰ ਪ੍ਰੈਗਨੈਂਟ ਕੀਤਾ ਉਸਨੇ, 2 ਵਾਰ ਉਸਨੇ she went for abortion। ਤੇ ਉਹ ਕੁੜੀ ਉਹ ਬੋਲਦੀ ਮੈਂ ਇਸ ਮੁੱਦੇ ਰਹਿਣਾ ਨਹੀਂ ਹੈ। ਤੇ ਉਹ ਕਰਦੇ ਕਰਾਂਦੇ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਉਸਨੂੰ ਬਚਾ ਲਈਏ। ਤੇ ਸੋਸ਼ਲ ਮੀਡੀਆ ਤੇ ਜਾ ਕੇ ਬੋਲਦੀ ਕਿ ਮੈਨੂੰ ਰਾਈਡ ਚਾਹੀਦੀ ਲੰਡਨ, ਓਨਟਾਰੀਓ ਤੋਂ ਟੋਰਾਂਟੋ। ਤੇ ਅਸੀਂ ਆਪਣੀ ਟੈਕਸੀ ਵੀ ਭੇਜੀ ਤੇ ਕਿ ਤੂੰ ਕਿਰੇ ਨਹੀਂ ਜਾਣਾ ਜਿੱਦ ਤੱਕ ਅਸੀਂ ਤੁਹਾਨੂੰ ਗਾਈਡ ਕਰਕੇ ਇੱਥੇ ਟੋਰਾਂਟੋ ਸੇਫਲੀ ਨਾਲ ਲਿਆਈਏ। ਤੇ ਉਹ ਫਿਰ ਉਹ ਫਸ ਗਈ ਸੋਸ਼ਲ ਮੀਡੀਆ ਵਿੱਚ। ਤੇ ਉਹ ਬੋਲਦੀ ਹੁਣ ਮੇਰੇ ਕੋਲ ਪੈਸੇ ਆ ਗਏ ਹਨ ਤੇ ਮੈਂ ਜਾ ਰਹੀ ਹਾਂ ਵੈਨਕੂਵਰ ਤੋਂ ਮੈਂ ਇੰਡੀਆ ਚਲੀ ਜਾਵਾਂਗੀ। ਤੇ ਉਹ ਕੁੜੀ ਗਾਇਬ ਹੀ ਹੋ ਗਈ। ਸੋ ਇੱਕ ਹੋਰ ਕੁੜੀ ਸੀ ਜਿਸਨੂੰ ਅਸੀਂ ਬਚਾਉਣਾ ਸੀ। ਤੇ ਬੇਸਮੈਂਟ 'ਚ 6 ਮੁੰਡੇ ਸਨ ਤੇ ਉਹ 7ਵੀਂ ਕੁੜੀ ਸੀ, ਇੱਕੋ ਇਕੱਲੀ ਕੁੜੀ ਰਹਿ ਸੀ। ਪਰ ਉਸਨੇ ਕੋਈ ਗੱਲ ਨਹੀਂ ਕੀਤੀ ਤੇ ਉਹ ਸਿੱਧਾ ਹੀ ਬੋਲਦੀ ਕਿ ਮੈਂ ਇੰਡੀਆ ਜਾਣਾ ਹੈ। ਤੇ ਇੰਡੀਆ ਪਹੁੰਚ ਕੇ ਉਸਦੇ ਪੇਰੈਂਟਸ ਸਨ ਜਿਨ੍ਹਾਂ ਨੇ ਖਬਰ ਪਹੁੰਚਾ ਦਿੱਤੀ ਕਿ ਸਾਡੀ ਜਿਹੜੀ ਬੇਟੀ ਇੱਥੇ ਆ ਗਈ ਹੈ। ਤੇ ਇੱਕ ਹੋਰ ਸੀ ਕੇਸ ਸਸਕੈਚੁਅਨ ਵਿੱਚ, ਮੈਂ ਇੰਡੀਆ ਵਿੱਚ ਹੀ ਸਾਂ। ਪੇਰੈਂਟਸ ਨੇ ਮੈਨੂੰ ਦੇ ਰੀਚਡ ਆਊਟ ਟੂ ਮੀ, ਉਹਨੂੰ ਬੋਲਿਆ ਕਿ ਸਾਡੀ ਕੁੜੀ ਗਾਇਬ ਹੋ ਗਈ ਹੈ। ਪਹਿਲਾਂ ਰੋਜ਼ਾਨਾ ਫੋਨ ਕਰਦੀ ਸੀ ਤੇ ਅਚਾਨਕ ਫਿਰ ਰੋਂਦੀ ਸੀ ਫੋਨ ਤੇ, ਫੋਨ ਰੱਖ ਦਿੰਦੀ ਸੀ ਤੇ ਹੁਣ ਮਿਲ ਨਹੀਂ ਰਹੀ ਹੈ। ਫਿਰ ਉਸਨੂੰ ਇਮੀਡੀਏਟਲੀ ਅਸੀਂ ਪੁਲਿਸ ਨੂੰ ਇਨਫੋਰਮ ਕਰਕੇ ਫਿਰ ਉਸਨੂੰ ਲੱਭ ਕੇ ਫਿਰ ਪੇਰੈਂਟਸ ਨਾਲ ਮਿਲਾ ਦਿੱਤਾ ਸੀ। ਸੋ ਇਹੋ ਜਿਹੇ ਕੇਸਿਸ ਹਨ। ਮਗਰ ਇਸ ਵਕਤ ਸਾਡੇ ਕੋਲ 5 ਕੁੜੀਆਂ ਨੇ ਇੰਟਰਨੈਸ਼ਨਲ, ਜਿਨ੍ਹਾਂ ਨਾਲ ਮੈਂ ਗੱਲ ਕੀਤੀ ਹੈ ਉਹ ਸਾਰਿਆਂ ਨੂੰ ਪੁੱਛਿਆ ਹੈ ਕਿ ਫਾਈਨੈਂਸ਼ੀਅਲ ਬਰਡਨ ਕੀ, ਦੇयर इज अ ਹਿਊਜ ਡਿਸਟ੍ਰੈਸ, ਹਰ ਕਿਸੇ ਨੂੰ ਜੌਬ ਚਾਹੀਦੀ। ਤੇ ਇੱਕ ਨੂੰ ਤੇ ਮੇਰੇ ਤੇ ਪਿਛਲੇ ਹਫ਼ਤੇ ਜੌਬ ਦਿਲਵਾ ਦਿੱਤੀ ਹੈ ਤੇ ਇੱਕ ਪਾਰਟ ਟਾਈਮ ਕੰਮ ਕਰ ਰਹੀ ਹੈ ਤੇ ਉਹ ਆਪਣੇ ਇੱਥੇ ਸਟੂਡੈਂਟ ਪਲੇਸਮੈਂਟ ਦੇ ਆਵਰਸ ਕੰਪਲੀਟ ਕਰ ਰਹੀ ਹੈ। ਪਰ ਫਾਈਨੈਂਸ਼ੀਅਲ ਟਰਬਲ ਸਾਰਿਆਂ ਨੂੰ ਹੈ। ਇੱਕ ਨੂੰ ਅਸੀਂ ਫੁੱਲ ਟਾਈਮ ਹਾਇਰ ਕਰਨਾ ਚਾਹ ਰਹੇ ਹਾਂ, ਇੱਕ ਹੋਰ ਹੈ ਅਗਰ ਸਾਨੂੰ ਫੰਡਿੰਗ ਆ ਗਈ ਤੇ ਉਸਨੂੰ ਵੀ ਅਸੀਂ ਹਾਇਰ ਕਰ ਲਾਂਗੇ ਫੁੱਲ ਟਾਈਮ। ਸੋ ਵੀ ਜਸਟ ਵੇਟਿੰਗ ਫॉर ਸਮ ਫੰਡਸ ਟੂ ਕਮ। ਐਜ਼ ਸੂਨ ਐਜ਼ ਦ ਫੰਡਸ ਕਮ ਵੀ ਆਰ ਗੋਇੰਗ ਟੂ ਇੱਕ ਨੂੰ ਤੇ ਹਾਇਰ ਕਰ ਲਾਂਗੇ ਜੁਲਾਈ ਦੇ ਮਹੀਨੇ। ਸੁੰਦਰ ਸਿੰਘ ਜੀ, ਮੈਂ ਥੋੜ੍ਹਾ ਜਿਹਾ ਸਮਾਂ ਤੁਹਾਡਾ ਮੈਨੂੰ ਹੋਰ ਚਾਹੀਦਾ ਜੇ ਤੁਸੀਂ ਸਮਾਂ ਦੇ ਸਕੋ, ਕਿਉਂਕਿ ਸਾਡੇ ਕਾਲਰਸ ਕਾਲ ਵੀ ਕਰ ਰਹੇ ਆ। ਪਰ ਮੈਨੂੰ ਇੱਕ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਣਾ ਪੈਣਾ ਤੇ ਉਸ ਤੋਂ ਬਾਅਦ ਕੁਝ ਗੱਲਾਂ ਬਾਤਾਂ ਹੋਰ ਕਰਨੀਆਂ। ਆਈ ਵਿਸ਼ ਕਿ ਜੇ ਕੋਈ ਕੁੜੀਆਂ ਇਸ ਤਰ੍ਹਾਂ ਫਸ ਗਈਆਂ ਨੇ ਜਾਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਫਸ ਸਕਦੀਆਂ ਨੇ, ਅੱਜ ਦਾ ਉਹ ਜੇ ਉਹ ਪ੍ਰੋਗਰਾਮ ਸੁਣ ਰਹੀਆਂ ਹੋਣ ਤੇ ਉਹਨਾਂ ਦੇ ਲਈ ਕੋਈ ਨਾ ਕੋਈ ਜਿਹੜੀ ਸੇਧ ਜਾਂ ਸਪੋਰਟ ਜ਼ਰੂਰੀ ਉਹਨਾਂ ਨੂੰ ਜ਼ਰੂਰ ਲੱਗੇ। ਕਿਉਂਕਿ ਅੱਗੇ ਚੱਲ ਕੇ ਕੁਝ ਹੋਰ ਗੱਲਾਂ ਬਹੁਤ ਜ਼ਰੂਰੀ ਨੇ ਜਿਹੜੀਆਂ ਹੋਣੀਆਂ ਨੇ। ਸੁਣਨ ਵਾਲਿਆਂ ਨੂੰ ਮੈਂ ਗੁਜ਼ਾਰਿਸ਼ ਕਰੂੰਗੀ ਕਿ ਪਲੀਜ਼ ਇਸ ਪ੍ਰੋਗਰਾਮ ਨੂੰ ਸੁਣਦੇ ਰਹੋ। ਇੱਕ ਕਾਲਰ ਨੇ ਸੁੰਦਰ ਜੀ, ਮੈਂ ਖਬਰਾਂ ਵੱਲ ਜਾਣ ਤੋਂ ਪਹਿਲਾਂ ਆਪਾਂ ਉਹਨਾਂ ਦੀ ਗੱਲ ਸੁਣ ਲੈਂਦੇ, ਨਹੀਂ ਤਾਂ ਉਹਨਾਂ ਨੂੰ ਬਹੁਤ ਦੇਰ ਲਈ ਹੋਲਡ ਕਰਨਾ ਪਏਗਾ। ਠੀਕ ਹੈ, ਨੋ ਪ੍ਰੋਬਲਮ। ਹਾਂਜੀ, ਮੋਹਿਤ ਵਰਮਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਨਵਜੋਤ ਭੈਣ ਜੀ ਤੇ ਆਪਣੇ ਗੈਸਟ ਨੂੰ ਜੀ। ਮੈਂ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਨਾ ਵਧੀਆ ਅਵੇਅਰਨੈਸ ਦਾ ਕੰਮ ਕਰਦੇ ਆਏ ਆ ਭੈਣ ਜੀ। ਤੇ ਮੈਂ ਥੋੜਾ ਜਿਹਾ ਇਹ ਮੇਰੇ 2-4 ਸਵਾਲ ਇਹ ਹੈਗੇ ਕਿ ਸਾਡੇ ਇੱਥੇ ਵੈਨਕੂਵਰ ਦੇ ਵਿੱਚ ਵੀ ਅਵੇਅਰਨੈਸ ਬਾਹਲੀ ਨਹੀਂ ਹੈਗੀ ਆ। ਜੇ ਹੋਊਗੀ ਤਾਂ ਉਹ ਸਾਡੇ ਯੰਗ ਜਨਰੇਸ਼ਨ ਦੇ ਵਿੱਚ ਨਹੀਂ ਪਹੁੰਚੀ ਹਾਲੇ ਤੱਕ। ਸਭ ਤੋਂ ਪਹਿਲਾਂ ਤਾਂ ਜੇ ਆਪਾਂ ਕੋਈ ਏਦਾਂ ਦਾ ਕੰਮ ਹੁੰਦਾ ਦੇਖਦੇ ਆ, ਆਪਾਂ ਨੂੰ ਕੀ ਕਰਨਾ ਚਾਹੀਦਾ? ਤੇ ਇਹ ਜਿਹੜੇ ਬੱਚੇ ਹੈਗੇ ਇਹ ਆਪਣੀ ਕਮਿਊਨਿਟੀ ਦੇ ਹੈਗੇ ਹੈ ਜਾਂ ਇੱਥੇ ਦੇ ਬੋਰਨ ਇੰਡੀਅਨਸ ਹੈਗੇ ਹੈ ਜਾਂ ਮਲਟੀਨੈਸ਼ਨਲ ਲਾਈਕ ਜਿੱਦਾਂ ਮਲਟੀ ਕਲਚਰਲ ਕਿਡਸ ਹੈਗੇ ਹੈ ਜਾਂ ਫਿਰ ਇਹ ਉਹ ਪੰਜਾਬ ਦੇ ਜਾਂ ਹਰਿਆਣਾ ਦੇ ਜਾਂ ਇੰਡੀਆ ਦੇ ਕਿਹੜੇ ਵੀ ਜ਼ਿਲ੍ਹੇ ਤੋਂ ਆਏ ਲੋਕੀ ਹੈਗੇ ਹੈ ਵੀ ਜਿਹੜੇ ਇੱਥੇ ਸਟੂਡੈਂਟ ਆਏ ਹੋਏ ਹੈ? ਕਿਉਂਕਿ ਗੱਲ ਇਹ ਹੈਗੀ ਹੈ ਜੀ, ਆਪਾਂ ਸਮਟਾਈਮ ਜਿੱਦਾਂ ਆਪਾਂ ਕੰਮ ਤੇ ਡਿਲੀਵਰੀਆਂ ਕਰਦੇ ਹੈ, ਆਪਾਂ ਜਿੱਥੇ ਵੀ ਜਾਂਦੇ ਹਾਂ ਆਪਾਂ ਦੇਖਦੇ ਹਾਂ ਜੀ ਕਿ ਕੁੜੀਆਂ ਦੇ ਨਾਲ ਬਹੁਤ ਮਾੜਾ ਹਾਲ ਹੁੰਦਾ, ਬਟ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਕੀ ਕਰੀਏ। ਸਾਡੇ ਕੋਲ ਜਿਹੜੀ ਕੈਨੇਡਾ ਵਿੱਚ ਅਸੀਂ ਸਿੱਖਿਆ ਵੀ ਅਸੀਂ 911 ਕਾਲ ਕਰ ਦਿੰਦੇ ਹਾਂ ਤੇ 911 ਨਾਲ ਕਹਿੰਦੇ ਜੀ ਤੁਸੀਂ ਨਾਨ ਐਮਰਜੈਂਸੀ ਤੇ ਕਾਲ ਕਰੋ। ਤਾਂ ਫਿਰ ਜੀ ਉੱਥੇ ਸਾਨੂੰ ਲੱਗਦਾ ਡਰ। ਮੈਂ ਬਿਲਕੁਲ ਓਨੈਸਟ ਗੱਲ ਦੱਸਦਾ, ਸਾਨੂੰ ਲੱਗਦਾ ਡਰ ਵੀ ਕਿਉਂਕਿ ਕੈਨੇਡਾ ਦਾ ਕ੍ਰਾਈਮ ਇੰਨਾ ਵੱਧ ਗਿਆ ਵੀ ਅਸੀਂ ਜੇ ਸਾਡੇ ਸਾਹਮਣੇ ਕੁਛ ਹੁੰਦਾ ਅਸੀਂ ਮਦਦ ਚਾਹੁੰਦੇ ਹੋਏ ਵੀ ਅਸੀਂ ਚਾਹੁੰਦੇ ਹੋਏ ਵੀ ਕੁਛ ਨਹੀਂ ਕਰ ਸਕਦੇ।
ਥੋੜਾ ਜਿਹਾ ਪਲੀਜ਼ ਸਾਨੂੰ ਇਹ ਦੱਸੋ ਵੀ ਜੇ ਪਰਮਾਤਮਾ ਨਾ ਕਰੇ ਕਿਸੇ ਦੀ ਭੈਣ ਦੇ ਨਾਲ, ਕਿਸੇ ਦੀ ਕੁੜੀ ਦੇ ਨਾਲ ਏਦਾਂ ਦੀ ਕੋਈ ਗੱਲ ਹੋਏ ਤਾਂ ਆਪੀ ਯੂਥ ਜਨਰੇਸ਼ਨ ਆਪਾਂ ਕਿੱਦਾਂ ਸਟੈਂਡ ਲੈ ਸਕਦੇ ਹਾਂ, ਤਾਂ ਆਪਾਂ ਕਿਹੜੇ ਰਿਸੋਰਸਿਸ ਕੋਲ ਪਹੁੰਚ ਸਕਦੇ ਨੇ? ਮੋਹਿਤ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਸੁੰਦਰ ਸਿੰਘ ਹੁਣਾਂ ਦੀ ਆਪਾਂ ਗੱਲ ਸੁਣਦੇ ਹਾਂ ਖਬਰਾਂ ਦੀ ਇਸ ਬ੍ਰੇਕ ਤੋਂ ਬਾਅਦ। ਉਮੀਦ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਇਹ ਸਵਾਲ ਰੱਖ ਕੇ ਗਏ ਆ ਉਹਨਾਂ ਦੇ ਵੀ ਜਵਾਬ ਆਪਾਂ ਨੂੰ ਜ਼ਰੂਰ ਮਿਲਣਗੇ। ਸੁਣਦੇ ਰਹੋ ਸ਼ੇਰੇ ਪੰਜਾਬ AM 600। ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸ਼ਾਮਿਲ ਹੋ ਦ ਨਵਜੋਤ ਢਿੱਲੋਂ ਸ਼ੋਅ ਦੇ ਵਿੱਚ। ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਹਾਂ ਅਸੀਂ ਸੁੰਦਰ ਸਿੰਘ ਹੁਣਾਂ ਦੇ ਨਾਲ, ਜਿਹੜੇ ਐਲਸਪੈਥ ਹੇਵਰਥ ਸੈਂਟਰ ਫਾਰ ਵੂਮੈਨ GTA ਵਿੱਚ ਟੋਰਾਂਟੋ ਦੇ ਵਿੱਚ ਇਹ ਚਲਾਉਂਦੇ ਨੇ। ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਅੱਜ ਕੀਤੀਆਂ ਕਿ ਜਦੋਂ ਇੰਟਰਨੈਸ਼ਨਲ ਸਟੂਡੈਂਟਸ ਦਾ ਜ਼ਿਕਰ ਆ ਰਿਹਾ ਕਿ ਐਕਸਪਲੋਇਟ ਹੋ ਰਹੇ ਨੇ ਕਿਸ ਢੰਗ ਦੇ ਨਾਲ, ਖਾਸ ਕਰਕੇ ਬੇਸ਼ੱਕ ਇਹਨਾਂ ਨੇ ਮੁੰਡੇ ਕੁੜੀਆਂ ਦੋਹਾਂ ਦੀ ਗੱਲ ਕੀਤੀ ਹੈ, ਪਰ ਖਾਸ ਕਰਕੇ ਇਹਨਾਂ ਨੇ ਉਹਨਾਂ ਕੁੜੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਕੁੜੀਆਂ ਨੂੰ ਪ੍ਰੋਸਟੀਟਿਊਸ਼ਨ ਦੇ ਵਿੱਚ ਧੱਕਿਆ ਜਾ ਰਿਹਾ ਹੈ। ਕਿੰਨੀ ਗਿਣਤੀ ਹੈ ਇਹਨਾਂ ਨੇ ਕਿਹਾ ਕਿ ਇਹ ਗੱਲ ਸਪਸ਼ਟ ਨਹੀਂ ਹੈ ਕਿੰਨੀ ਕੁ ਗਿਣਤੀ ਹੈ, ਪਰ ਫਿਰ ਵੀ ਜੇ ਆਪਾਂ ਇਹ ਕਹੀਏ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸਟੂਡੈਂਟਸ ਆ ਰਹੇ ਆ ਜਿਨ੍ਹਾਂ ਦੇ ਵਿੱਚ ਮੈਜੋਰਿਟੀ ਗਿਣਤੀ ਜਿਹੜੀ ਆ ਉਹ ਕੁੜੀਆਂ ਦੀ ਹੈਗੀ ਆ, ਆਪਾਂ 1% ਵੀ ਲਾ ਕੇ ਚੱਲੀਏ ਤਾਂ ਗਿਣਤੀ ਹਜ਼ਾਰਾਂ ਦੀ ਹੋ ਸਕਦੀ ਹੈ। ਸੁੰਦਰ ਸਿੰਘ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੋਹਿਤ ਵਰਮਾ ਆਏ ਸੀ ਆਪਣੇ ਕੋਲ, ਇੱਕ ਲਿਸਨਰ, ਉਹਨਾਂ ਨੇ ਕੁਝ ਗੱਲਾਂ ਕੀਤੀਆਂ ਸੀ, ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣ ਰਹੀਆਂ ਸੀ। ਕਹਿੰਦੇ ਕਿ ਆਪਾਂ ਕੀ ਕਰ ਸਕਦੇ ਹਾਂ ਜੇ ਅਸੀਂ ਇਹੋ ਜਿਹੀ ਸਿਚੁਏਸ਼ਨ 'ਚ ਬੱਚਿਆਂ ਨੂੰ ਦੇਖਦੇ ਹੈਗੇ ਹਾਂ। ਕਹਿੰਦੇ ਅਸੀਂ 911 ਕਾਲ ਕਰਨਾ ਨਹੀਂ ਚਾਹੁੰਦੇ ਬਿਕੋਜ਼ ਉਹ ਕਹਿੰਦੇ ਆ ਕਿ ਨੋਨ ਐਮਰਜੈਂਸੀ 'ਤੇ ਤੁਸੀਂ ਕਾਲ ਕਰੋ, ਪਰ ਸਾਨੂੰ ਡਰ ਲੱਗਦਾ। ਬਹੁਤ ਵਾਰੀ ਇਹ ਹੁੰਦਾ, ਅਸੀਂ ਦੇਖਦੇ ਹਾਂ, ਅਸੀਂ ਕਹਿੰਦੇ ਕਿ ਸਾਡਾ ਮਸਲਾ ਨਹੀਂ ਹੈਗਾ ਇਹ। ਨਾਲੇ ਜੇ ਕਿਸੇ ਦੀ ਤੁਸੀਂ ਮਦਦ ਵੀ ਕਰਨ ਦੀ ਕਈ ਵਾਰ ਕੋਸ਼ਿਸ਼ ਕਰਦੇ ਹੋ ਤਾਂ ਉਹ ਬਹੁਤ ਵਾਰੀ ਆਪਾਂ ਇਹ ਸੋਚਦੇ ਹਾਂ ਕਿ ਇੱਥੇ ਪਰਸਨਲ ਲਾਈਫ ਦੇ ਵਿੱਚ ਕੋਈ ਦਖਲ ਨਹੀਂ ਦਿੰਦਾ, ਇਸ ਲਈ ਤੁਸੀਂ ਪਿੱਛੇ ਹਟ ਜਾਂਦੇ ਹੋ ਕਿ ਅਗਲੇ ਆਪਣਾ ਚੰਗਾ ਭਲਾ ਜਾਂ ਬੁਰਾ ਭਲਾ ਆਪ ਸਮਝਦੇ ਆ। ਕੀ ਕਹਿਣਾ ਚਾਹੋਗੇ ਮੋਹਿਤ ਹੋਣਾ ਦੀ ਕਾਲ ਬਾਰੇ? ਹਾਂਜੀ ਮੋਹਿਤ ਜੀ, ਥੈਂਕ ਯੂ। ਤੁਹਾਡੀ ਜਿਹੜੀ ਕੰਸਰਨ ਹੈ ਇਟਸ ਵੈਰੀ ਐਨਕਰੇਜਿੰਗ। ਜਦੋਂ ਅਸੀਂ ਕਮਿਊਨਿਟੀ ਇਕੱਠੇ ਹੋ ਕੇ ਬੱਚਿਆਂ ਨੂੰ ਹੈਲਪ ਕਰੀਏ ਨਾ, ਇਹ ਬੱਚਿਆਂ ਨੂੰ ਆਪਣੇ ਬੱਚੇ ਮੰਨ ਕੇ ਤੇ ਇਹਨਾਂ ਨੂੰ ਹੈਲਪ ਕਰੀਏ, ਤੇ ਦੈਨ ਤੁਸੀਂ ਕਿਸੇ ਦੇ ਪਰਸਨਲ ਲਾਈਫ ਵਿੱਚ ਨਹੀਂ ਇੰਟਰਫੇਅਰ ਕਰਦੇ ਹੋ। ਤੁਸੀਂ ਕਮਿਊਨਿਟੀ ਦੇ ਗਰੁੱਪ ਇੱਕ ਸਰਕਲ ਬਣਾ ਕੇ ਤੇ ਬੱਚਿਆਂ ਨੂੰ ਦੱਸਣਾ ਚਾਲੂ ਕਰਦੇ ਹੋ ਕਿ ਤੁਹਾਡੇ ਲਈ ਪੜ੍ਹਾਈ ਬੜੀ ਜ਼ਰੂਰੀ ਹੈ, ਤੁਹਾਡੇ ਪੇਰੈਂਟਸ ਤੇ ਹੈ ਨਹੀਂ ਹੈ, ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਹੈਲਪ ਚਾਹੀਦੀ, ਗਾਈਡੈਂਸ ਚਾਹੀਦੀ, ਅਸੀਂ ਸਾਰੇ ਇੱਥੇ ਹਾਂ। ਅਸੀਂ ਇੱਥੇ 20 ਸਾਲ ਪਹਿਲਾਂ ਦੇ ਆਏ ਹੋਏ ਹਾਂ, 50 ਸਾਲ ਪਹਿਲਾਂ ਦੇ ਆਏ ਹਾਂ, 10 ਸਾਲ ਅਸੀਂ ਦੇਖੀ ਇੱਥੇ ਦੀ ਲਾਈਫ। ਜੇ ਤੁਹਾਨੂੰ ਹੈਲਪ ਚਾਹੀਦੀ ਤੇ ਵੀ ਆਰ ਅਵੇਲੇਬਲ ਟੂ ਹੈਲਪ ਯੂ ਇਨ ਐਨੀ ਵੇ ਸ਼ੇਪ ਔਰ ਫਾਰਮ। ਬੱਚਿਆਂ ਨੂੰ ਗੁਰਦੁਆਰੇ 'ਚ ਮਿਲੀਏ ਤਾਂ ਕਿ ਇਹਨਾਂ ਨੂੰ ਆਈਸੋਲੇਸ਼ਨ ਨਾ ਫੀਲ ਹੋਏ, ਇਹਨਾਂ ਨੂੰ ਡਿਪਰੈਸ਼ਨ ਨਾ ਫੀਲ ਹੋਏ। ਇਹਨਾਂ ਨੂੰ ਤੁਸੀਂ ਇਨਕਰੇਜ ਕਰੋ ਕਿ ਤੁਸੀਂ ਅੱਛੇ ਕੰਮ ਕਰੋ, ਕਿਸੇ ਗਲਤ ਰਸਤੇ 'ਚ ਨਾ ਪਵੋ। ਅਗਰ ਪੈਂਦੇ ਹੋ ਤੇ ਕੋਈ ਹੈ ਜਿਸ ਨੂੰ ਤੁਸੀਂ ਟਰਸਟ ਕਰ ਸਕਦੇ ਹੋ, ਉਸਦੇ ਨਾਲ ਗੱਲ ਕਰੋ। ਓਕੇ, ਬੜਾ ਇੰਪੋਰਟੈਂਟ ਹੁੰਦਾ। ਇਹ ਮੈਸੇਜ ਮੈਂ ਮੀਡੀਆ ਵਿੱਚ ਬਾਰ ਦਿੰਦੀ ਆਈ ਹਾਂ ਕਿ ਬੱਚਿਆਂ ਨੂੰ ਸਿਖਾਓ, ਇੱਥੇ ਟ੍ਰੇਡ ਸਕਿੱਲ ਦੀ ਬੜੀ ਜ਼ਰੂਰਤ ਹੈ। ਤੁਸੀਂ ਟ੍ਰੇਨਿੰਗ ਲੈ ਲਓ, ਪਤਾ ਕਰੋ ਕਿ ਕਿੱਥੇ ਟ੍ਰੇਨਿੰਗ ਮਿਲਦੀ ਹੈ, ਸੋ ਦੈਟ ਯੂ ਗੋ ਇਨਟੂ ਦ ਰਾਈਟ ਪੈਥ ਜਿੱਥੇ ਤੁਸੀਂ ਪ੍ਰੋਫੈਸ਼ਨਲ ਬਣ ਸਕਦੇ ਹੋ। ਤੁਸੀਂ ਟਿਮ ਹਾਰਟਨਸ ਵਿੱਚ ਕੰਮ ਕਰੋਗੇ ਜਾਂ ਮੈਕਡੋਨਲਡਸ ਵਿੱਚ ਕੰਮ ਕਰੋਗੇ ਤੇ 4 ਸਾਲਾਂ ਬਾਅਦ ਉੱਥੇ ਹੀ ਮਿਨੀਮਮ ਵੇਜ ਵਿੱਚ ਲੱਗੇ ਰਹੋਗੇ। ਮਗਰ ਤੁਹਾਡੀ ਕੋਈ ਵਿਜ਼ਨ ਹੋਏ। ਮੇਰੇ ਕੋਲ ਕਿਤਨੇ ਬੱਚੇ ਆਏ ਹਨ, ਸਾਰੇ ਬੱਚਿਆਂ ਨੂੰ ਮੈਂ ਪੁੱਛਿਆ ਕਿ ਤੁਹਾਡੀ ਵਿਜ਼ਨ ਕੀ ਹੈ, what is your goal in life? ਇੱਕ ਬੱਚਾ ਵੀ ਜਵਾਬ ਨਹੀਂ ਦੇ ਪਾਇਆ। ਇਸੇ ਕਰਕੇ ਫਿਰ ਜਿਹੜੇ ਪ੍ਰੋਫੈਸਰਸ ਨੇ, ਟੀਚਰਸ ਹਨ ਕਾਲਜਿਸ, ਯੂਨੀਵਰਸਿਟੀ, ਸਾਰਿਆਂ ਨਾਲ ਮੈਂ ਗੱਲ ਕਰਦੀ, ਉਹਨਾਂ ਨੂੰ ਬੋਲਦੀ ਤੁਸੀਂ ਬੇਸ਼ੱਕ 15 ਮਿੰਟ ਲਗਾਓ, ਬੱਚਿਆਂ ਨੂੰ ਘੱਟ ਤੋਂ ਘੱਟ ਸਿਖਾਓ ਹਾਊ ਟੂ ਹੈਵ देयर goals, how to have a vision ਕਿ 5 ਸਾਲਾਂ ਬਾਅਦ ਤੁਸੀਂ ਕੀ ਬਣਨਾ ਹੈ। ਓਕੇ, ਇੱਥੇ ਬੱਚੇ ਆ ਗਏ, ਉਹਨਾਂ ਦੇ ਦਿਮਾਗ ਵਿੱਚ ਸਿਰਫ ਇੱਕੋ ਹੀ ਗੱਲ ਹੈ ਕਿ ਸਾਨੂੰ PR ਚਾਹੀਦਾ ਤਾਂ ਕਿ ਅਸੀਂ ਆਪਣੇ ਪੇਰੈਂਟਸ ਨੂੰ ਇੱਥੇ ਬੁਲਾ ਸਕੀਏ, ਸਾਨੂੰ ਪਰਮਾਨੈਂਟ ਰੈਜ਼ੀਡੈਂਸ ਸਟੇਟਸ। ਭਾਈ ਉਸ ਤੋਂ ਸ਼ੁਕਰ ਕਰੋ ਤੁਸੀਂ ਇਸ ਕੰਟਰੀ 'ਚ ਪਹੁੰਚੇ ਹੋ, ਤੁਹਾਨੂੰ ਇੱਥੇ ਓਪਰਚੁਨਿਟੀਜ਼ ਹਨ ਤੇ ਗਲੋਰ, ਹਰ ਤਰ੍ਹਾਂ ਦੀ ਓਪਰਚੁਨਿਟੀ। ਪਰ ਤੁਸੀਂ ਜਿਹੜੇ ਲੋਕ ਇੱਥੇ ਸੈਟਲ ਹੋਏ ਉਹਨਾਂ ਨਾਲ ਗੱਲ ਕਰਕੇ ਪੁੱਛੋ ਇੱਥੇ ਕਿਸ ਚੀਜ਼ ਦੀ ਜ਼ਰੂਰਤ ਹੈ, ਕਿਸ ਜੌਬ ਵਿੱਚ ਮੈਂ ਆਪਣੀ ਲਾਈਨ ਤਿਆਰ ਕਰ ਸਕਦੀ ਹਾਂ ਤਾਂ ਕਿ ਮੈਂ 5 ਸਾਲਾਂ ਬਾਅਦ, 6 ਸਾਲਾਂ ਬਾਅਦ ਇੱਥੇ ਮੈਂ ਲੱਗ ਜਾਵਾਂ। ਡਾਕਟਰਸ ਬਣ ਨਹੀਂ ਸਕਦੇ, ਲਾਇਰ ਬਣ ਨਹੀਂ ਸਕਦੇ ਕਿਉਂਕਿ ਉਸ ਸੇ ਪੈਸਾ ਚਾਹੀਦਾ। ਮਗਰ ਟ੍ਰੇਡ ਸਕਿੱਲਸ
ਇੱਕ ਤਰੀਕਾ ਹੈ ਜੋ ਜਿੱਥੇ ਵੀ ਬੱਚੇ ਜਾਣਗੇ, ਅਗਰ ਇਹਨਾਂ ਕੋਲ ਸਕਿੱਲਸ ਹਨ ਤੇ ਇਹਨਾਂ ਨੂੰ ਜੌਬਸ ਮਿਲ ਸਕਦੀਆਂ, ਮਗਰ ਇੱਕ ਕਮਿਊਨਿਟੀ ਮੈਂਬਰਸ ਹਨ ਜੋ ਬੱਚਿਆਂ ਨੂੰ ਸਿਖਾ ਸਕਦੇ ਹਨ, ਬੱਚਿਆਂ ਨੂੰ ਬਾਰ-ਬਾਰ ਦੱਸਣ। ਠੀਕ ਹੈ, ਬੱਚੇ ਨਹੀਂ ਮੰਨਦੇ ਹਨ, ਉਹ ਬੱਚੇ ਸਮਝਦੇ ਹਨ ਕਿ ਸਾਡੀ ਫਰੀडम ਹੈ, ਅਸੀਂ ਤੇ ਮਾਂ ਪਿਓ ਕੋਲ ਦੂਰ ਹਾਂ, ਸਾਨੂੰ ਕੋਈ ਗਾਈਡੈਂਸ ਦੀ ਜ਼ਰੂਰਤ ਨਹੀਂ ਹੈ। ਮਗਰ ਅੱਜ ਸਿਖਾਓਗੇ ਤੇ ਇਹ ਦਿਮਾਗ ਵਿੱਚ ਪ੍ਰੋਸੈਸ ਕਰੇਗਾ ਬਾਰ-ਬਾਰ। ਪਰ ਸੁੰਦਰ ਸਿੰਘ ਜੀ, ਇੱਕ ਗੱਲ ਹੋਰ ਆ, ਮੇਰੀ ਗੱਲ ਸੁਣੋ। ਬਹੁਤ ਵਾਰੀ ਅਸੀਂ ਕਮਿਊਨਿਟੀ ਮੈਂਬਰਸ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਹਾਂ, ਮੀਡੀਆ 'ਤੇ ਵੀ ਇਹ ਅਸੀਂ ਜ਼ਰੂਰ ਗੱਲ ਛੇੜਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਬੱਚੇ ਜਿਹੜੇ ਆ ਰਹੇ ਆ ਇਹ ਬਹੁਤ ਟੈਂਡਰ ਏਜ 'ਚ ਆ ਰਹੇ ਆ। ਉਹ ਏਜ ਹੁੰਦੀ ਆ ਜਿਸ ਵੇਲੇ ਪਰਿਵਾਰ ਦੀ, ਮਾਪਿਆਂ ਦੀ ਗਾਈਡੈਂਸ ਦੀ ਇਹਨਾਂ ਨੂੰ ਜ਼ਰੂਰਤ ਹੁੰਦੀ ਹੈ। ਪਰ ਹੁੰਦਾ ਕੀ ਹੈ ਕਿ ਵੀ ਉਸ ਏਜ ਦੇ ਵਿੱਚ ਇਹ ਇੱਥੇ ਆ ਕੇ, ਕਿਉਂਕਿ ਠੀਕ ਹੈ ਆਪਾਂ ਐਜ਼ ਅ ਕਮਿਊਨਿਟੀ ਹੈਲਪ ਕਰ ਸਕਦੇ ਹਾਂ, ਪਰ ਉਹ ਰੋਲ ਨਿਭਾਉਣਾ ਕਮਿਊਨਿਟੀ ਦੇ ਲਈ ਕੋਲੈਕਟਿਵਲੀ ਉਹ ਸੌਖਾ ਨਹੀਂ ਹੈ ਜਿਹੜਾ ਮਾਪਿਆਂ ਨੇ ਰੋਲ ਨਿਭਾਉਣਾ ਹੈਗਾ। ਕਿਤੇ ਨਾ ਕਿਤੇ ਇਹ ਗੱਲ ਮਹਿਸੂਸ ਨਹੀਂ ਹੁੰਦੀ ਕਿ ਵੀ ਅਸਲ ਦੇ ਵਿੱਚ ਥੋੜ੍ਹੀ ਵੱਡੀ ਏਜ ਦੇ ਵਿੱਚ ਜੇ ਬੱਚੇ ਭੇਜੇ ਜਾਣ, ਜਦੋਂ ਥੋੜ੍ਹੀ ਜਿਹੀ ਉਹਨਾਂ ਨੂੰ ਸਮਝ ਆ ਜਾਂਦੀ ਹੈ, ਉਹ ਵੀ ਇੱਕ ਹੱਲ ਹੋ ਸਕਦਾ ਹੈਗਾ। ਕਿੱਥੇ ਉਹਨਾਂ ਨੇ ਕਾਲਜ ਆਪਣਾ ਕਰਕੇ ਉਹ ਜਿਹੜੀ ਟੀਨ ਏਜ ਆ ਉਹ ਕੱਢ ਕੇ ਆਉਣਾ ਹੁੰਦਾ, ਕਿੱਥੇ ਉਹ ਬਿਲਕੁਲ ਹੀ ਹਲੇ ਟੀਨ ਏਜ ਐਂਟਰ ਹੀ ਕੀਤੇ ਹੁੰਦੇ ਜਦੋਂ ਉਹ ਇੱਥੇ ਆ ਜਾਂਦੇ ਹੈ। ਮੈਂ ਇਹ ਗੱਲ ਤੁਹਾਡੀ ਜ਼ਰੂਰ ਇਹਦਾ ਜਵਾਬ ਚਾਹੂੰਗੀ, ਪਰ ਕੁਇਕਲੀ 2-3 ਕਾਲਰਸ ਲੈ ਲਈਏ, ਜ਼ਿਆਦਾ ਦੇਰ ਮੈਂ ਹੋਲਡ 'ਤੇ ਨਹੀਂ ਉਹਨਾਂ ਨੂੰ ਰੱਖਣਾ ਚਾਹੁੰਦੀ। ਠੀਕ ਹੈ, ਅਜੀਤ ਸਿੰਘ ਜੀ। ਹਾਂਜੀ ਅਜੀਤ ਸਿੰਘ ਜੀ। Ji Navjot, good afternoon, and good afternoon to your guests. Ji, good afternoon. Sundar ji, it's an honor and a privilege. मैं ਤੁਹਾਨੂੰ ਪਹਿਲਾਂ ਵੀ ਆਪਣੀ organization ਦੇ through we have communicated, and you know it's wonderful that you are here. Sundar ji, ਤੁਸੀਂ ਇੱਕ ਚੀਜ਼ ਨਾ ਬੜੀ precisely address ਕੀਤੀ ਹੈ, ਤੇ and I echo with that ਕਿ ਜਿਹੜੇ ਬੱਚੇ most of the time ਮੈਂ ਬਹੁਤ ਬੱਚਿਆਂ ਦੇ ਨਾਲ interact ਕੀਤਾ, you know unpleasant circumstances ਦੇ ਵਿੱਚ, ਇੱਕ ਚੀਜ਼ ਮੈਨੂੰ ਜਿਹੜੀ ਚੁਭਦੀ ਹੈ ਨਾ, ਉਹ ਇਹ ਹੈ ਕਿ ਜਿਹੜੇ ਜ਼ਿਆਦਾਤਰ ਬੱਚੇ ਜਿਹੜੇ ਐਕਸਪਲੋਇਟ ਹੋ ਰਹੇ ਨੇ, 2-3 ਚੀਜ਼ਾਂ ਨੇ ਐਕਚੁਅਲੀ। ਉਹ ਜਿਹੜੀ ਪਹਿਲਾ ਕੈਟਾਗਰੀ ਆਉਂਦੀ ਆ, ਉਹ ਮੋਸਟ ਆਫ ਦਾ ਟਾਈਮ ਮੈਜੋਰਿਟੀ ਆਫ ਦਾ ਕਿਡਸ ਉਹ ਹੈਗੇ ਆ ਜਿਨ੍ਹਾਂ ਦਾ ਕੈਨੇਡਾ ਆਉਣ ਦਾ ਪਰਪਸ ਕੋਈ ਪ੍ਰੋਫੈਸ਼ਨਲ ਕਰੀਅਰ ਵੱਲ ਨੂੰ ਗਰੋਥ ਨਹੀਂ ਹੈ। ਉਹਨਾਂ ਦਾ ਟਾਰਗੇਟ ਹੈਗਾ ਕਿ ਸਮਹਾਓ ਹਾਊ ਟੂ ਗੈਟ ਦਾ PR ਜੀ, ਤੇ ਉਸ ਕਰਕੇ ਉਹਨਾਂ ਦਾ ਕੋਈ ਫਿਊਚਰ ਓਰੀਐਂਟਡ ਗੋਲ ਨਹੀਂ ਹੁੰਦਾ, ਉਹਨਾਂ ਦਾ ਕੋਈ ਟਾਰਗੇਟ ਨਹੀਂ ਹੁੰਦਾ ਕਿ ਮੈਂ ਆਉਣ ਵਾਲੇ 5 ਸਾਲਾਂ ਦੇ ਵਿੱਚ ਕੀ ਕਰਨਾ ਜਾਂ ਕੀ ਬਣਨਾ। ਤੇ ਇਨ ਆਰਡਰ ਟੂ ਹੈਵ ਦੈਟ PR ਦੇ ਆਰ ਵਿਲਿੰਗ ਟੂ go through any pain, any suffering or you know ਕਿਸੇ ਵੀ ਉਹ ਅਨਸੁਖਾਵੇਂ ਐਕਸਪੀਰੀਅੰਸ ਦੇ ਵਿੱਚੋਂ ਗੁਜ਼ਰਨਾ ਐਕਸੈਪਟ ਕਰ ਲੈਂਦੇ ਨੇ। ਸੈਕਿੰਡ ਥਿੰਗ, ਅਗਰ ਤੁਸੀਂ, ਜੋ ਮੇਰਾ ਆਪਣਾ ਐਕਸਪੀਰੀਅੰਸ ਹੈਗਾ ਆ, 20-25 ਸਾਲ ਪਹਿਲਾਂ ਇਹ ਜ਼ਿਆਦਾ ਟ੍ਰੈਂਡ ਨਹੀਂ ਸੀਗਾ, ਬਟ ਹੁਣ ਦੇਖਣ 'ਚ ਇਹ ਆ ਰਿਹਾ ਕਿ ਜਿੰਨੇ ਵੀ ਬੱਚਿਆਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ, ਉਹ ਮੈਜੋਰਿਟੀ ਆਫ ਦੈਮ ਜਿਹੜੇ ਆ, ਮੈਜੋਰਿਟੀ ਮੈਂ ਕੀ ਕਹਾਂਗਾ, ਮੈਂ ਤਾਂ ਕਹਾਂਗਾ ਕਿ 100% ਜਿਹੜੇ ਨੇ ਉਹ ਆਪਣੇ ਪੰਜਾਬੀ ਐਮਪਲੋਇਰ ਹੀ ਨੇ, ਔਰ ਉਹਨਾਂ ਦੇ ਵਿੱਚੋਂ ਮੈਜੋਰਿਟੀ ਆਫ ਦੈਮ ਜਿਹੜੇ ਉਹ ਨੇ ਜਿਹੜੇ ਸਾਡੀ ਸੁਸਾਇਟੀ ਦੇ ਵਿੱਚ ਇੱਕ ਇੱਕ ਸਟੇਟਸ ਰੱਖਦੇ ਨੇ ਕਿ ਇਹ ਤਾਂ ਬੜੇ ਹੀ ਫਿਲੈਂਥਰੋਪਿਸਟ ਨੇ, ਇਹ ਤਾਂ ਬੜੇ ਹੀ ਚੈਰਿਟੀ ਕਰਦੇ ਨੇ, ਹਸਪੀਟਲਸ ਨੂੰ ਬੜੀ ਡੋਨੇਸ਼ਨ ਕਰਦੇ ਨੇ, ਇਹ ਤਾਂ ਦੋਸ ਕਾਈਂਡ ਆਫ ਥਿੰਗਸ। ਉਹੀ ਲੋਕ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਸਾਡੇ ਬੱਚਿਆਂ ਨੂੰ ਐਕਸਪਲੋਇਟ ਕਰਦੇ ਨੇ, ਚਾਹੇ ਉਹ ਧਾਰਮਿਕ ਇੰਸਟੀਟਿਊਸ਼ਨ ਚਲਾਉਣ ਵਾਲੇ ਹੋਣ ਜਾਂ ਇਹ ਸਾਡੇ ਸੋ ਕਾਲਡ ਜਿਹੜੇ ਬਣੇ ਹੋਏ ਲੀਡਰਸ਼ਿਪ ਇਹ ਨੇ। ਅਜੀਤ ਜੀ, ਸੁੰਦਰ ਹੁਣਾਂ ਨੂੰ ਕੀ ਸਵਾਲ ਹੈ ਤੁਹਾਡਾ? ਉਹ ਵੀ ਆਪਾਂ ਜ਼ਰੂਰ, ਮੈਂ ਚਾਹੁੰਦੀ ਕਿ ਜੇ ਕੋਈ ਮਨ 'ਚ ਤੁਹਾਡੀ ਗੱਲ ਹੈਗੀ ਉਹ ਵੀ ਆਪਾਂ ਇਹਨਾਂ ਸਾਹਮਣੇ ਰੱਖੀਏ। ਮੇਰਾ ਕੁਐਸਚਨ ਸੁੰਦਰ ਜੀ ਤੁਹਾਨੂੰ ਇਹ ਹੈਗਾ ਕਿ ਆਰ ਯੂ ਲਾਈਕ, ਤੁਹਾਡਾ ਕੋਈ ਇੱਦਾਂ ਦਾ ਗੋਲ ਹੈ ਕਿ ਆਪਾਂ ਕੋਈ, ਬਿਕਾਜ਼ ਮੈਂ ਕੁਝ ਕਰ ਰਿਹਾ ਇਹਨਾਂ ਦੇ ਲਈ, ਬੱਚਿਆਂ ਦੇ ਲਈ, ਬਟ ਮੇਰੇ ਕੋਲ ਉਨਾ ਟਾਈਮ ਨਹੀਂ ਮਿਲ ਰਿਹਾ ਕਿ ਅਸੀਂ ਕੁਝ ਏਦਾਂ ਦਾ ਸੈਟਅਪ ਕਰੀਏ ਲੀਗਲੀ ਜਿਹਦੇ ਵਿੱਚ ਬੱਚੇ ਵਿਦਆਊਟ ਐਨੀ ਫੇਅਰ, ਕਿਸੇ ਕੌਨਸੀਕੁਐਂਸਿਸ ਦੇ ਡਰ ਤੋਂ ਬਿਨਾਂ ਸਾਨੂੰ ਖੁੱਲ ਕੇ ਕੰਟੈਕਟ ਕਰਨ ਕਿ ਮੇਰੀ ਆਹ ਪ੍ਰੋਬਲਮ ਹੈਗੀ ਹੈ, ਐਂਡ ਵੀ ਕੈਨ ਸਪੋਰਟ ਦੈਮ, ਓਪਨਲੀ ਆਪਾਂ ਸਪੋਰਟ ਕਰੀਏ। ਬੱਚਾ ਕੋਈ ਡਰੇ ਨਾ ਇਸ ਚੀਜ਼ ਤੋਂ ਕਿ ਮੈਂ ਅਗਰ ਰਿਪੋਰਟ ਕੀਤਾ ਕੁਝ ਗਲਤ ਕਰਨ ਦਾ ਤਾਂ ਮੇਰੇ ਉੱਪਰ ਚਾਰਜਿਸ ਨਾ ਲੱਗ ਜਾਣ। ਆਰ ਯੂ ਪਲੈਨਿੰਗ ਸਮਥਿੰਗ ਲਾਈਕ ਦੈਟ? ਐਂਡ ਇਫ ਯੂ ਆਰ ਡੂਇੰਗ, ਪਲੀਜ਼ ਲੈਟ ਮੀ ਨੋ, ਆਈ ਐਮ ਹੇਅਰ to do my due diligence. Thank you. ਸ਼ੁਕਰੀਆ ਅਜੀਤ ਜੀ, ਬਹੁਤ ਬਹੁਤ। ਥੋੜ੍ਹਾ ਜਿਹਾ ਸਵਾਲ ਇਹ ਮੇਰੇ ਵਾਲਾ ਵੀ ਇਨਕਲੂਡ ਕਰ ਗਿਆ ਜਿਹੜਾ ਮੈਂ ਪਹਿਲਾਂ ਗੱਲ ਕਰਨਾ ਚਾਹੁੰਦੀ ਸੀ ਕਿ ਅਸਲ ਦੇ ਵਿੱਚ ਬੱਚੇ ਡਰਦੇ ਆ, ਉਹਨਾਂ ਨੂੰ ਭਰੋਸਾ ਹੀ ਇਸ ਚੀਜ਼ ਦਾ ਨਹੀਂ। ਭਰੋਸਾ ਇੱਕ ਤਾਂ ਪਹਿਲਾਂ ਟੁੱਟ ਚੁੱਕਾ ਹੁੰਦਾ ਸੁੰਦਰ ਸਿੰਘ ਜੀ, ਦੂਸਰੀ ਚੀਜ਼ ਇਹ ਹੁੰਦੀ ਹੈ ਕਿ ਉਹਨਾਂ ਨੂੰ ਹੁਣ ਜੱਜ ਕੀਤਾ ਜਾਣਾ।
ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਡੈਡ ਐਂਡ ਆ ਗਿਆ, ਹੁਣ ਜਾਈਏ ਤਾਂ ਕਿੱਥੇ ਜਾਈਏ? ਦੱਸੋ ਜੀ। ਹਾਂਜੀ, ਸਭ ਤੋਂ ਵੱਡਾ ਜੋ ਬੈਰੀਅਰ ਹੈ ਇਜ਼ ਟੂ ਬਿਲਡ ਟਰਸਟ। ਅਜੀਤ ਜੀ ਪੁੱਛ ਰਹੇ ਸੀ ਕਿ ਕਿਸ ਤਰ੍ਹਾਂ ਇਹ ਬੱਚਿਆਂ ਨੂੰ ਇੱਥੇ ਐਸੇ ਮਾਹੌਲ ਵਿੱਚ ਲਿਆਇਆ ਜਾਏ, ਐਸੇ ਸਰਕਲ ਵਿੱਚ ਲਿਆਇਆ ਜਾਏ ਜਿੱਥੇ ਬੱਚੇ ਖੁੱਲ੍ਹ ਕੇ ਗੱਲ ਕਰਨ, ਕੋਈ ਉਹਨਾਂ ਨੂੰ ਡਰ ਨਾ ਰਵੇ ਗੱਲ ਕਰਨ ਦੀ। ਜਦੋਂ ਮੇਰੇ ਲਈ ਇਹ ਸਭ ਤੋਂ ਵੱਡੀ ਬੈਰੀਅਰ ਹੈ ਕਿ ਬੱਚੇ ਮੈਨੂੰ ਟਰਸਟ ਕਰਨ। ਜਿਹੜੇ ਬੱਚੇ ਮੇਰੇ ਕੋਲ ਆਉਂਦੇ ਨੇ ਨਾ, ਜੋ ਵੀ ਬੱਚਾ ਆਉਂਦਾ ਇੱਥੇ, ਉਹ ਬੋਲਦਾ ਕਿ ਤੂੰ ਮੇਰੀ ਮਾਂ ਵਕਨ ਹੈ। ਐਂਡ ਦੈਟਸ ਆਲ ਆਈ ਨੀਡ ਟੂ ਹੀਅਰ, ਬਿਕਾਜ਼ ਮੈਨੂੰ ਇਹ ਪਤਾ ਹੈ ਕਿ ਹੁਣ ਬੱਚਾ ਮੈਨੂੰ ਟਰਸਟ ਕਰਨ ਲੱਗਾ। ਓਕੇ, ਤੇ ਫਿਰ ਬੱਚੇ ਜੋ ਬਾਰ ਆਉਂਦੇ ਹਨ, ਰੋਜ਼ਾਨਾ ਆਉਣਗੇ ਜਾਂ ਹਫ਼ਤੇ 'ਚ ਇੱਕ ਵਾਰ ਆਉਂਦੇ ਨੇ, ਇੱਥੇ ਆ ਕੇ ਵॉलंटियर ਕਰਦੇ ਹਨ, ਤੇ ਮੈਨੂੰ ਪਤਾ ਹੈ ਕਿ ਬੱਚਾ ਇਹ ਓਪਰਚੁਨਿਟੀ ਹੈ ਕਿ ਬੱਚਾ ਇਸ ਆਰਗੇਨਾਈਜੇਸ਼ਨ ਨੂੰ ਟਰਸਟ ਕਰਨ ਲੱਗੇ। ਸਾਨੂੰ ਕਈ ਮਹੀਨੇ ਲੱਗ ਜਾਂਦੇ ਹਨ ਬਿਫੋਰ ਅ ਚਾਈਲਡ ਵਿਲ ਕਮ ਆਊਟ and talk about their sexual assault experience. ਕਿਤਨੇ ਮਹੀਨੇ ਇਹ ਬੱਚੇ ਇੱਥੇ ਆ ਕੇ ਪ੍ਰੋਗਰਾਮਸ ਅਟੈਂਡ ਕਰਦੇ ਹਨ, ਅਸੀਂ ਇਹਨਾਂ ਦੇ ਅੱਗੇ ਅਵੇਅਰਨੈਸ ਕ੍ਰੀਏਟ ਕਰਦੇ ਹਾਂ, ਮਗਰ ਬੱਚੇ ਬੋਲਦੇ ਨਹੀਂ ਕੁਛ ਵੀ। ਇਟ ਟੇਕਸ ਅ long time for them to, ਤੇ ਅਗਰ ਐਸਾ ਸਰਕਲ ਕ੍ਰੀਏਟ ਕਰੀਏ ਵੀ, ਉਹ ਬੜਾ ਮੁਸ਼ਕਿਲ ਹੋਏਗਾ। that is ਸਾਡੇ ਲਈ ਉਹ it does not work ਅਜੀਤ ਜੀ, ਸਾਡੇ ਲਈ ਉਹ ਕੰਮ ਨਹੀਂ ਕਰਦਾ। we have to work with them one on one. I have to spend hours. ਮੈਨੂੰ ਇੱਕ ਦਿਨ ਵਿੱਚ ਇੱਕ ਬੱਚੇ ਨੂੰ ਮਿਲਣ ਵਾਸਤੇ 2-3 ਘੰਟੇ ਲੱਗ ਜਾਂਦੇ ਨੇ। that means stopping everything I am doing here and just make sure, ਮੇਰੇ ਦਿਮਾਗ ਵਿੱਚ ਇਹ ਹੁੰਦਾ ਕਿ ਅਗਰ ਇੱਕ ਬੱਚੇ ਦੀ ਵੀ ਲਾਈਫ ਬਦਲ ਜਾਏ then I have become successful. ਇਸ ਕਰਕੇ ਅੱਜ ਮੇਰੇ ਕੋਲ ਇੱਕ ਬੱਚਾ ਆਇਆ, ਪਹਿਲੀ ਵਾਰ ਉਸਨੂੰ ਮਿਲਿਆ ਤੇ ਮੈਨੂੰ 3 ਘੰਟੇ ਦੇ ਨਾਲ ਲੱਗੇ, ਫਿਰ ਦੁਬਾਰਾ, ਫਿਰ ਤੀਸਰੀ ਵਾਰ ਉਹ ਬੋਲਦਾ ਮੈਂ ਪੁਲਿਸ ਆਫਿਸਰ ਬਣਨਾ ਚਾਹੁੰਦਾ। ਅੱਛਾ, ਮਗਰ ਇਸ ਵਕਤ ਉਹ ਬੱਚਾ ਕੰਮ ਨਹੀਂ ਕਰ ਰਿਹਾ, ਉਸ ਕੋਲ ਇੱਕ ਪੈਸਾ ਨਹੀਂ ਹੈ, ਮੁਸਲਮਾਨ ਬੱਚਾ ਹੈ, ਪਰ ਗੁਰਦੁਆਰੇ ਵਾਲਿਆਂ ਨੇ ਉਸਨੂੰ ਜਗ੍ਹਾ ਦਿੱਤੀ ਰਹਿਣ ਵਾਸਤੇ, ਉੱਥੇ ਸੇਵਾ ਕਰ ਰਿਹਾ, ਇੱਥੇ ਵॉलंटियर ਕਰਦਾ। ਉਹ ਬੋਲਦਾ ਮੈਂ ਪੁਲਿਸ ਆਫਿਸਰ ਬਣਨਾ ਚਾਹੁੰਦਾ। ਮੈਨੂੰ ਅੱਧਾ ਦਿਨ ਲੈ ਕੇ ਜਾਣਾ ਹੈ ਯਾਰਕ ਰੀਜਨਲ ਪੁਲਿਸ ਨੂੰ ਮਿਲਣ ਵਾਸਤੇ, ਤਾਂ ਕਿ ਕੋਈ ਉਸਨੂੰ ਡਾਇਰੈਕਟਲੀ ਸਮਝਾ ਸਕੇ ਕਿ ਪੁਲਿਸ ਬਣਨ ਵਾਸਤੇ ਕੀ ਮੁਸ਼ਕਿਲਾਂ ਆਉਂਦੀਆਂ। ਇਜ਼ ਹੀ ਪ੍ਰੀਪੇਅਰਡ? ਓਕੇ, ਸੋ ਪਰ ਅਗਰ ਗਰੁੱਪ, ਅਗਰ ਪ੍ਰੋਫੈਸ਼ਨਲਸ ਹੈ ਜਿਹੜੇ ਇੱਥੇ ਆਏ ਹੋਏ ਕਾਫੀ ਦੇਰ ਦੇ, ਉਹ ਅਗਰ ਸਾਰੇ ਮਿਲ ਕੇ ਹੈਲਪ ਕਰਨ, ਜੋ ਐਮਪਲੋਇਰਸ ਹਨ ਵੱਡੇ ਜਿਹੜੀਆਂ ਇੰਡਸਟਰੀਜ਼ ਚਲਾ ਰਹੇ ਹਨ, ਉਹ ਬੋਲਣ ਕਿ ਹਾਂ ਅਸੀਂ ਤਿਆਰ ਹਾਂ ਇਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ, ਅਸੀਂ ਇਹਨਾਂ ਨੂੰ ਹਾਇਰ ਕਰਾਂਗੇ, ਤਾਂ ਤੇ ਗੱਲ ਬਣਦੀ ਹੈ। ਬਟ ਯੂ ਆਰ ਸੋ ਰਾਈਟ ਅਜੀਤ ਜੀ ਕਿ ਜਿਹੜੇ ਆਪਣੇ ਹੀ ਬੰਦੇ ਜਿਹੜੇ ਹਨ ਇੱਥੇ ਸੈਟਲ ਹੋਏ ਹਨ, ਅਮੀਰ ਹਨ, ਵੱਡੇ ਬਿਜ਼ਨਸਮੈਨ, ਦੇ ਆਰ ਦ ਵਨਸ ਹੂ ਆਰ ਐਕਸਪਲੋਇਟਿੰਗ ਆਵਰ ਚਿਲਡਰਨ। ਇਹ ਹੈ ਜਿਹੜੇ ਲੈਂਡਲੋਰਡਸ ਨੇ ਬੱਚੇ ਨੂੰ ਐਕਸਪਲੋਇਟ ਕਰਨ ਵਾਸਤੇ ਸਭ ਤੋਂ ਜੋ ਆਸਾਨ ਤਰੀਕਾ ਹੈ ਕਿ ਜੋ ਉਸਨੂੰ ਡਰੱਗਸ ਦੇ ਦਿਓ। ਓਕੇ, ਇੱਕ ਕੁੜੀ ਮੈਨੂੰ ਹੁਣ ਯਾਦ ਨਹੀਂ ਆ ਰਹੀ ਜਿਸਨੇ ਰਿਪੋਰਟ ਕੀਤਾ ਸੀ ਕਿ ਉਹ ਬਾਹਰ ਚਲੀ ਗਈਆਂ, just to have an evening. ਉੱਥੇ ਇੱਕ ਆਦਮੀ ਬੋਲਦਾ ਕਿ how about a drink? ਉਹ ਕੁੜੀ ਬੋਲਦੀ ਕਿ no, I don't drink. ਉਹ ਬੋਲਦਾ ਵੀ ਇਸ ਦਾ ਕੀ ਫਰਕ ਪਏਗਾ? ਉਹ ਕੁੜੀ ਨੇ ਦੇਖ ਲਿੱਤਾ ਕਿ ਉਹ ਡਰਗ ਪਾ ਰਿਹਾ ਸੀ ਡਰਿੰਕ ਵਿੱਚ। so imagine, ਤੇ ਜਿਹੜੀ ਆਰਗੇਨਾਈਜੇਸ਼ਨ ਸਪਾਂਸਰ ਕਰੀ ਸੀ, ਚ ਲੰਬੀ ਕਹਾਣੀ ਹੈ, ਮਗਰ this is what they do. ਇੱਕ ਵਾਰ ਤੁਸੀਂ ਡਰਗ ਐਸਾ ਲੈ ਲੈਂਦੇ ਹੋ ਕਿ the child is hooked on the drug. Okay, and then she will do anything for you. ਬਿਲਕੁਲ ਬਿਲਕੁਲ। ਉਹ ਜਿਹੜਾ ਬੱਚੇ 'ਚ ਡਰ ਪੈ ਜਾਂਦਾ, ਬੱਚਾ ਡਰ ਇਸ ਕਰਕੇ ਕਰਦਾ ਹੈ ਕਿ ਇੱਕ ਤੇ ਡਰਗ ਦੀ ਐਡਿਕਸ਼ਨ ਹੋ ਜਾਏ, ਇੱਕ ਤੇ ਸੋਸ਼ਲ ਸਟਿਗਮਾ ਹੋ ਜਾਏ, ਇੱਕ ਪੈਸਾ ਨਹੀਂ ਹੈ, ਇੱਕ ਜੋ ਥ੍ਰੈਟ ਮਿਲਦਾ ਹੈ, ਸੋ ਵਿਸ਼ੀਅਸ ਸਰਕਲ ਹੋ ਜਾਂਦਾ ਹੈ ਜਿਹਦੇ ਵਿੱਚ ਉਹ ਫਸ ਜਾਂਦਾ। ਉਸ ਵੇਲੇ ਵਿਸ਼ੀਅਸ ਸਰਕਲ ਇੱਕ ਤਰ੍ਹਾਂ ਦਾ ਹੋ ਜਾਂਦਾ। ਪਰ ਬੱਚੇ ਦੀ ਰਿਸਪੋਂਸਿਬਿਲਿਟੀ ਇਹ ਹੈ ਕਿ ਬਾਹਰ ਆ ਕੇ ਸ਼ੋਰ ਮਚਾਏ, ਆਈ ਨੀਡ ਹੈਲਪ, ਆਈ ਐਮ ਇਨ ਟਰਬਲ, ਆਈ ਨੀਡ ਹੈਲਪ, ਦੈਟਸ ਆਲ ਸ਼ੀ ਹੈਜ਼ ਟੂ ਡੂ। Okay, ਉਹ ਕਰਦੀ ਨਹੀਂ ਹੈ। ਅਗਰ ਸ਼ੋਰ ਮਚਾਏ ਨਾ, I need help, I'm screaming for help, I need help, ਉਹ ਬਾਰ ਬੋਲੇਗੀ ਹੈਲਪ ਆ ਜਾਏਗੀ। ਚੁੱਪਚਾਪ ਚਲੀ ਜਾਏ ਪੁਲਿਸ ਸਟੇਸ਼ਨ ਤੇ ਜਾ ਕੇ ਬੋਲੇ ਕਿ ਮੇਰੇ ਨਾਲ ਇਹ ਹੋ ਰਿਹਾ, ਮੈਨੂੰ ਸਮਝ ਨਹੀਂ ਆ ਰਹੀ, ਮੈਂ ਕੀ ਕਰਾਂ। ਜੋ ਪੁਲਿਸ ਹੈ ਉਹ ਗਾਈਡ ਕਰੇਗੀ। ਪਰ ਅਗਰ ਬੱਚਾ ਡਰੇ ਕਿ ਮੈਨੂੰ ਤੇ ਰਿਪੋਰਟ ਕਰ ਦੇਣਗੇ, ਫਿਰ ਫਿਰ that is dangerous, ਕਿਉਂਕਿ ਲੈਕ ਆਫ ਇਨਫੋਰਮੇਸ਼ਨ ਹੈ ਨਾ, ਲੈਕ ਆਫ ਇਨਫੋਰਮੇਸ਼ਨ ਹੈ ਜਿਹੜਾ ਡਰ ਆ, ਉਹ ਸਾਨੂੰ ਬਹੁਤ ਕੁਝ ਬਲੌਕ ਕਰ ਦਿੰਦਾ ਸਾਡਾ।
ਸੁੰਦਰ ਸਿੰਘ ਜੀ ਬਹੁਤ ਦੇਰ ਤੋਂ ਹੋਲਡ ਤੇ ਨੇ ਇੰਦਰਜੀਤ ਸਿੰਘ ਜੀ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਇੰਦਰਜੀਤ ਮਾਨ ਜੀ, ਹਾਂਜੀ ਇੰਦਰਜੀਤ ਮਾਨ ਜੀ। ਹੈਲੋ, ਸਤਿ ਸ਼੍ਰੀ ਅਕਾਲ ਨਵਜੋਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੁੰਦਰ ਜੀ। ਸੋ ਤੁਹਾਡਾ ਜਿਹੜਾ ਫਸਟ ਸੈਗਮੈਂਟ ਸੀਗਾ ਮੈਂ ਸੁਣ ਨਹੀਂ ਸਕਿਆ, ਬਟ ਮੈਂ ਥੋੜਾ ਬਹੁਤਾ ਨਿਊਜ਼ ਪੇਪਰ 'ਚ ਪੜ੍ਹਿਆ ਸੀ ਤੁਹਾਡੀ ਰਿਪੋਰਟ ਬਾਰੇ, ਤੇ ਉਹਦੇ ਵਿੱਚ ਕਾਫੀ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਕਿ ਬਿਲਕੁਲ ਮਤਲਬ ਮੈਨੂੰ ਇਹ ਲੱਗਦਾ ਹੈ ਕਿ ਇਹ ਹੈਪਨ ਹੋ ਰਹੀਆਂ, ਕਿ ਜਿਸ ਤਰ੍ਹਾਂ ਦੇ ਤੁਸੀਂ ਫੈਕਟ ਦਿੱਤੇ। ਬਟ ਜਸਟ ਮੈਂ ਇੱਕ ਥੋੜਾ ਜਿਹਾ ਕਮੈਂਟ ਹੀ ਕਰਨਾ ਸੀਗਾ। ਇੱਕ ਜਿਹੜਾ ਇੰਡੀਆ ਤੋਂ ਮਾਈਗ੍ਰੇਸ਼ਨ ਹੋ ਰਹੀ ਹੈ, ਜਿਵੇਂ ਨਵਜੋਤ ਜੀ ਨੇ ਵੀ ਹੁਣ ਕਿਹਾ ਹੈਗਾ, ਉਹ ਇਹ ਹੈ ਵੀ ਉਹਦੇ ਵਿੱਚ ਜਿਹੜੀ ਪਹਿਲਾਂ ਮੈਚੋਰ ਗ੍ਰੈਜੂਏਸ਼ਨ ਕਰਕੇ ਬੱਚੇ ਆਉਂਦੇ ਸੀਗੇ, ਥੋੜਾ ਬਹੁਤਾ ਉਹਨਾਂ ਦੀ ਸੈਂਸ ਵੀ ਕਾਈਂਡ ਆਫ ਡਿਵੈਲਪ ਹੋ ਜਾਂਦੀ ਸੀਗੀ, ਤੇ ਇਨਫੋਰਮੇਸ਼ਨ ਲੈਵਲ ਵੀ ਵੱਧ ਜਾਂਦਾ ਸੀਗਾ, ਏਜ ਵੀ ਵੱਧ ਹੁੰਦੀ ਸੀ, ਤਾਂ ਜਿਹਦੇ ਨਾਲ ਉਹ ਥੋੜਾ ਜਿਹਾ ਉਹਨਾਂ ਨੂੰ ਸੈਲਫ ਡਿਪੈਂਡੈਂਟ ਹੋਣਾ ਇੱਥੇ ਆ ਕੇ ਸੌਖਾ ਸੀਗਾ। ਤੇ ਇਸ ਕਰਕੇ ਜਿਹੜਾ ਇੱਕ ਤਾਂ ਇਹ ਮਾਈਗ੍ਰੇਸ਼ਨ ਦਾ ਬੜਾ ਵੱਡਾ ਇਹਦੇ ਵਿੱਚ ਕੁਛ ਮਤਲਬ ਇਹ ਮੰਨੋ ਵੀ ਇੱਕ ਡਿਫੈਕਟ ਲਾ ਲਓ, ਜਾਂ ਇਹ ਮਿਨਿਸਟਰ ਆਫ ਇਮੀਗ੍ਰੇਸ਼ਨ ਹੈਗਾ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ, ਇਹਦੇ ਕੋਲੇ ਜਿਹੜੇ ਫੈਕਟ ਹੈ ਇਸ ਕਿਸਮ ਦੇ ਆਏ ਨੇ ਕਿ ਜਿਹੜੇ ਲੇਬਰ ਸਟੱਡੀ ਪ੍ਰੋਗਰਾਮ, ਜਿਹੜਾ ਲੇਬਰ ਸਟੱਡੀ ਦੇ ਡਿਸਕੋਰਸ ਇਹ ਨੇ ਕਿ ਪੰਜਾਬ ਦਾ ਫਾਰਮਰ ਰਿਚ ਬਹੁਤ ਹੈ, ਇੰਡੀਆ ਦਾ ਫਾਰਮਰ ਰਿਚ ਬਹੁਤ ਹੈ, ਕਿ ਉਹਦੇ ਕੋਲ ਤਾਂ ਪੈਸੇ ਹੀ ਬਹੁਤ ਹੈ, ਇਸ ਕਰਕੇ ਬੱਚੇ ਇੱਥੇ ਐਕਚੁਅਲੀ ਪੜ੍ਹਨ ਆ ਰਹੇ ਹੈ। ਇੱਕ ਤਾਂ ਇਹ ਡਿਸਕੋਰਸ ਦੇ ਵਿੱਚ ਜਿਹੜੀ ਇਹ ਮਿਸਿੰਗ ਹੈਗੀ ਹੈ ਕਿ ਇੱਥੇ ਜਿਹੜੇ ਉਹ ਫੈਕਟ ਇਹਨਾਂ ਕੋਲੇ ਉਸ ਕਿਸਮ ਦੇ ਹੈ ਨਹੀਂ, ਤੇ ਆਪਣੇ ਬੰਦੇ ਉਸ ਡਿਸਕੋਰਸ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ। ਇੱਕ ਤਾਂ ਇਹ ਹੈਗਾ। ਸੈਕੰਡਲੀ ਜਿਹੜਾ ਇਹ ਮਾਈਗ੍ਰੇਸ਼ਨ ਹੋ ਰਹੀ ਹੈ ਸਟੂਡੈਂਟਸ ਦੀ, ਇਹਦੇ ਵਿੱਚੋਂ ਪੰਜਾਬ ਦੇ ਵਿੱਚ ਕੋਈ ਇਸ ਕਿਸਮ ਦਾ ਜਿਹੜਾ ਰੈਗੂਲੇਟਿੰਗ ਡਿਪਾਰਟਮੈਂਟ ਨਹੀਂ ਹੈ ਕਿ ਜਿੱਥੇ ਤੁਸੀਂ ਜਾ ਰਹੇ ਹੋ ਘੱਟੋ ਘੱਟ ਉਸ ਡਿਪਾਰਟਮੈਂਟ ਦੇ ਥਰੂ ਹੋ ਕੇ ਜਾਓ ਕਿ ਤੁਹਾਨੂੰ ਅਸੀਂ ਪ੍ਰੀ ਅਰਾਈਵਲ ਇਨਫੋਰਮੇਸ਼ਨ ਜਿਹੜੀ ਹੈਗੀ ਹੈ, ਜਾਂ ਸੌਰੀ ਪ੍ਰੀ ਡਿਪਾਰਚਰ ਕਹਿ ਲਓ ਉੱਥੋਂ, ਜਾਂ ਇੱਥੇ ਪ੍ਰੀ ਅਰਾਈਵਲ ਇਨਫੋਰਮੇਸ਼ਨ ਮਿਲੇ ਕਿ ਤੁਸੀਂ ਕਿਹੜੇ ਸ਼ਹਿਰ ਦੇ ਵਿੱਚ ਜਾ ਰਹੇ ਹੋ, ਕਿੱਥੇ ਜਾ ਰਹੇ ਹੋ, ਕੀ ਅਪੋਰਚੁਨਿਟੀ ਹੈਗੀਆਂ ਨੇ। ਉਸ ਤੋਂ ਬਾਅਦ ਥਰਡ ਥਿੰਗ ਜਿਹੜੀ ਹੈਗੀ ਹੈ, ਕੈਨੇਡਾ ਦੇ ਵਿੱਚ ਜਿਹੜੀ ਪ੍ਰੋਸੈਸ ਆਫ ਇਨਫੋਰਮੇਸ਼ਨ ਹੈਗੀ ਹੈ ਜਾਂ ਕ੍ਰਾਸ ਕਲਚਰਲ ਇਨਫੋਰਮੇਸ਼ਨ ਸੈਟਅਪ ਹੈ, ਉਹਦੇ ਵਿੱਚ ਇਹ ਹੈਗਾ ਕਿ ਜਦੋਂ ਬੱਚਾ ਇੱਥੇ ਆ ਜਾਂਦਾ ਉਹਨੇ ਇੱਥੇ ਆਉਂਦਿਆਂ ਹੀ ਉਹ ਜਿਹੜੇ ਉਹਦੇ ਯੰਗ ਦੂਸਰੇ ਬੱਚੇ ਹੈਗੇ ਆ ਉਹਨਾਂ ਤੋਂ ਉਹਨੇ ਇਨਫੋਰਮੇਸ਼ਨ ਗੇਨ ਕਰਨੀ ਹੈ, ਤਾਂ ਉਹਨਾਂ ਦੇ ਕੋਲ ਜਿੰਨੀ ਵੀ ਇਨਫੋਰਮੇਸ਼ਨ ਹੁੰਦੀ ਹੈ ਕਿ ਇੱਥੇ ਆਹ ਕੰਮ ਹੈ, ਇੱਥੇ ਆਹ ਕਰਨਾ ਹੁੰਦਾ, ਇੱਥੇ ਆਹ ਕਰਨਾ ਹੁੰਦਾ, ਉਹ ਆਲਰੇਡੀ ਸੈਟਅਪ ਹੀ ਹੈ, ਮਤਲਬ ਇੱਥੇ ਸਾਰੇ ਸੈਟਲ ਡਾਊਨ ਹੋਏ ਆ ਇੱਥੇ ਆ, ਉਹ ਉਹਨਾਂ ਨੂੰ ਉਹਨਾਂ ਦੇ ਮਾਈਂਡ ਦੇ ਵਿੱਚ ਉਹ ਗਾਈਡ ਬਣ ਜਾਂਦੇ, ਉਹਨਾਂ ਦੇ ਨਵੇਂ ਆਇਆ ਤੇ ਉਹ ਗਾਈਡ ਹੁੰਦੇ ਆ ਉਸ ਵੇਲੇ। ਹਾਂ, ਗਾਈਡ ਹੁੰਦੇ ਆ। ਸੋ ਮੈਂ ਤੁਹਾਨੂੰ ਇੱਕ ਤਾਂ ਇਹ ਥੋੜਾ ਜਾਣਨਾ ਚਾਹੁੰਦਾ ਸੀ ਕਿ ਇਫ ਯੂ ਫਾਈਂਡ ਐਨੀ ਗਵਰਨਮੈਂਟਲ ਡਿਪਾਰਟਮੈਂਟ, ਠੀਕ ਹੈ ਅਸੀਂ ਇਮੀਗ੍ਰੈਂਟ ਲੈ ਕੇ ਆ ਰਹੇ ਹਾਂ, ਅਸੀਂ ਬੱਚੇ ਲੈ ਕੇ ਆ ਰਹੇ ਹਾਂ, ਸਟੂਡੈਂਟ ਲੈ ਕੇ ਆ ਰਹੇ ਹਾਂ, ਕੀ ਉਹਨਾਂ ਨੂੰ ਕੋਈ ਗਾਈਡੈਂਸ ਲਈ, ਚਲੋ ਪੰਜਾਬ ਤਾਂ ਹੈ ਨਹੀਂ, ਇੱਥੇ ਕੁਛ ਇਸ ਕਿਸਮ ਦਾ ਹੈਗਾ ਕਿ ਉਹ ਬੱਚੇ ਕੁਛ ਨਾ ਕੁਛ ਕੈਨੇਡਾ ਦੀ ਸੁਸਾਇਟੀ ਬਾਰੇ ਜਾਂ ਜੋਬ ਅਪੋਰਚੁਨਿਟੀ ਬਾਰੇ ਜਾਂ ਕੁਛ ਨਾ ਕੁਛ ਇਸ ਕਿਸਮ ਦਾ ਉਹਨਾਂ ਨੂੰ ਜਿਹੜੀ ਹੈਗੀ ਹੈ ਅਰਾਈਵਲ ਤੋਂ ਬਾਅਦ ਇਮੀਡੀਏਟ ਆਫਟਰ ਦਾ ਅਰਾਈਵਲ ਕਿ ਕਿਸੇ ਕਿਸਮ ਦੀ ਨੌਲੇਜ ਉਹ ਲੈ ਸਕਣ ਈਜ਼ੀਲੀ। ਥੈਂਕ ਯੂ ਇੰਦਰਜੀਤ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਸੁੰਦਰ ਸਿੰਘ ਜੀ। ਹਾਂਜੀ, ਅਸੀਂ ਗੱਲ ਕੀਤੀ ਸੀ ਇੰਡੀਅਨ ਕਾਉਂਸਲ ਜਨਰਲ ਜੋ ਟੋਰਾਂਟੋ ਵਿੱਚ ਜਿਨ੍ਹਾਂ ਦਾ ਆਫਿਸ ਹੈ, ਉਹਨਾਂ ਨਾਲ ਗੱਲ ਕੀਤੀ ਸੀ। ਉਹ ਇੱਕ ਬੜੀ ਸਿਆਣੀ ਔਰਤ ਹੈ ਤੇ ਸ਼ੀ ਮੇਕਸ ਰੀਅਲੀ ਗੁੱਡ ਡਿਸੀਜਨਸ ਐਂਡ ਰੀਅਲੀ ਫਾਸਟ। ਉਸਦਾ ਇੰਟਰਸਟ ਇਹ ਹੈ ਸੀ ਕਿ ਅਸੀਂ ਆਪਣਾ ਆਫਿਸ ਖੋਲੀਏ ਇੰਡੀਆ ਵਿੱਚ, ਜਿੱਥੇ ਕੰਸਲਟੈਂਟ ਮਿਸਇਨਫੋਰਮ ਕਰਦੇ ਹਨ ਬੱਚਿਆਂ ਦੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਕਿ ਇੱਥੇ ਐਵਰੀਥਿੰਗ ਇਜ਼ ਗੋਇੰਗ ਟੂ ਬੀ ਹਾਂਕੀ ਡੋਰੀ, ਜਿਸ ਤਰ੍ਹਾਂ ਬੱਚੇ ਇੱਥੇ ਅਰਾਈਵ ਕਰਨਗੇ ਉਹਨਾਂ ਨੂੰ ਜੌਬਸ ਮਿਲ ਜਾਣਗੇ, ਕੋਈ ਪ੍ਰੋਬਲਮ ਨਹੀਂ ਹੋਏਗੀ। ਉਹ ਮਿਸ ਇਨਫੋਰਮੇਸ਼ਨ ਨੂੰ ਕਰੈਕਟ ਕਰਨ ਵਾਸਤੇ ਅਸੀਂ ਇੱਕ ਪ੍ਰਪੋਜ਼ਲ ਦਿੱਤਾ ਸੀ ਕਿ ਉੱਥੇ ਆਫਿਸ ਬੇਸ਼ੱਕ ਹਫ਼ਤੇ 'ਚ ਇੱਕ ਵਾਰ ਹੋਏ ਜਾਂ ਮਹੀਨੇ 'ਚ ਇੱਕ ਵਾਰ ਹੋਏ, ਜਦੋਂ ਵੀ ਹੋਏ, ਮਗਰ ਹੋਏ ਜ਼ਰੂਰ, ਤਾਂ ਕਿ ਸਾਰੇ ਬੱਚੇ ਜਿਹੜੇ ਇੱਥੇ ਆਉਣ ਦਾ ਪਲਾਨ ਕਰ ਰਹੇ ਹਨ ਉਹਨਾਂ ਨੂੰ ਤਿਆਰ ਕੀਤਾ ਜਾਏ ਕਿ ਇੱਥੇ ਆ ਕੇ ਤੁਸੀਂ ਕੀ ਐਕਸਪੈਕਟ ਕਰਨਾ ਹੈ, ਤੁਸੀਂ ਕੀ ਕਰਨਾ ਹੈ, ਓਕੇ, ਤੇ ਤੁਹਾਨੂੰ ਕਿਸ ਤਰ੍ਹਾਂ ਦੇ ਬੈਰੀਅਰਸ ਆਉਣਗੇ ਤੇ ਹਾਊ ਡੂ ਯੂ ਓਵਰਕਮ ਦੋਜ਼ ਬੈਰੀਅਰਸ। ਇਹ ਇਨਫੋਰਮੇਸ਼ਨ ਬੱਚਿਆਂ ਤੱਕ ਪਹੁੰਚਾਉਣੀ ਬੜੀ ਜ਼ਰੂਰੀ ਸੀ। ਦਿਸ ਇਜ਼ ਪ੍ਰੀ arrival information, orientation for the children. Inderji, thank you for bringing it up. ਤੇ ਅਸੀਂ ਇਹ ਪ੍ਰਪੋਜ਼ਲ ਜਦੋਂ ਭੇਜੀ ਹੈ ਤੇ ਪ੍ਰਾਈਮ ਮਿਨਿਸਟਰ ਤੱਕ ਚਲੀ ਗਈ ਸੀ, ਉਹਨਾਂ ਦੇ ਆਫਿਸ ਤੱਕ, ਉੱਥੇ ਜਾ ਕੇ ਰੁਕ ਗਈ ਗੱਲ। ਕਿਉਂਕਿ ਸਾਨੂੰ ਇਹ ਪਤਾ ਨਹੀਂ ਹੈ, ਮਗਰ ਇੰਡੀਅਨ ਪ੍ਰਾਈਮ ਮਿਨਿਸਟਰ ਦੇ ਆਫਿਸ ਤੇ ਜਾ ਕੇ, ਕਿਉਂਕਿ ਜੋ ਪ੍ਰਪੋਜ਼ਲ ਸੀ ਬੜਾ ਸਾਊਂਡ ਪ੍ਰਪੋਜ਼ਲ ਸੀ, ਤਾਂ ਕਿ ਜਿਹੜੇ ਇੱਥੇ ਲੋਕ ਬੱਚੇ ਆ ਵੀ ਰਹੇ ਤੇ ਅਗਰ ਘਬਰਾ ਜਾਣ, ਕੋਈ ਗਲਤ ਰਸਤੇ ਪਹੁੰਚ ਫੜ ਲੈਣ ਜਾਂ ਕੁਝ ਹੋ ਜਾਏ ਉਹਨਾਂ ਦੇ ਨਾਲ,
ਇੱਕ ਫੋਨ ਕਾਲ ਕਰ ਸਕਦੇ ਸਨ ਤਾਂ ਕਿ ਇੱਥੇ ਕੋਈ ਆਰਗੇਨਾਈਜੇਸ਼ਨ ਹੋਏ ਜੋ ਉਹਨਾਂ ਨੂੰ ਫਟਾਫਟ ਹੈਲਪ ਕਰੇ। ਹੁਣ ਕਾਉਂਸਲ ਜਨਰਲ ਦੇ ਆਫਿਸ ਤੋਂ ਜਦੋਂ ਵੀ ਕੋਈ ਆਉਂਦੇ ਹਨ ਕੇਸਿਸ, ਉਹ ਫਿਰ ਸਾਨੂੰ ਜਦੋਂ ਫੋਨ ਕਰਦੇ ਹਨ, we jump on those cases immediately, instantly we work on them, okay? तो ਉਹੀ ਚੀਜ਼ ਅਸੀਂ ਇੱਥੇ ਕ੍ਰੀਏਟ ਕਰਨਾ ਚਾਹੁੰਦੇ ਸੀ, ਇੱਕ ਸਿਸਟਮ, ਤਾਂ ਕਿ ਔਰ ਇੱਥੇ ਦੀ ਤੁਸੀਂ ਸੁੰਦਰ ਸਿੰਘ ਜੀ ਸਿਰਫ ਤੁਸੀਂ GTA ਦੀ ਗੱਲ ਕਰ ਰਹੇ ਹੋ ਜਾਂ ਤੁਸੀਂ ਓਵਰਆਲ ਕੈਨੇਡਾ ਦੇ ਲਈ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਜਿੱਥੇ ਜਿੱਥੇ ਬੱਚੇ ਆ ਰਹੇ ਹੈਗੇ ਉੱਥੇ ਇਸ ਤਰ੍ਹਾਂ ਦਾ ਕੁਝ ਹੋਣਾ ਚਾਹੀਦਾ? ਇਹ ਅਸੀਂ ਗੱਲ ਕੀਤੀ ਸੀ GTA ਵਾਸਤੇ। ਓਕੇ, ਅਗਲੇ ਇਸ 'ਚ ਮੈਂ ਗੱਲ ਤੁਹਾਡੇ ਕੋਲ ਹੋਰ ਸੁਣਨਾ ਚਾਹੁੰਦੀ ਹਾਂ। ਕੁਝ ਕਾਲਰ ਸਾਡੇ ਹੋਰ ਨੇ ਜਿਹੜੇ ਸਵਾਲ ਕਰ ਰਹੇ ਨੇ, ਪਰ ਇਸ ਕਮਰਸ਼ੀਅਲ ਬ੍ਰੇਕ ਤੇ ਖਬਰਾਂ ਤੋਂ ਬਾਅਦ ਪਲੀਜ਼। ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸ਼ਾਮਿਲ ਹੋ ਦਾ ਨਵਜੋਤ ਢਿੱਲੋਂ ਸ਼ੋਅ ਦੇ ਵਿੱਚ। ਸਾਡੇ ਇਸ ਪ੍ਰੋਗਰਾਮ 'ਚ ਇਸ ਵੇਲੇ ਸੁੰਦਰ ਸਿੰਘ ਹੁਣਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਕੁਝ ਸਾਡੇ ਕਾਲਰਸ ਟੈਲੀਫੋਨ ਲਾਈਨਸ ਉਹਨਾਂ ਦੀਆਂ ਹੋਲਡ 'ਤੇ ਸਨ, ਉਹ ਡਰੋਪ ਕਰ ਗਏ ਆਪਣੀਆਂ ਖਬਰਾਂ ਦੇ ਦੌਰਾਨ। ਜੇ ਕੋਈ ਗੱਲ ਹੈ ਤਾਂ ਆਪਾਂ ਥੋੜ੍ਹਾ ਜਿਹਾ ਟਾਈਮ ਸੁੰਦਰ ਸਿੰਘ ਹੁਣਾਂ ਦਾ ਹੋਰ ਲੈਣਾ। ਕੁਇਕਲੀ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ 604 204 0600 'ਤੇ ਕਾਲ ਕਰਕੇ। ਨਾਲ ਹੀ ਦੱਸਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਨੇ ਸੰਦਰ ਟਰੱਕਿੰਗ ਵਾਲੇ, ਜਿਹੜੇ ਤੁਹਾਡੇ ਆਲ ਇਨ ਵਨ ਟਰਾਂਸਪੋਰਟ ਸੋਲਿਊਸ਼ਨ ਨੇ। ਇਹਨਾਂ ਦਾ ਨੰਬਰ ਹੈ 6042769044 604 276 9044, ਜਾਂ ਤੁਸੀਂ sandartrucking.com 'ਤੇ ਵੀ ਜਾ ਸਕਦੇ ਹੋ। 30 ਸਾਲ ਦਾ ਇਹਨਾਂ ਦਾ ਤਜਰਬਾ ਹੈ, ਸਾਰੀਆਂ ਪੋਰਟਸ ਦਾ ਐਕਸੈਸ ਇਹਨਾਂ ਦੇ ਕੋਲ ਇਸ ਵੇਲੇ ਹੈਗਾ। ਇਹ ਸੂਚਨਾ ਹੈ ਸ਼ੇਰੇ ਪੰਜਾਬ ਵੱਲੋਂ। ਇਹਨਾਂ ਨੂੰ ਇੱਕ ਸੇਲਸ ਪਰਸਨ ਅਤੇ ਰੇਡੀਓ ਹੋਸਟ ਦੀ ਜ਼ਰੂਰਤ ਹੈ। ਤੁਹਾਡੇ ਕੋਲ ਇਸ ਕੰਮ ਦਾ ਕੋਈ ਤਜਰਬਾ ਹੈਗਾ ਅਤੇ ਨਾਲ ਹੀ ਤੁਸੀਂ ਖਬਰਾਂ ਦੇ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਜ਼ਰੂਰ ਤੁਸੀਂ ਮਿਸਟਰ ਬਾਦ ਨੂੰ 7787600009 'ਤੇ ਕਾਲ ਕਰ ਸਕਦੇ ਹੋ। 778 760 0009। ਸੁੰਦਰ ਸਿੰਘ ਹੁਣਾਂ ਦੇ ਨਾਲ ਆਪਾਂ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਸੁੰਦਰ ਸਿੰਘ ਜੀ, ਮੇਰੇ ਕੋਲ ਕੁਝ ਆਫ ਦਾ ਏਅਰ ਮੈਸੇਜਿਸ ਵੀ ਆਏ ਆ, ਕਾਲਸ ਵੀ ਆਈਆਂ ਕਮਰਸ਼ੀਅਲ ਬ੍ਰੇਕ ਦੇ ਦੌਰਾਨ। ਇੱਕ ਮੈਂ ਸ਼ੁਰੂ ਦੇ ਵਿੱਚ ਬੇਨਤੀ ਕੀਤੀ ਸੀ ਆਪਣੇ ਸੁਣਨ ਵਾਲਿਆਂ ਨੂੰ ਕਿ ਜਿਸ ਵੇਲੇ ਤੁਸੀਂ ਗੱਲ ਸੁਣਦੇ ਹੋ ਤਾਂ ਉਹਨੂੰ ਪੂਰਾ ਸਮਝਣ ਦੀ ਕੋਸ਼ਿਸ਼ ਕਰਿਓ। ਪਰ ਫਿਰ ਵੀ ਅਸੀਂ ਕਈ ਵਾਰ ਕੁਝ ਚੀਜ਼ਾਂ, ਤੁਸੀਂ ਕਿਹਾ ਸੀ ਜੇ ਅਸੀਂ ਡਿਨਾਇਲ 'ਚ ਰਹਿੰਦੇ ਹਾਂ ਤਾਂ ਸਾਡਾ ਆਪਣਾ ਹੀ ਅਸੀਂ ਨੁਕਸਾਨ ਕਰਦੇ ਹਾਂ। ਮੇਰੇ ਕੋਲ ਇੱਕ ਮੈਸੇਜ ਪਹੁੰਚਿਆ ਜਿਹਦੇ ਵਿੱਚ ਇਹ ਗੱਲ ਕਹੀ ਹੈ, ਕਹਿੰਦੇ ਕਿ ਨਹੀਂ, ਸਾਨੂੰ ਲੰਬੇ ਅਸੀਂ ਜਦੋਂ ਲੈਕਚਰ ਦਿੰਦੇ ਹਾਂ, ਅਸੀਂ ਵੱਡੀਆਂ ਗੱਲਾਂ ਕਰਦੇ ਹਾਂ, ਉਹਨਾਂ ਦਾ ਕੋਈ ਫਾਇਦਾ ਨਹੀਂ ਹੈ। ਅਸਲ ਦੇ ਵਿੱਚ ਇਹ ਜਿਹੜੇ ਬੱਚੇ ਨੇ ਇਹ ਬਹੁਤ ਵੱਡਾ ਵਿਜ਼ਨ ਲੈ ਕੇ ਆਉਂਦੇ ਨੇ। ਬੱਚਿਆਂ ਨੂੰ ਬਹੁਤ ਕਲੈਰਿਟੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਸਾਨੂੰ ਬੱਚਿਆਂ ਬਾਰੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕੀ ਕਹੋਗੇ? 99% ਜਿਹੜੇ ਬੱਚੇ ਇੱਥੇ ਆਉਂਦੇ ਹਨ ਨਾ, ਬੜੇ ਅਕਲਮੰਦ ਵਿਜ਼ਨ ਲੈ ਕੇ ਆਉਂਦੇ ਹਨ, ਇਨ ਦ ਸੈਂਸ ਕਿ ਭਾਈ ਅਸੀਂ ਕੈਨੇਡਾ ਆ ਗਏ ਹਾਂ, ਇੱਥੇ ਅਸੀਂ ਪੜ੍ਹ ਲਾਂਗੇ ਤੇ 4-5 ਸਾਲਾਂ ਬਾਅਦ ਸਾਨੂੰ PR ਮਿਲ ਜਾਏਗਾ ਤੇ ਅਸੀਂ ਇੱਥੇ ਸੈਟਲ ਹੋ ਜਾਵਾਂਗੇ। ਤੇ ਜਿਹੜੇ ਬੱਚੇ ਇੱਥੇ ਆਉਂਦੇ ਹਨ ਬੜੇ ਅਕਲਮੰਦ ਹਨ, ਸਿਆਣੇ ਬੱਚੇ, ਅੱਛੇ ਫੈਮਲੀਜ਼ ਤੋਂ ਆਉਂਦੇ ਹਨ। ਮਗਰ ਇਹ ਬੱਚੇ ਜਦੋਂ ਇੰਡੀਆ ਹੁੰਦੇ ਸਨ, ਇਹ ਸਾਰੇ ਪੇਰੈਂਟਸ ਦੀ ਰਖਵਾਲੀ ਵਿੱਚ ਆਉਂਦੇ ਸੀ। ਕਈ ਤੇ ਪਿੰਡਾਂ ਤੋਂ ਆਏ ਹਨ ਬੱਚੇ ਜੋ ਕਦੀ ਉਹਨਾਂ ਨੇ ਸ਼ਹਿਰ ਦੇਖਿਆ ਨਹੀਂ ਜਾਂ ਘਰੋਂ ਬਾਹਰ ਨਿਕਲੇ ਨਹੀਂ ਵਿਦਆਊਟ ਅਡਲਟ ਪ੍ਰੋਟੈਕਸ਼ਨ। ਇੱਥੇ ਆ ਕੇ ਅਚਾਨਕ ਉਹ ਇਕੱਲੇ ਆਪਣੇ ਆਪ ਨੂੰ ਵੱਡੇ ਸ਼ਹਿਰਾਂ ਵਿੱਚ, ਟੋਰਾਂਟੋ ਵਰਗੇ, ਮਿਸਿਸਾਗਾ, ਬਰੈਂਪਟਨ ਵਰਗੇ ਸ਼ਹਿਰਾਂ ਵਿੱਚ ਆਪਣੇ ਆਪ ਨੂੰ ਇੱਥੇ ਪਾਉਂਦੇ ਹਨ ਤੇ ਦੇ ਗੈਟ ਲੋਸਟ। ਉਹਨਾਂ ਨੂੰ ਲੱਗਦਾ ਕਿ ਸਾਨੂੰ ਫਰੀਡਮ ਮਿਲ ਗਈ, ਅਸੀਂ ਜੋ ਮਰਜ਼ੀ ਚਾਹੀਏ ਅਸੀਂ ਕਰ ਸਕਦੇ ਹਾਂ। ਜ਼ਿਆਦਾਤਰ ਜਿਹੜੇ ਬੱਚੇ ਆਉਂਦੇ ਹਨ, ਹੁਣ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੇ ਕੋਲ 5 ਬੱਚੇ ਇਸ ਵਕਤ ਇੰਟਰਨੈਸ਼ਨਲ ਸਟੂਡੈਂਟਸ ਹਨ। ਸਾਰੇ ਇਮਾਨਦਾਰ ਹਨ, ਸਾਰੇ ਤਕਲੀਫਾਂ ਸਾਰਿਆਂ ਨੂੰ ਜ਼ਬਰਦਸਤ ਹਨ, ਮਗਰ ਇਹ ਪੜ੍ਹ ਕੇ ਕੰਮ ਕਰਕੇ ਅੱਗੇ ਵਧਣਾ ਚਾਹੁੰਦੇ ਹਨ। ਇਹਨਾਂ ਨੂੰ ਅਸੀਂ ਬਾਰ-ਬਾਰ ਪੁੱਛਦੇ ਰਹਿੰਦੇ ਹਾਂ ਵਿਜ਼ਨ ਕੀ ਹੈ, ਗੋਲ ਹੈ, ਹਾਊ ਮਚ ਆਰ ਯੂ ਪ੍ਰੋਗਰੈਸਿੰਗ ਟੁਵਰਡਸ ਯੂਰ ਗੋਲ। ਇਹ ਸਾਨੂੰ ਲਗਾਤਾਰ ਦੁਹਰਾਉਣਾ ਪੈਂਦਾ ਹੈ। ਤੁਹਾਨੂੰ ਕੋਈ ਪਤਾ ਨਹੀਂ ਹੈ ਕਿ ਬੱਚਾ is on the path, but ਕਿਸ ਵਕਤ ਉਹ ਬੱਚਾ gets off the path ਜੀ ਸਾਨੂੰ ਇਹ ਪਤਾ ਨਹੀਂ ਹੈ। ਇੱਕ ਵਾਰ ਬਾਹਰ ਵੀ ਚਲਾ ਜਾਏ, ਇੱਕ ਵਾਰ ਫਸ ਜਾਏ, ਓਕੇ ਠੀਕ ਹੈ ਮੈਂ ਅੱਜ ਸ਼ਾਮ ਬਿਤਾਨੀ ਹੈ, I'm going to have fun with my friends, okay don't know what is going to happen next, okay so ਉਹ ਜੋ vulnerability ਹੁੰਦੀ ਹੈ ਨਾ ਬੱਚੇ ਵਿੱਚ, ਉਹ ਹਮੇਸ਼ਾ ਰਹਿੰਦੀ ਹੈ। ਤੇ ਪਰ ਮੈਂ ਕਮੈਂਡ ਕਰਦੀ ਹਾਂ ਜਿਹੜੇ ਬੱਚੇ ਇੱਥੇ ਆਏ ਹਨ, they are in a new country, they're trying to settle in spite of the fact ਕਿ ਇੱਥੇ financial difficulties ਹਨ, ਮਾਂ ਪਿਓ ਹੈ ਨਹੀਂ, ਕੋਈ ਰਿਸ਼ਤੇਦਾਰ ਹੈ ਨਹੀਂ ਹੈ, ਮਗਰ ਇਹ ਬੱਚੇ ਇੱਥੇ ਮਿਹਨਤ ਕਰਕੇ ਸੈਟਲ ਕਰਨਾ ਚਾਹੁੰਦੇ ਨੇ।
ਮੇਰਾ ਜਿਹੜਾ ਕੰਮ ਹੈ, ਜੋ ਅਵੇਅਰਨੈਸ that I'm creating is not for 100% of the international students. ਇਹ ਗਲਤ ਫਹਿਮੀ ਹੈ। ਅਗਰ ਕੋਈ ਇਸ ਗੱਲ ਨੂੰ ਇਸ ਤਰ੍ਹਾਂ ਸਮਝ ਰਿਹਾ ਹੈ ਕਿ ਮੈਂ ਸਾਰੇ ਬੱਚਿਆਂ ਦੇ ਬਾਰੇ ਗੱਲ ਕਰ ਰਹੀ ਹਾਂ, ਨਹੀਂ, ਮੈਂ ਸਿਰਫ proactive reaction, ਮੇਰੀ proactive ਮੇਰਾ ਕੰਮ ਜੋ ਹੈ it's proactive, so that ਜਿਹੜੇ ਬੱਚੇ danger ਵਿੱਚ ਫਸ ਸਕਦੇ ਆ, ਜਿਹੜੇ vulnerable ਹਨ, ਉਹਨਾਂ ਨੂੰ ਮੈਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਤੇ ਨਾਲੇ ਜਿਹੜਾ ਮੈਸੇਜ ਹੈ ਪੇਰੈਂਟਸ ਨੂੰ ਵੀ ਭੇਜ ਰਹੀ ਹਾਂ, ਪੰਜਾਬ ਵਿੱਚ ਜਾਂ ਕਿਸੇ ਵੀ ਸ਼ਹਿਰ ਵਿੱਚ ਜਿੱਥੇ ਇੰਡੀਆ ਤੋਂ ਬੱਚੇ ਆ ਰਹੇ ਹਨ, ਕਿ ਪੇਰੈਂਟਸ ਨੂੰ ਪਤਾ ਚੱਲੇ ਕਿ ਇੱਥੇ ਬੱਚਿਆਂ ਲਈ ਸੈਟਲ ਹੋਣਾ ਬੜਾ ਮੁਸ਼ਕਿਲ ਹੈ। ਯੂ ਨੋ ਥਿੰਗਸ ਆਰ ਨਾਟ ਈਜ਼ੀ ਹੀਅਰ। ਜੀ, ਉਹ ਮੇਰੀ ਮੈਸੇਜ ਸਿਰਫ ਉਹ ਬੱਚਿਆਂ ਲਈ। ਅਗਰ ਜਿਸ ਤਰ੍ਹਾਂ ਤੁਸੀਂ ਬੋਲਿਆ ਹੈ ਨਵਜੋਤ ਜੀ ਕਿ ਅਗਰ 1% ਵੀ ਬੱਚਾ ਹੈ ਨਾ ਜੋ ਇਸ ਮਾਹੌਲ ਵਿੱਚ ਫਸ ਸਕਦਾ ਹੈ, ਅਗਰ ਸਾਡੀ ਇਨਫੋਰਮੇਸ਼ਨ ਦੇ ਨਾਲ ਅਗਰ ਉਹ ਬੱਚਾ ਸਮਝ ਜਾਏ ਕਿ ਮੈਂ ਵਲਨਰੇਬਲ ਹੋ ਗਈ ਹਾਂ, ਮੈਂ ਫਸਣ ਲੱਗੀ ਹਾਂ, ਯੂ ਨੋ ਇਹ ਬੰਦਾ ਮੇਰੇ ਕੋਲੋਂ ਫੇਵਰ ਮੰਗਣ ਲੱਗਿਆ ਤੇ ਮੈਂ ਇੱਧਰੋਂ ਨਿਕਲਾ, ਫਟਾਫਟ ਨਿਕਲਾ, then I think we've done our job. Okay, but ਅਗਰ ਜਿਹੜੀ ਕਮਿਊਨਿਟੀ they feel offended ਕਿ ਜੋ ਮੈਂ ਮੈਸੇਜ ਦੇ ਰਹੀ ਹਾਂ ਇਹ ਸਾਰੇ ਬੱਚਿਆਂ ਲਈ, ਇਹ wrong. ਜਿਹੜੇ ਜੇ ਲੋਕ ਇਹ ਸੋਚਦੇ ਹਨ ਕਿ ਸਿਰਫ ਪੰਜਾਬੀ ਕਮਿਊਨਿਟੀ ਵਾਸਤੇ ਹੀ ਮੈਂ ਮੈਸੇਜ ਦੇ ਰਹੀ ਹਾਂ, ਇਹ ਵੀ ਗਲਤ ਗੱਲ ਹੈ। ਇਹ ਮੈਸੇਜ ਉਹਨਾਂ ਲਈ ਹੈ। ਹੋਰ ਬੜਾ ਬੋਲਡ ਬਣ ਕੇ ਇਹ ਬਾਹਰ ਗੱਲ ਨਿਕਾਲਣੀ ਪੈਂਦੀ ਹੈ ਕਿ ਭਾਈ ਸਾਵਧਾਨ ਹੋ ਜਾਓ, ਇੱਥੇ ਤਕਲੀਫਾਂ ਆਉਣਗੀਆਂ ਬੱਚਿਆਂ ਨੂੰ। ਓਕੇ, ਤੁਸੀਂ 10 ਸਾਲ ਦੇ ਬਾਅਦ ਸੁਣੋਗੇ ਕੋਈ ਬੱਚਾ ਬੋਲੇਗਾ ਕਿ ਮੈਂ ਫਸ ਗਈ ਸਾਂ ਤੇ ਹੁਣ ਮੇਰੀ ਸਾਰੀ ਜ਼ਿੰਦਗੀ ਖਰਾਬ ਹੋ ਗਈ। ਉਹ ਬਿਹਤਰ ਹੈ ਕਿ ਹੁਣ ਬੱਚੇ ਨੂੰ ਸੰਭਾਲਣਾ ਬਿਹਤਰ ਹੈ। ਓਕੇ, ਸੋ ਇਹ ਜ਼ਰੂਰੀ ਹੈ। ਤੇ ਅਗਰ ਮੈਂ ਕਿਸੇ ਨੂੰ ਓਫੈਂਡ ਕਰ ਰਹੀ ਹਾਂ, ਮੈਨੂੰ ਮਾਫ ਕਰ ਦਿਓ, ਮਗਰ ਮੈਂ ਆਪਣੇ ਬੱਚਿਆਂ ਲਈ ਯੂ ਨੋ ਸਾਰੇ ਕੋਲੋਂ ਪ੍ਰੋਟੈਕਸ਼ਨ ਮੰਗ ਰਹੀ ਹਾਂ। ਓਕੇ, ਕਿ ਤੁਸੀਂ ਖਿਆਲ ਰੱਖੋ ਜਿਹੜੇ ਬੱਚੇ ਇੱਥੇ ਆ ਰਹੇ ਹਨ, ਇਹ ਬੱਚਿਆਂ ਨੂੰ ਤੁਸੀਂ ਆਪਣਾ ਬੱਚਾ ਸੰਭਾਲ ਕੇ ਇਹਨਾਂ ਦਾ ਖਿਆਲ ਰੱਖੋ। ਇਹ ਦੇਖੋ ਅਗਰ ਬੱਚਾ ਲੱਗੇ ਕਿ ਤਕਲੀਫ ਵਿੱਚ ਹੈ ਤੇ ਉਸ ਰੀਚ ਆਊਟ ਟੂ ਦੈਮ। ਹਰ ਬੱਚਾ ਨਹੀਂ, ਹਰ ਬੱਚਾ ਜਿਹੜੇ ਬੱਚੇ ਇੱਥੇ ਆਉਂਦੇ ਨੇ ਉਹ ਅਕਲਮੰਦ ਹੈ, ਦੇ ਆਰ ਬੋਲਡ, ਦੇ ਆਰ ਕੋਰੇਜਸ, ਇੱਥੇ ਆ ਕੇ ਸੈਟਲ ਕਰਨਾ ਚਾਹੁੰਦੇ ਨੇ ਤੇ ਵੀ ਹੈਵ ਟੂ ਕਮੈਂਡ ਦੈਮ ਟੂ। ਉਹਨਾਂ ਨੂੰ ਵੀ ਇਨਕਰੇਜ ਦੇਣਾ ਪੈਂਦਾ, ਇਨਕਰੇਜਮੈਂਟ ਦੇਣੀ ਪੈਂਦੀ ਹੈ। ਬਿਲਕੁਲ। ਸੁੰਦਰ ਸਿੰਘ ਜੀ, ਅਗਲੇ ਲਿਸਨਰ ਨੂੰ ਆਪਾਂ ਸੁਣ ਲੈਂਦੇ ਹਾਂ। ਨਿਰਮਲ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਨਿਰਮਲ ਜੀ। ਹਾਂਜੀ, ਮੈਂ ਪਤਾ ਨਹੀਂ ਕਦੋਂ, ਜਦੋਂ ਅੰਮ੍ਰਿਤਪਾਲ ਬਰਾੜ ਨਾ ਪ੍ਰੋਗਰਾਮ ਦਿੰਦੇ ਸੀਗੇ 5 ਤੇ 7 ਦੇ ਵਿੱਚ, 5 ਤੋਂ 8 ਦੇ ਵਿਚਕਾਰ, ਉਹਦੇ ਇੱਕ ਟੈਕਸੀ ਡਰਾਈਵਰ ਉਹਨੇ ਇਹ ਟੌਪਿਕ ਰੱਖਿਆ ਸੀਗਾ, ਆਹ ਜਿਹੜਾ ਤੁਸੀਂ ਗੱਲ ਕਰਦੇ ਆ, ਤੇ ਇੱਕ ਟੈਕਸੀ ਡਰਾਈਵਰ ਦਾ ਫੋਨ ਆਇਆ ਸੀਗਾ ਤੇ ਉਹਨੇ ਕਿਹਾ ਵੀ ਜਿੱਦਾਂ ਉਹਨੇ ਕਦੇ ਕਦੇ ਕਿਸੇ ਕੁੜੀ ਨੂੰ ਰਾਈਡ ਦਿੱਤੀ ਆ, ਜਿਹੜੇ ਬਾਡੀ ਫੁੱਲ ਮਸਾਜ ਕੁਛ ਕਹਿੰਦੇ ਨਾ, ਪਰ ਇਹ ਤੁਹਾਡੀ ਗੈਸਟ ਤੇ ਤੁਸੀਂ ਜਿੱਦਾਂ ਨਾ ਵੀ ਕੋਈ ਜਿੱਦਾਂ ਫੋਨ ਨੰਬਰ ਜਾਂ ਜਿੱਦਾਂ ਵੀ ਈਮੇਲ ਜਾਂ ਟੈਕਸਟ ਜਿੱਦਾਂ ਵੀ ਲੱਭ ਸਕਦੇ ਨਾ, ਕੋਈ ਔਰਗਨਾਈਜੇਸ਼ਨ ਹੈਗੀਆਂ ਇੱਥੇ ਲੋਅਰ ਮੈਨਲੈਂਡ 'ਚ ਤੇ ਟੋਰਾਂਟੋ 'ਚ ਤਾਂ ਕਹਿੰਦੇ ਹੈਗੇ ਨਾ, ontario 'ਚ, ਤੇ ਕੋਈ ਹੈ ਕੋਈ ਜਿਹੜੇ ਜੇ ਕੋਈ ਟੈਕਸੀ ਡਰਾਈਵਰ ਨੇ ਤਾਂ ਦਿਸਦਾ ਵੀ ਉਹਨੂੰ ਪਰਸੁਏਡ ਨਾ ਕਰ, ਪਰ ਉਹਨੂੰ ਇਨਫੋਰਮੇਸ਼ਨ ਦੇਣ ਵੀ ਇੱਥੇ ਕਾਂਟੈਕਟ ਕਰ, ਵੀ ਸ਼ਾਇਦ ਤੇਰੀ ਹੈਲਪ ਕਰ ਦੇਣਗੇ। ਥੈਂਕ ਯੂ ਨਿਰਮਲ ਜੀ, ਬਹੁਤ ਬਹੁਤ ਸ਼ੁਕਰੀਆ। ਸੁੰਦਰ ਸਿੰਘ ਜੀ, ਇਹ ਬਹੁਤ ਇੰਪੋਰਟੈਂਟ ਹੈ। ਇੱਥੇ ਬਹੁਤ ਸਾਰੀਆਂ ਔਰਗੇਨਾਈਜੇਸ਼ਨ ਸਾਡੇ ਇੱਥੇ ਵੀ ਬਣੀਆਂ ਹੋਈਆਂ ਜਿਹੜੀਆਂ ਸਟੂਡੈਂਟਸ ਦੀ ਮਦਦ ਕਰ ਰਹੀਆਂ। ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬੱਚੇ ਜਾਂਦੇ ਆ, ਉਹ ਪ੍ਰੋਟੈਕਟਿਡ ਮਹਿਸੂਸ ਕਰਦੇ ਆ, ਉਹਨਾਂ ਨੂੰ ਲੱਗਦਾ ਕਿ ਵੀ ਹਾਂ ਸਾਡੀ ਸੁਣਵਾਈ ਹੋ ਰਹੀ ਹੈ। ਪਰ ਇਹ ਜਿਹੜਾ ਕਿਸੇ ਵੀ ਤਰ੍ਹਾਂ ਦਾ ਜਿਹੜੀ ਆਪਾਂ ਇਸ਼ੂ ਦੀ ਗੱਲ ਕਰ ਰਹੇ ਹਾਂ, ਕਿਸੇ ਤਰ੍ਹਾਂ ਦੀ ਸੈਕਸ਼ੂਅਲ ਹਰਾਸਮੈਂਟ ਆ ਜਾਂ ਉਹਨਾਂ ਨੂੰ ਕਿਸੇ ਇਸ ਤਰ੍ਹਾਂ ਦੇ ਟਰੇਡ ਦੇ ਵਿੱਚ ਫਸਾ ਲੈਣਾ, ਉਹਦੇ ਬਾਰੇ ਗੱਲ ਕਰਨੀ ਸਭ ਤੋਂ ਵੱਧ ਚੈਲੰਜਿੰਗ ਆ। ਤੁਸੀਂ ਫਾਈਨੈਂਸ਼ੀਅਲਸ ਬਾਰੇ ਆਪਣੀ ਗੱਲ ਕਰ ਸਕਦੇ ਹੋ, ਤੁਹਾਡਾ ਹੋਰ ਕੋਈ ਇਮੋਸ਼ਨਲ ਤੌਰ 'ਤੇ ਤੁਸੀਂ ਵੀਕ ਮਹਿਸੂਸ ਕਰਦੇ ਹੋ, ਉਦਾਸ ਹੁੰਦੇ ਹੋ, ਸੌਖਾ ਹੈ, ਪਰ ਇਹ ਇੰਨਾ ਈਜ਼ੀ ਨਹੀਂ ਹੈ ਕਿਸੇ ਦੇ ਲਈ ਵੀ ਬਾਹਰ ਆ ਕੇ ਗੱਲ ਕਰਨੀ। ਬਹੁਤ ਸਾਰੇ ਬੈਰੀਅਰਸ ਹੈਗੇ ਇਹਦੇ ਬਾਰੇ। ਪ੍ਰਭਜੋਤ ਸੰਧੂ ਕਾਫੀ ਦੇਰ ਤੋਂ ਹੋਲਡ 'ਤੇ ਨੇ, ਇਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਪ੍ਰਭਜੋਤ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਨਵਜੋਤ ਜੀ, ਸਤਿ ਸ਼੍ਰੀ ਅਕਾਲ ਸੁੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁੰਦਰ ਜੀ, ਮੈਂ ਐਪਰੀਸ਼ੀਏਟ ਕਰਦੀ ਹਾਂ ਕਿ ਤੁਸੀਂ ਇਹਨਾਂ ਲਈ ਕਰ ਰਹੇ ਜੇ ਬੱਚਿਆਂ ਲਈ। ਮੀਨਸ ਇਹ ਕਰਨਾ ਦੇ ਵੈਸੇ ਸਾਨੂੰ ਸਾਰਿਆਂ ਨੂੰ ਚਾਹੀਦਾ ਆ, ਪਰ ਇੱਥੇ ਆਪਣੀ ਜਿਹੜੀ ਸੁਸਾਇਟੀ ਦੇ ਵਿੱਚ 2 ਚੀਜ਼ਾਂ, ਇੱਕ ਐਲੀਗੇਸ਼ਨ ਲਾਉਣ ਵਾਲੇ ਆ, ਇੱਕ ਹੈਲਪ ਕਰਨ ਵਾਲੇ।
ਐਲੀਗੇਸ਼ਨ ਲਾਉਣ ਵਾਲੇ ਤੇ ਉਹ ਤੇ ਇੱਕੋ ਹੀ ਉਹਨਾਂ ਦੇ ਕੋਲ ਆ, ਮੀਨਸ ਉਹਨਾਂ ਦੀ ਜ਼ੁਬਾਨ ਤੇ ਆ ਕਿ ਇਹਨਾਂ ਨੂੰ ਡਿਪੋਰਟ ਕਰੋ। ਇਹ ਆਏ ਹੀ ਕਿਉਂ ਆ? ਹੁਣ ਆਪਾਂ ਸਾਰੇ ਜਾਣਦੇ ਆ ਪੰਜਾਬ ਦੇ ਹਾਲਾਤ ਕੀ ਆ, ਕਿ ਉੱਥੇ ਨਾ ਤੇ ਜੌਬਸ ਆ ਨਾ ਕੁਛ ਆ। ਜੇ ਉਹ ਹੁਣ 18 ਸਾਲ ਦੇ ਬੱਚੇ ਪੇਰੈਂਟਸ ਕਿਉਂ ਭੇਜ ਰਹੇ ਆ? ਹਾਂ ਟੈਂਡਰ ਮਾਈਂਡ ਆ ਉਹਨਾਂ ਦੇ, ਬਟ ਵੇਖੋ ਕਿ ਉਹ ਕਹਿੰਦੇ ਕਿ ਪੰਜਾਬ ਨਾਲੋਂ ਘੱਟ ਰਿਸਕ ਕੈਨੇਡਾ ਦੇ ਵਿੱਚ ਆ, ਪਰ ਇੱਥੇ ਐਕਸਪਲੋਇਟੇਸ਼ਨ ਇੰਨਾ ਕਰਦੇ ਕੌਣ ਆ? ਆਪਣੇ। ਪਰ ਇਹ ਮੰਨਣ ਨੂੰ ਤਿਆਰ ਨਹੀਂ ਆ। ਇਹ ਸਿਰਫ ਸਟੂਡੈਂਟਸ ਦਾ ਹੀ ਨਹੀਂ, ਇੱਥੇ ਐਕਸਪਲੋਇਟੇਸ਼ਨ ਹੋਣ ਡਿਆ। ਇੱਥੇ ਤੇ ਵੱਡੇ ਵੱਡੇ 40-40 ਸਾਲ ਤੱਕ ਦੇ ਜਿਹੜੇ ਇੱਥੇ ਵਰਕ ਪਰਮਿਟ ਲੈ ਕੇ ਬੈਠੇ, ਉਹਨਾਂ ਦਾ ਵੀ ਬੁਰਾ ਹਾਲ ਕੀਤਾ ਪਿਆ। ਮੀਨਸ ਆਪਣੀ ਸੁਸਾਇਟੀ 'ਚ ਹੈਲਪ ਨਾਂ ਦੀ ਕੋਈ ਚੀਜ਼ ਨਹੀਂ ਆ। ਮੀਨਸ ਇਹਨਾਂ ਨੂੰ ਇਹੋ ਹੀ ਸਿਰਫ ਇਹ ਚਾਹੁੰਦੇ ਆ ਕਿ ਕੈਨੇਡਾ ਦੇ ਵਿੱਚ ਪੰਜਾਬ ਤੋਂ ਬਾਕੀ ਲੋਕ ਕਿਉਂ ਆ ਰਹੇ ਹੋਣ। ਇੱਕੋ ਹੀ ਰੀਜ਼ਨ ਹੈ ਇਹਨਾਂ ਕੋਲ। ਕਈ ਮੈਂ ਸ਼ੇਰੇ ਪੰਜਾਬ ਤੇ ਨਾ ਬਿਲਕੁਲ ਅਨਐਜੂਕੇਟਡ ਲੋਕ ਆ ਜਿਹੜੇ ਨਾ ਕਿ ਜੇ ਆਣ ਕੇ ਬੋਲਣਗੇ ਹਾਂ ਜੀ ਇਹਨਾਂ ਦੀਆਂ ਨਾ ਆਈਲੈਟਸ ਜਿਹੜੀਆਂ ਆ ਉਹ ਨਕਲੀ ਬਣਾ ਕੇ ਆ ਜਾਂਦੇ, ਇਹਨਾਂ ਨੂੰ ਕੱਢੋ। ਇਹ ਲੋਕ ਜਿਹੜੇ ਵਿਆਹ ਕਰਾ ਕੇ ਆਏ ਦੂਜਿਆਂ ਨੂੰ ਅਕਲਾਂ ਦੇਣ ਲੱਗੇ ਆ। ਮੀਨਸ ਹੈਲਪ ਇਹਨਾਂ ਨੇ ਤੇ ਕੀ ਕਰਨਾ। ਮੈਂ ਤੁਹਾਨੂੰ ਦੱਸਾਂਗੇ ਜਿਹੜੀ ਔਰਗੇਨਾਈਜੇਸ਼ਨਸ ਵੀ ਜਿਹੜੀਆਂ ਆ ਨਾ, ਹਾਂ ਤੁਸੀਂ ਬਹੁਤ ਵਧੀਆ ਕਰ ਰਹੇ ਨੇ, ਪਰ ਇੱਕ ਗੱਲ ਆ ਕਿ ਬੱਚੇ ਉੱਥੋਂ ਤੱਕ ਪਹੁੰਚਣ ਕਿੱਦਾਂ? ਇਹਨਾਂ ਦੇ ਨਾਲ ਕਿੱਦਾਂ ਕੰਟੈਕਟ ਕਰਨਗੇ? ਹਾਂ ਸਾਡੇ ਨਾਲ ਇਹ ਹੋ ਰਿਹਾ ਹੈ, ਤੁਸੀਂ ਸਾਨੂੰ ਕਿੱਦਾਂ ਬਚਾ ਸਕਦੇ ਜੇ? ਸ਼ੁਕਰੀਆ ਪ੍ਰਭਜੋਤ ਤੁਹਾਡਾ ਆਪਣਾ ਕੰਸਰਨ ਜ਼ਾਹਿਰ ਕਰਨ ਦੇ ਲਈ। ਸੁੰਦਰ ਸਿੰਘ ਜੀ ਕੋਈ ਤੁਹਾਡੀ ਟਿੱਪਣੀ ਇਹਦੇ ਬਾਰੇ? ਹਾਂਜੀ, ਗੱਲਾਂ ਤੇ ਇਤਨੀਆਂ ਕਰਨ ਵਾਲੀਆਂ, ਦਿਮਾਗ 'ਚ ਇਤਨਾ ਕੁਝ ਆ ਰਿਹਾ। ਪ੍ਰਭਜੋਤ, ਨਿਰਮਲ, ਥੈਂਕ ਯੂ ਜੋ ਤੁਸੀਂ ਆਪਣੇ ਕੰਸਰਨਸ ਇੱਥੇ ਯੂ ਬ੍ਰੌਟ them forward। ਅਸੀਂ ਇੱਕ ਚੀਜ਼ ਕੀਤੀ ਸੀ ਇੱਥੇ, ਐਕਸਪੈਰੀਮੈਂਟ ਕੀਤਾ ਸੀ। ਜਦੋਂ ਪੁਲਿਸ ਨੇ ਸਾਨੂੰ ਅਪਰੋਚ ਕੀਤਾ ਤੇ ਕੋਈ ਸੈਕਸ਼ੂਅਲ ਅਸੌਲਟ ਕੇਸ ਹੋ ਰਿਹਾ ਸੀ, ਇੱਕ ਬੰਦਾ ਪਰਪੇਟਰੇਟਰ ਸੀ, ਉਹ ਜੇ ਯੂਨੀਵਰਸਿਟੀ ਦੇ ਬੱਚਿਆਂ ਨੂੰ ਸੈਕਸ਼ੂਅਲੀ ਅਸੌਲਟ ਕਰ ਰਿਹਾ ਸੀ। ਉਹ ਬੰਦਾ ਫੜਿਆ ਨਹੀਂ ਜਾ ਰਿਹਾ ਸੀ ਤੇ ਪੁਲਿਸ ਨੇ ਸਾਨੂੰ ਇਹ ਖਬਰ ਦਿੱਤੀ ਕਿ ਇਸ ਬੰਦੇ ਨੂੰ ਸ਼ਾਇਦ ਪਤਾ ਚੱਲ ਗਿਆ ਕਿ ਜਿਹੜਾ ਆਪਣੀਆਂ ਕੁੜੀਆਂ ਹਨ ਉਹ ਬਾਹਰ ਗੱਲ ਨਹੀਂ ਕਰਦੀਆਂ, ਇਸ ਕਰਕੇ ਉਹ ਫਾਇਦਾ ਉਠਾ ਰਿਹਾ ਤੇ ਜਿਹੜਾ ਸੈਕਸ਼ੂਅਲ ਅਸੌਲਟ ਕੰਟੀਨਿਊ ਹੋ ਰਿਹਾ। ਅਸੀਂ ਇਮੀਡੀਏਟਲੀ ਜਿੱਥੇ ਵੀ ਸਾਡੇ ਕੋਲ ਸੀਨੀਅਰਸ ਆਉਂਦੇ ਹਨ ਜੋ ਪ੍ਰੋਗਰਾਮਸ ਅਟੈਂਡ ਕਰਨ ਵਾਸਤੇ, ਆਪਣੀ ਪੰਜਾਬੀ ਔਰਤਾਂ ਖਾਸ ਕਰ, ਉਹਨਾਂ ਨੂੰ ਅਸੀਂ ਇਕੱਠੇ ਕਰਕੇ ਵੀ ਬ੍ਰੌਟ them together। ਉਹਨਾਂ ਨੂੰ ਅਸੀਂ ਐਕਸਪਲੇਨ ਕੀਤਾ ਇਹ ਮਾਹੌਲ ਹੈ ਤੇ ਉਹਨਾਂ ਨੂੰ ਇਹ ਬੋਲਿਆ ਕਿ ਜੇ ਤੁਹਾਡੀ ਗ੍ਰੈਂਡ ਬੱਚੇ ਜੇ ਤੁਹਾਡੇ ਕੋਲ ਆਉਣ, ਜੇ ਤੁਹਾਨੂੰ ਕੰਪਲੇਨ ਕਰਨ ਕਿ ਭਾਈ ਇੱਕ ਬੰਦਾ ਮੈਨੂੰ ਛੇੜਖਾਨੀ ਕਰ ਰਿਹਾ ਤੇ ਤੁਹਾਡਾ ਕੀ ਰੋਲ ਹੈ ਇਸ ਵਿੱਚ? ਓਕੇ, ਤੇ ਵੀ empowered them ਕਿ ਤੁਸੀਂ ਬੱਚੇ ਦਾ ਹੱਥ ਪਕੜੋ, ਸਿੱਧਾ ਪੁਲਿਸ ਸਟੇਸ਼ਨ ਜਾਓ, ਤੁਸੀਂ ਕਰ ਸਕਦੇ ਹੋ, ਤੁਹਾਡੇ 'ਚ ਹਿੰਮਤ ਹੈ। ਓਕੇ, ਇੱਕ ਔਰਤ ਨੇ ਸਾਨੂੰ ਕਮਿਟ ਕੀਤਾ ਕਿ ਕਦੀ ਵੀ ਸਾਡੇ ਘਰ ਦੇ ਬੱਚੇ ਕਿਸੇ ਨੇ ਵੀ ਕੰਪਲੇਨ ਕੀਤਾ ਸੈਕਸ਼ੂਅਲ ਅਸੌਲਟ ਕੇਸਿਸ, ਆਪਣੇ ਘਰ ਹੋ ਰਿਹਾ ਹੈ ਜਾਂ ਬਾਹਰ ਹੋ ਰਿਹਾ ਹੈ ਜਾਂ ਸਕੂਲ ਵਿੱਚ ਹੈ, ਯੂਨੀਵਰਸਿਟੀ ਕਾਲਜ, ਇਹ ਜੋ ਸੀਨੀਅਰ ਔਰਤਾਂ ਹਨ ਇਹ ਰਿਸਪੋਂਸਿਬਿਲਿਟੀ ਲੈਣਗੀਆਂ ਔਰ ਬੱਚੇ ਨੂੰ ਸਿੱਧਾ ਪੁਲਿਸ ਸਟੇਸ਼ਨ ਲੈ ਜਾਣਗੀਆਂ। ਇਹ ਡਰ, ਸੋਸ਼ਲ ਸਟਿਗਮਾ ਦਾ ਡਰ ਨਾ ਹੋਵੇ, ਤਾਂ ਕਿ ਬੱਚਾ ਕੌਨਫੀਡੈਂਟ ਫੀਲ ਕਰੇ ਕਿ ਹਾਂ ਮੇਰੀ ਦਾਦੀ ਹੈ, ਮੇਰੀ ਨਾਨੀ ਹੈ ਜੋ ਮੈਨੂੰ ਪ੍ਰੋਟੈਕਟ ਕਰੇਗੀ, ਮੈਂ ਅਗਰ ਉਸਦੇ ਨਾਲ ਗੱਲ ਕਰਾਂ ਤਾਂ। ਇਹ ਇਤਨਾ ਅੱਛਾ ਮਾਹੌਲ ਇੱਥੇ ਅਸੀਂ ਇਸ ਕਮਿਊਨਿਟੀ ਵਿੱਚ ਕ੍ਰੀਏਟ ਕਰ ਲਿੱਤਾ ਕਿ ਜਿਹੜੇ ਪੰਜਾਬੀ ਸੀਨੀਅਰਸ ਸਨ ਇਹਨਾਂ ਨੂੰ ਅਸੀਂ ਇੰਪਾਵਰ ਕੀਤਾ। ਓਕੇ, ਤੇ ਇਸੀ ਤਰ੍ਹਾਂ ਅਗਰ ਆਪਣੇ ਸੀਨੀਅਰਸ ਅਗਰ ਬੋਲਣ ਕਿ ਭਾਈ ਤੂੰ ਚੁੱਪ ਕਰ, ਇਹ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ, ਫੈਮਿਲੀ ਤੋਂ ਬਾਹਰ ਨਹੀਂ ਨਿਕਲਣੀ, ਉਹ ਬੱਚਾ ਘਬਰਾ ਜਾਂਦਾ ਹੈ। ਬੱਚੇ ਨੂੰ ਪਤਾ ਕਿ ਗਲਤ ਹੋਇਆ ਤੇ ਸਾਨੂੰ ਗਲਤੀ ਹੋਈ ਹੈ ਤੇ ਇਸਨੂੰ ਰਿਪੋਰਟ ਕਰਨ ਵਾਸਤੇ ਸਾਨੂੰ ਬੋਲਿਆ ਜਾ ਰਿਹਾ ਟੂ ਕੀਪ ਅ ਸੀਕ੍ਰੇਟ। ਓਕੇ, ਸੋ ਇਸ ਮਾਹੌਲ ਵਿੱਚ ਸਾਨੂੰ ਬਾਹਰ ਨਿਕਲਣਾ ਹੈ। ਜੋ ਸੋਸ਼ਲ ਸਟਿਗਮਾ ਜਿਹੜਾ ਹੈ ਅਟੈਚਡ ਹੈ, ਜੋ ਬੱਚਿਆਂ ਨੂੰ ਗਲਤ ਰਸਤੇ ਲੈ ਜਾ ਰਿਹਾ, ਉਸ ਸੋਸ਼ਲ ਸਟਿਗਮਾ ਤੋਂ ਸਾਨੂੰ ਨਿਕਲਣਾ ਪਵੇਗਾ। ਅਗਰ ਬੱਚਾ ਕੰਪਲੇਨ ਕਰ ਰਿਹਾ, ਬੱਚਾ ਰਿਪੋਰਟ ਕਰ ਰਿਹਾ, then you have to sympathize with the child। ਬਿਲਕੁਲ ਸੁੰਦਰ ਸਿੰਘ ਜੀ, ਸਾਡੇ ਸਾਹਮਣੇ ਹੁਣ ਉਦਾਹਰਨ ਹੈ ਇੰਡੀਆ ਦੇ ਵਿੱਚ ਰੈਸਲਰ ਕੁੜੀਆਂ ਜਿਹੜੀਆਂ ਇਸ ਮਸਲੇ ਦੇ ਉੱਤੇ ਉਹ ਸੜਕਾਂ ਤੇ ਬੈਠੀਆਂ, ਪਰ ਮਤਲਬ ਦੇਖੋ ਸਿਚੁਏਸ਼ਨ ਕੀ ਬਣੀ ਹੋਈ ਹੈ। ਜਿਸ ਮਾਈਨਰ ਬੱਚੀ ਦੇ ਨਾਲ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਸਭ ਕੁਝ ਹੋਇਆ, ਉੱਥੇ ਦਾ ਪੋਲੀਟੀਕਲ ਸਿਸਟਮ ਇਸ ਤਰੀਕੇ ਦਾ ਹੈ ਕਿ ਉਹਨੂੰ ਪ੍ਰੈਸ਼ਰਾਈਜ਼ ਕਰਕੇ, ਉਹਦੇ ਪਰਿਵਾਰ ਨੂੰ ਪ੍ਰੈਸ਼ਰਾਈਜ਼ ਕਰਕੇ, ਉਹ ਆਪ ਖੁਦ ਕਹਿੰਦੇ ਆ ਕਿ ਅਸੀਂ ਤਾਂ ਡਿਪਰੈਸ ਹੋਏ ਬੈਠੇ ਹਾਂ, ਉਹ ਪੋਲੀਟੀਕਲ ਸਿਸਟਮ ਦੀ ਗ੍ਰਿਪ ਦੇ ਵਿੱਚ ਆ ਕੇ ਜਾਂ ਉਹਦਾ ਸ਼ਿਕਾਰ ਹੋ ਕੇ ਹੁਣ ਇੱਕ ਮਾਈਨਰ ਬੱਚੀ ਜਿਹੜੀ ਪਹਿਲਾਂ ਇਹ ਸਾਰੀਆਂ ਗੱਲਾਂ ਕਹਿ ਰਹੀ ਸੀ, ਉਹਦੇ ਕੋਲੋਂ ਹੁਣ ਉਹ ਜਿਹੜੇ ਬਿਆਨ ਆ ਉਹ ਰਿਵਰਸ ਕਰਵਾਏ ਗਏ ਆ।
ਇਸ ਹੱਦ ਤੱਕ ਇਹ ਆਪਾਂ ਇੰਡੀਆ ਦੀ ਗੱਲ ਕਰ ਰਹੇ ਹਾਂ, ਪਰ ਜਦੋਂ ਇਹੋ ਜਿਹੀਆਂ ਸਾਹਮਣੇ ਉਦਾਹਰਨਾਂ ਆਉਣੀਆਂ ਉਸ ਵੇਲੇ ਇੱਕ ਜਿਹੜਾ ਥੋੜ੍ਹੀ ਸਮਝ ਵਾਲਾ ਬੱਚਾ ਹੈ ਜਿਹਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ, ਆਪਾਂ ਜੇ ਉਹਦੀ ਥਾਂ 'ਤੇ ਹੋ ਕੇ ਸੋਚੀਏ ਕੀ ਅਸੀਂ ਐਕਸਪੈਕਟ ਕਰਦੇ ਹਾਂ ਕਿ ਉਹ ਸਾਹਮਣੇ ਆ ਜਾਊਗਾ, ਇਹ ਗੱਲ ਕਰੂਗੀ। ਉਹਨੂੰ ਉਸ ਵੇਲੇ 2-3 ਸ਼ਬਦਾਂ ਦਾ ਤੁਸੀਂ ਇਸਤੇਮਾਲ ਕੀਤਾ ਕਿ ਇੱਕ ਤਾਂ ਟਰਸਟ ਦੀ ਗੱਲ ਕੀਤੀ ਹੈ ਕਿ ਅਸੀਂ ਕੀ ਉਸ ਬੱਚੇ ਦਾ ਟਰਸਟ ਜਿੱਤ ਸਕਦੇ ਹਾਂ। ਦੂਸਰੀ ਤੁਸੀਂ ਸਟਿਗਮਾ ਦੀ ਗੱਲ ਕੀਤੀ ਹੈ। ਇਹ ਜਿਹੜਾ ਸਟਿਗਮਾ ਵੀ ਅਟੈਚ ਆ ਕਿ ਜਿਹੜਾ ਵਿਕਟਮ ਆ ਉਹਨੂੰ ਹੀ ਬਲੇਮ ਕਰ ਦੇਣਾ। ਇਹੀ ਸ਼ਾਇਦ ਕੁਝ ਗੱਲਾਂ ਨੇ ਜਿਹਦੇ ਕਰਕੇ ਉਹ ਜਿਹੜੀਆਂ ਬੱਚੀਆਂ ਜਾਂ ਕੁੜੀਆਂ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਹੁੰਦਾ ਉਹ ਬਾਹਰ ਆ ਕੇ ਗੱਲ ਨਹੀਂ ਕਰਨਾ ਚਾਹੁੰਦੀਆਂ। ਪਰ ਯਕੀਨਨ ਤੌਰ ਦੇ ਉੱਤੇ ਟਰਸਟ ਬਿਲਡਿੰਗ ਬਹੁਤ ਜ਼ਰੂਰੀ ਹੈ, ਸਪੈਸ਼ਲੀ ਜਦੋਂ ਤੁਸੀਂ ਔਰਤਾਂ ਦੀ ਗੱਲ ਕੀਤੀ ਹੈ। ਜੇ ਔਰਤਾਂ ਇਸ ਮਸਲੇ ਦੇ ਉੱਤੇ ਸਟੈਂਡ ਲੈਣੀਆਂ, ਆਪਣੀ ਕਿਸੇ ਬੱਚੀ ਦੇ ਨਾਲ ਜੇ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਹੈ, ਜੇ ਉਹ ਗੱਲ ਖੋਲ੍ਹਦੀ ਹੈ, ਚਾਹੇ ਘਰਾਂ ਦੇ ਵਿੱਚ ਇਹ ਹੋ ਰਿਹਾ, ਕਿਸੇ ਦਾ ਕੋਈ ਮਾਮਾ ਚਾਚਾ ਤਾਇਆ ਜਾਂ ਕੋਈ ਹੋਰ ਕਰ ਰਿਹਾ ਜਾਂ ਬਾਹਰ ਕੰਮਾਂ 'ਤੇ ਕਰ ਰਿਹਾ, ਕਿਉਂਕਿ ਇੱਦਾਂ ਦੀਆਂ ਗੱਲਾਂ ਵੀ ਆਉਣੀਆਂ ਪਰ ਦੱਬੀ ਜ਼ੁਬਾਨ ਦੇ ਵਿੱਚ ਆਉਣੀਆਂ ਕਿਉਂਕਿ ਅਸੀਂ ਸੁਣਨ ਨੂੰ ਤਿਆਰ ਨਹੀਂ ਹੈਗੇ, ਉਹ ਕਿੱਥੇ ਗੱਲ ਕਰਨਗੀਆਂ। ਇਹ ਕੁੜੀਆਂ ਨੂੰ ਬੋਲਡ ਹੋਣਾ ਪਏਗਾ। ਇੱਕ ਤਰੀਕਾ ਹੈ, ਇੱਕ ਤਰੀਕਾ ਬਹੁਤ ਸੋਹਣਾ ਹੈ ਜਿਸ ਨਾਲ ਕੁੜੀਆਂ ਨੂੰ ਇੰਪਾਵਰਮੈਂਟ ਮਿਲਦੀ ਹੈ ਜੀ। ਓਕੇ, ਅਗਰ ਇੱਥੇ ਹਰ ਮਾਂ ਪਿਓ, ਪ੍ਰੋਫੈਸਰਸ, ਟੀਚਰਸ, ਕਮਿਊਨਿਟੀ ਦੇ ਜਿਹੜੇ ਮੈਚੁਰ ਲੋਕ ਹਨ, ਅਗਰ ਬੱਚਿਆਂ ਨੂੰ ਇਨਕਰੇਜ ਕਰਨ ਕਿ ਤੁਸੀਂ ਮਾਰਸ਼ਲ ਆਰਟਸ ਲੈ ਲਓ, ਹਰ ਬੱਚੇ ਕੋਲ ਮਾਰਸ਼ਲ ਆਰਟਸ ਸਕਿੱਲ ਹੋਣਾ ਚਾਹੀਦਾ। ਇਹ ਬੱਚੇ ਨੂੰ ਕੋਈ ਹਿਲਾ ਨਹੀਂ ਸਕਦਾ। ਅਗਰ ਬੱਚਾ ਮਾਸਟਰ ਬਣ ਜਾਏ ਮਾਰਸ਼ਲ ਆਰਟਸ ਵਿੱਚ, ਉਸਨੂੰ ਕੋਈ ਐਕਸਪਲੋਇਟ ਕਰ ਹੀ ਨਹੀਂ ਸਕਦਾ ਕਿਉਂਕਿ ਬੱਚਾ ਇਤਨਾ ਇੰਪਾਵਰਡ ਹੋ ਜਾਂਦਾ ਹੈ ਕਿ you can't shake that child, you cannot। ਇੱਥੇ 1970s ਵਿੱਚ ਪਾਕੀ ਮੂਵਮੈਂਟ ਚੱਲੀ ਸੀ ਕਿ ਜਿਹੜੇ ਸੁਣਨ ਵਾਲੇ ਲੋਕ ਹਨ ਉਹਨਾਂ ਨੂੰ ਸ਼ਾਇਦ ਯਾਦ ਹੋਏਗਾ। ਇੱਥੇ GTA ਵਿੱਚ ਕੋਈ ਬਰਾਊਨ ਸਕਿਨ ਬੰਦਾ ਜਾਂਦਾ ਹੋਏ, ਗੱਡੀ ਚਲਾਉਂਦਾ ਹੋਏ ਜਾਂ ਪੈਦਲ, ਤੇ ਉਹ ਸ਼ੋਰ ਮਚਾ ਕੇ ਲੋਕ ਆਪਣਾ ਬੋਲ ਜਾਂਦੇ ਸੀ ਪਾਕੀ ਪਾਕੀ। ਤੇ ਇੱਕ ਪਲਾਜ਼ਾ ਵਿੱਚ ਇੱਕ ਸਾਲ ਕੀ ਹੋਇਆ ਕਿ ਇੱਕ ਆਪਣਾ ਸਿੱਖ ਬੱਚਾ ਸੀ, ਉਹ ਸ਼ਾਪਿੰਗ ਕਰਨ ਜਾ ਰਿਹਾ ਸੀ ਤੇ 3-4 ਮੁੰਡੇ ਆਏ ਤੇ ਉਹ ਪਾਕੀ ਪਾਕੀ ਕਰਕੇ ਤੇ ਉਸਨੂੰ ਅਬਿਊਜ਼ ਕਰਨਾ ਚਾਲੂ ਕਰਤਾ, ਉਸਨੂੰ ਪੁਸ਼ ਕੀਤਾ ਤੇ ਤੰਗ ਕਰਨ ਲੱਗੇ। ਪਰ ਉਹ ਮੁੰਡਿਆਂ ਨੂੰ ਇਹ ਨਹੀਂ ਪਤਾ ਸੀ ਕਿ ਜੋ ਲੜਕਾ ਹੈ, ਜਿਹੜਾ ਆਪਣਾ ਪੰਜਾਬੀ ਲੜਕਾ ਹੈ, ਇਹ ਮਾਸਟਰ ਹੈ ਮਾਰਸ਼ਲ ਆਰਟਸ ਦਾ। ਓਕੇ, ਉਸਨੇ ਮੁੜ ਕੇ ਜਿਹੜੇ ਮੁੰਡੇ ਸਨ 4-5 ਉਹਨਾਂ ਨੂੰ ਨਾ ਗਰਾਊਂਡ ਵਿੱਚ ਪਿਨ ਕਰ ਦਿੱਤਾ। ਅੱਛਾ, ਵਿਦਆਊਟ ਹਰਟਿੰਗ ਦੈਮ, ਬਟ ਹੀ ਹੈਡ ਦ ਸਕਿਲਸ। ਉਸ ਦਿਨ ਤੋਂ ਬਾਅਦ ਉਹ ਨਿਊਜ਼ ਆ ਗਈ, ਇੱਥੇ ਖਬਰ ਟੋਰਾਂਟੋ ਵਿੱਚ ਆ ਗਈ, ਸਾਰੇ ਟੋਰਾਂਟੋ ਵਿੱਚ ਫੈਲ ਗਈ ਇਹ ਗੱਲ। ਓਕੇ, ਉਸ ਦਿਨ ਤੋਂ ਬਾਅਦ ਉਹ ਐਸਾ ਖਤਮ ਹੋਇਆ ਪਾਕੀ ਮੂਵਮੈਂਟ ਜੋ ਆਪਣੇ ਬਰਾਊਨ ਸਕਿਨ ਲੋਕਾਂ ਨੂੰ ਅਬਿਊਜ਼ ਕੀਤਾ ਜਾਂਦਾ ਸੀ, ਵਰਬਲੀ ਅਬਿਊਜ਼, ਉਹ ਖਤਮ ਹੋ ਗਿਆ ਕਿਉਂਕਿ ਉਹ ਐਸਾ ਦਿਮਾਗ ਵਿੱਚ ਇੰਪ੍ਰੈਸ਼ਨ ਪੈ ਗਿਆ ਲੋਕਾਂ ਦੇ ਕਿ ਜਿਤਨੇ ਸਿੱਖ ਮੁੰਡੇ ਨੇ ਜਾਂ ਪਾਕੀ ਹਨ, ਕੋਈ ਪਤਾ ਨਹੀਂ ਇਹ ਸਾਰੇ ਮਾਰਸ਼ਲ ਆਰਟਿਸਟ ਹਨ। ਓਕੇ, ਸੋ ਇਹ ਇੱਕ ਤਰ੍ਹਾਂ ਦਾ ਹੱਲ ਹੈ ਹਰ ਇੱਕ ਲੜਕੀ ਨੂੰ ਇੱਥੇ ਇੰਪਾਵਰ ਕਰਨ ਦਾ। ਇਹ ਪੁਲਿਸ ਦੇ ਨਾਲ ਮੈਂ ਗੱਲ ਕੀਤੀ ਸੀ, ਮੈਂ ਕਿਹਾ ਸੁੰਦਰ ਸਿੰਘ ਜੀ ਆਪਣੇ ਕੋਲ ਸਮਾਂ ਥੋੜ੍ਹਾ, ਹੁਣ ਆਪਾਂ ਨੂੰ ਗੱਲ ਵਾਈਂਡ ਅਪ ਕਰਨੀ ਪੈਣੀ ਆ। ਤੇ ਤੁਸੀਂ ਮਾਰਸ਼ਲ ਆਰਟਸ ਦੀ ਗੱਲ ਕੀਤੀ ਹੈ, ਪਰ ਅਫਸੋਸ ਹੁੰਦਾ ਇਹ ਗੱਲ ਬਾਰ-ਬਾਰ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਉਹ ਰੈਸਲਰ ਕੁੜੀਆਂ ਸੀ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਹੋਇਆ। ਇਸ ਵੱਡੀ ਸਮੱਸਿਆ ਫਿਜ਼ੀਕਲ ਨਹੀਂ ਹੈ ਮੇਰੇ ਹਿਸਾਬ ਦੇ ਨਾਲ, ਇਹ ਮਾਈਂਡ ਸੈੱਟ ਨੇ ਨਾ ਜਿਹੜੇ ਸਾਡੇ ਸਮੱਸਿਆ, ਉੱਥੇ ਵੀ ਆਪਾਂ ਨੂੰ ਦੂਰ ਕਰਨ ਦੀ ਲੋੜ ਹੈ। ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਫਿਰ ਗੱਲਾਂ ਬਾਤਾਂ ਕਰਾਂਗੇ। ਕਿਸੇ ਦਿਨ ਬਹੁਤ ਕੁਝ ਸਿੱਖਣ ਨੂੰ ਮਿਲਿਆ, ਮੈਂ ਉਮੀਦ ਕਰਦੀ ਹਾਂ ਕਿ ਇਹ ਗੱਲਬਾਤ ਆਪਾਂ ਚੱਲਦੀ ਰੱਖਾਂਗੇ ਕਿਸੇ ਨਾ ਕਿਸੇ ਢੰਗ ਦੇ ਨਾਲ, ਕਿਉਂਕਿ ਪਰਪਜ਼ ਸਿਰਫ ਤੇ ਸਿਰਫ ਆਪਣਾ ਅਵੇਅਰਨੈਸ ਦੇ ਨਾਲ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਨਵਜੋਤ ਜੀ, ਥੈਂਕ ਯੂ ਸਾਰੇ ਜਿਤਨੇ ਲਿਸਨਰਸ ਹਨ, ਸਾਰਿਆਂ ਦਾ ਧੰਨਵਾਦ ਜੀ, ਸ਼ੁਕਰੀਆ ਬਹੁਤ ਬਹੁਤ।